ਪਰ ਉਹਨਾਂ ਦੇ ਚਿਹਰੇ ਕੋਈ ਇਹੋ ਜਿਹੇ ਨਹੀਂ ਸੀਗੇ ਕਿ ਆਲੇ ਦੁਆਲੇ ਰਹਿਣ ਵਾਲੇ ਨੇ ਉਹ, ਮਤਲਬ ਓਪਰੇ ਜਿਹੇ ਬੰਦੇ ਸੀ ਸਾਰੇ। ਸਵੇਰੇ ਸਵੇਰੇ ਮੰਮੀ ਨੇ ਜਗਾਇਆ ਅਤੇ ਕਹਿੰਦੇ ਉੱਠੋ ਬਈ ਦੇਖੋ, ਕਹਿੰਦੇ ਬਾਹਰ ਕਿੰਨਾ ਰੌਲਾ ਪੈਂਦਾ ਅਤੇ ਕਿੰਨੀਆਂ ਸੁਨੱਖੀਆਂ ਸਰਦਾਰਨੀਆਂ ਜਿਹੜੀਆਂ ਕਿ ਕਦੇ ਨੱਕ 'ਤੇ ਜਿਵੇਂ ਮੈਂ ਲਿਖਿਆ ਉਹਦੇ 'ਚ ਕਿ ਮੱਖੀ ਨਹੀਂ ਬਹਿਣ ਦਿੰਦੀਆਂ, ਪਰ ਉਹ ਸੜਕ 'ਤੇ ਬੁਰੀ ਤਰ੍ਹਾਂ ਰੋ ਰਹੀਆਂ ਸੀਗੀਆਂ ਹਾਏ ਦੁਹਾਈ, ਇੱਥੇ ਤੱਕ ਕਿ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਉਸ ਭੀੜ ਨੇ। ਤਬਲੀਨ ਸਿੰਘ ਹੋਣਾ ਦਾ ਕਹਿਣਾ ਹੈ ਕਿ ਉੱਥੇ ਸਿਰਫ 6 ਜਿਹੜੇ ਮਰਦ ਸਿੱਖ ਨੇ ਉਹ ਬਚੇ ਸੀ ਅਤੇ ਲਾਸ਼ਾਂ ਦੇ ਢੇਰ ਸੀ। ਜਦੋਂ ਉਹ ਉਸ ਤੋਂ ਬਾਅਦ ਉਹਨਾਂ ਗਲੀਆਂ ਦੇ ਵਿੱਚ ਗਏ, ਤਰਲੋਕਪੁਰੀ ਦੀਆਂ ਗਲੀਆਂ 'ਚ, ਤਾਂ ਉਹਨਾਂ ਦਾ ਕਹਿਣਾ ਸੀ ਕਿ ਪੈਰ ਰੱਖਣ ਨੂੰ ਥਾਂ ਨਹੀਂ। ਪਰ ਇੱਕ ਗੱਲ ਇਹ ਵੀ ਨਹੀਂ ਸਮਝ ਆਈ ਕਿ ਇੰਦਰਾ ਗਾਂਧੀ ਸਿਰਫ ਹਿੰਦੂਆਂ ਦੀ ਕਦੋਂ ਤੋਂ ਹੋ ਗਈ। 1 ਮਿੰਟ ਪਹਿਲਾਂ ਕਿ ਉਹ ਆਪਣੇ ਹਸਬੈਂਡ ਨਾਲ ਗੱਲ ਕਰ ਰਹੀ ਹੈ, 1 ਮਿੰਟ 'ਚ ਉਹਦਾ ਹਸਬੈਂਡ ਧਰਤੀ 'ਤੇ ਪਿਆ, ਉਹਨੂੰ ਕੱਢ ਕੇ ਧੂ ਕੇ ਬਾਹਰ ਹੀ ਲੈ ਗਏ ਗੱਡੀ ਤੋਂ ਸਰੀਆ ਨਾਲ ਮਾਰਦੇ ਹੋਏ, ਅਤੇ ਬਾਹਰ ਲਿਜਾ ਕੇ ਜਿਉਂਦੇ ਨੂੰ ਉਹਨੂੰ ਸਾੜਤਾ। ਕਿਤੇ ਦਰਵਾਜ਼ੇ ਦੀਆਂ ਚੀਥਾਂ 'ਚੋਂ ਉਹਨਾਂ ਨੂੰ ਵੀਰ ਨਜ਼ਰ ਆ ਗਿਆ ਅੰਦਰ ਘੁੰਮਦਾ। ਮਤਲਬ ਮੰਮੀ ਦਾ ਉਹ ਦੱਸਣਾ ਨਾ, ਕਹਿੰਦੇ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਲਾਈਫ 'ਚ ਕੀ ਮਿਲ ਗਿਆ ਵੀ ਬੇਟੇ ਨੂੰ ਦੇਖ ਕੇ। ਬੀ ਸੋਸ਼ਲ ਦੀ ਇਸ ਖਾਸ ਮੁਲਾਕਾਤ ਵਿੱਚ ਅੱਜ ਸਾਡੇ ਨਾਲ ਹੋਣਗੇ ਡਾਕਟਰ ਜਤਿੰਦਰ ਕੌਰ, ਜਿਹੜੇ ਕਿ ਦਿੱਲੀ ਸਿੱਖ ਕਤਲੇਆਮ ਦੇ ਅੱਖੀ ਗਵਾਹ ਹਨ। ਡਾਕਟਰ ਜਤਿੰਦਰ ਕੌਰ ਦੀ ਉਸ ਵੇਲੇ ਉਮਰ 17 ਸਾਲ ਸੀ ਅਤੇ ਆਪਣੇ ਪਰਿਵਾਰ ਅਤੇ ਹੋਰਨਾਂ ਰਿਸ਼ਤੇਦਾਰਾਂ ਸਮੇਤ ਉਹ ਦਿੱਲੀ ਵਿਖੇ ਰਹਿ ਰਹੇ ਸਨ। ਦਿੱਲੀ ਸਿੱਖ ਕਤਲੇਆਮ ਵਾਪਰਨ ਤੋਂ ਬਾਅਦ ਡਾਕਟਰ ਜਤਿੰਦਰ ਅਤੇ ਉਹਨਾਂ ਦੇ ਪਰਿਵਾਰ ਨੂੰ ਪੰਜਾਬ ਆ ਕੇ ਰਹਿਣਾ ਪਿਆ। ਡਾਕਟਰ ਜਤਿੰਦਰ ਕੌਰ ਹੋਰਾਂ ਨੇ 84 'ਚ ਵਾਪਰੇ ਸਿੱਖ ਕਤਲੇਆਮ 'ਤੇ ਆਧਾਰਿਤ ਇੱਕ ਕਿਤਾਬ 31 ਅਕਤੂਬਰ ਲਿਖੀ। ਅੱਜ ਦੀ ਇਸ ਮੁਲਾਕਾਤ ਵਿੱਚ ਅਸੀਂ ਡਾਕਟਰ ਜਤਿੰਦਰ ਹੋਰਾਂ ਦੀ ਲਿਖੀ ਇਸ ਕਿਤਾਬ 31 ਅਕਤੂਬਰ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਜਦੋਂ ਮੈਂ ਕਿਤਾਬ ਪੜ੍ਹੀ ਤੁਹਾਡੀ ਸਾਰੀ, ਮਤਲਬ ਇਹ ਸੀਗਾ ਕਿ ਇਹ ਲੱਗ ਰਿਹਾ ਸੀ ਕਿ ਉਸ ਕਿਤਾਬ ਦੇ ਨਾਲ ਨਾਲ ਜਿਵੇਂ ਤੁਹਾਡੇ ਸਫ਼ਰ ਦੇ ਵਿੱਚ ਮੈਂ ਵੀ ਇੱਕ ਸਾਥੀ ਹੋਵਾਂ ਜਿਹੜਾ ਉਸ ਸਾਰੇ ਸਫ਼ਰ ਨੂੰ ਦੇਖ ਰਿਹਾ ਹੈ। 84 ਦੀ ਜਿਹੜੀ ਇਹ ਘਟਨਾ ਹੈ, ਸਿੱਖ ਕਤਲੇਆਮ ਦਾ ਅਸੀਂ ਇਹਨੂੰ ਨਾਂ ਦਿੰਦੇ ਹਾਂ ਕਿਉਂਕਿ ਤੁਸੀਂ ਵੀ ਉਸ ਕਿਤਾਬ ਦੇ ਵਿੱਚ ਲਿਖਦੇ ਆ ਜਾਂ ਬਹੁਤ ਸਾਰੇ ਹੋਰ ਲੋਕ ਜਿਨ੍ਹਾਂ ਦੀਆਂ ਗਵਾਹੀਆਂ ਇਸ ਤੋਂ ਬਾਅਦ ਹੋਈਆਂ ਜਾਂ ਬਹੁਤ ਵੱਡੇ ਪੱਤਰਕਾਰ, ਉਹ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਇੱਕ ਸੋਚਿਆ ਸਮਝਿਆ ਕਤਲੇਆਮ ਸੀ, ਨਸਲਕੁਸ਼ੀ ਸੀ ਜਿਹੜੀ ਧਾਰ ਕੇ ਕੀਤੀ ਗਈ। 17 ਵਰ੍ਹਿਆਂ ਦੇ ਸੀ ਤੁਸੀਂ ਉਸ ਵੇਲੇ, ਆਪਣਾ ਤੁਹਾਡਾ ਜਨਮ ਦਿਨ ਸੀ 31 ਅਕਤੂਬਰ 1984 ਵਾਲੇ ਦਿਨ। ਤੁਹਾਨੂੰ ਬੜਾ ਚਾਅ ਸੀ ਕਿ ਅੱਜ ਮੇਰਾ ਜਨਮ ਦਿਨ ਆ ਅਤੇ ਮੈਂ ਮਨਾਉਣਾ, ਮੈਨੂੰ ਬਹੁਤ ਤੋਹਫੇ ਮਿਲਣਗੇ ਜਾਂ ਮੈਂ ਬਾਹਰ ਕਿਤੇ ਘੁੰਮਣ ਫਿਰਨ ਵੀ ਜਾਣਾ ਨਾ। ਉਸ ਘਟਨਾ ਬਾਰੇ ਮੈਂ ਚਾਹੁੰਦੀ ਹਾਂ ਕਿ ਸ਼ੁਰੂਆਤ ਤੋਂ ਤੁਸੀਂ, ਕਿਉਂਕਿ ਦਿੱਲੀ ਤੁਸੀਂ ਰਹਿ ਰਹੇ ਸੀ ਆਪਣੇ ਪਰਿਵਾਰ ਨਾਲ, ਸ਼ੁਰੂਆਤ ਤੋਂ ਦੱਸੋ ਕਿ ਜਦੋਂ 31 ਅਕਤੂਬਰ ਦਾ ਦਿਨ ਚੜ੍ਹਿਆ ਤਾਂ ਘਰ ਦੇ ਮਾਹੌਲ ਤੋਂ ਲੈ ਕੇ ਤੁਹਾਡੇ ਮਨ ਦਾ ਮਾਹੌਲ ਆ ਜਿਹੜਾ ਉਹ ਕਿਵੇਂ ਦਾ ਸੀ? 31 ਅਕਤੂਬਰ 1984 ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ 'ਚ ਜੇ ਸੋਚਾਂ ਤਾਂ ਬੜਾ ਕੁਛ ਪਿੱਛੇ ਰਹਿ ਗਿਆ, ਮਨ ਨੂੰ ਬੜਾ ਖਰਾਬ ਕਰਨ ਵਾਲਾ। ਪਰ ਉਹ 17ਵਾਂ ਮੇਰਾ ਸਾਲ ਸੀਗਾ। ਸਕੂਲ 'ਚ ਗਿੱਧੇ ਦੀ ਟੀਮ 'ਚ ਸੀਗੀ ਮੈਂ। ਗਿੱਧਾ ਜਿਹੜਾ ਹੈਗਾ ਸਾਡੀ ਟੀਮ ਕਿਸੇ ਹੋਰ ਸਕੂਲ 'ਚ ਜਾਣਾ ਸੀ ਕੰਪੀਟੀਸ਼ਨ ਲਈ, ਅਤੇ ਉਹ ਵੇਲਾ ਹੁੰਦਾ ਹੈ ਕਿ ਨਵਾਂ ਕੱਪੜੇ ਮਿਲਣੇ ਹੈ, ਜਾ ਕੇ ਗਿੱਧਾ ਕਰਨਾ ਹੈ। ਬਹੁਤ ਖੁਸ਼, ਕਿਉਂਕਿ ਇੱਕ ਸ਼ਹਿਰ 'ਚ ਰਹਿਣ ਕਰਕੇ ਬਹੁਤ ਵਧੀਆ ਤਰੀਕੇ ਨਾਲ ਜਨਮ ਦਿਨ ਮਨਾਉਣੇ, ਪਾਰਟੀਆਂ ਕਰਨੀਆਂ, ਇਹ ਸਾਰਾ ਕੁਛ ਬੜਾ, ਵੈਸੇ ਵੀ ਬੱਚਿਆਂ ਨੂੰ ਜਨਮ ਦਿਨ ਦੀ ਤਾਂ ਵੈਸੇ ਹੀ ਉਡੀਕ ਹਰ ਸਾਲ ਰਹਿੰਦੀ ਹੈ। ਅਤੇ ਮੈਨੂੰ ਤਾਂ ਇਹ ਵੀ ਉਡੀਕ ਸੀਗੀ ਉਦੋਂ ਕਿ ਜਿਵੇਂ 30 ਅਕਤੂਬਰ ਦੀ ਰਾਤ ਨੂੰ ਮੈਂ ਬਹੁਤ ਚਾਅ ਸੀ ਮੈਨੂੰ ਵੀ ਸਵੇਰੇ ਮੇਰਾ ਜਨਮ ਦਿਨ ਹੈ, ਨਵਾਂ ਸੂਟ ਮਿਲਣਾ ਹੈ। ਕੱਪੜੇ ਤਾਂ ਵੈਸੇ ਵੀ ਚਲੋ ਨਵੇਂ ਮਿਲਦੇ ਹੀ ਹੁੰਦੇ ਆ, ਪਰ ਜਨਮ ਦਿਨ ਵਾਲੇ ਦਿਨ ਤੋਹਫਿਆਂ ਦੀ ਕੁਛ ਹੋਰ ਹੀ ਗੱਲ ਹੁੰਦੀ ਹੈ। ਮੈਨੂੰ ਨੀਂਦ ਨਹੀਂ ਆਈ ਪੂਰੀ ਰਾਤ ਮੈਂ ਇਸੇ ਉਡੀਕ 'ਚ ਰਹੀ ਕਦੋਂ ਸਵੇਰ ਹੋਵੇ ਤਾਂ ਮੈਂ ਉੱਠਾਂ। ਅਤੇ ਆਈ ਥਿੰਕ ਕਿ ਉਸ ਦਿਨ ਸਵੇਰੇ 4 ਵਜੇ ਹੀ ਮੇਰੀ ਨੀਂਦ ਖੁੱਲ੍ਹ ਗਈ। ਮੈਂ ਉਸ ਸਲਵੱਟੇ ਜਿਹੇ ਲਈ ਜਾਵਾਂ, ਮੈਂ ਦੇਖਾਂ ਕਿ ਮੰਮੀ ਹੁਣ ਉੱਠਦੇ ਆ ਅਤੇ 5 5:30 ਮੰਮੀ ਉੱਠੇ, ਵਿਸ਼ ਕੀਤਾ ਪਿਆਰ ਨਾਲ। ਅਤੇ ਜਿਵੇਂ ਆਪਣੇ ਘਰਾਂ 'ਚ ਹੁੰਦਾ
ਕਿ ਬੱਚਿਆਂ ਨੂੰ ਪਹਿਲਾਂ ਗੁਰਦੁਆਰੇ ਮੱਥਾ ਟੇਕਣ ਲਈ ਭੇਜਦੇ ਹਾਂ। ਮੇਰੀ ਛੋਟੀ ਸਿਸਟਰ ਬਿੰਦੂ ਮੇਰੇ ਤੋਂ 5 ਸਾਲ ਛੋਟੀ ਸੀਗੀ ਉਹ, ਅਤੇ ਮੰਮੀ ਨੇ ਕਿਹਾ ਪਹਿਲਾਂ ਜਾ ਕੇ ਗੁਰਦੁਆਰੇ ਮੱਥਾ ਟੇਕ ਕੇ ਆਓ ਵੀ ਫਿਰ ਆਪਾਂ ਕੁਝ ਗੱਲ ਕਰਦੇ ਹਾਂ। ਮੰਮਾ ਨੇ ਬਹੁਤ ਪਿਆਰ ਨਾਲ ਵਿਸ਼ ਕੀਤਾ। ਦੋਨੋਂ ਭੈਣਾਂ ਅਸੀਂ ਗੁਰਦੁਆਰੇ ਮੱਥਾ ਟੇਕ ਕੇ ਆਈਆਂ, ਅਤੇ ਆਉਂਦਿਆਂ ਹੀ ਮੰਮੀ ਨੇ ਦੱਸਿਆ ਕਿ ਤੁਹਾਡੀ ਭੂਆ ਜੀ ਦਾ ਫੋਨ ਆਇਆ ਬਈ ਉਹ ਆਪਣੇ ਘਰ ਲੈ ਕੇ ਜਾਣਗੇ ਅੱਜ ਸਾਨੂੰ। ਜਿਹੜੇ ਉਹ ਭੂਆ ਜੀ ਸੀਗੇ ਉਹ ਡੈਡੀ ਦੇ ਮੂੰਹ ਬੋਲੇ ਭੈਣ ਸੀਗੇ, ਦੁਲਾਰੀ ਭੂਆ ਕਹਿੰਦੇ ਸੀ ਅਸੀਂ ਉਹਨਾਂ ਨੂੰ। ਦਿੱਲੀ ਰਹਿੰਦੇ ਆ, ਹਿੰਦੂ ਫੈਮਿਲੀ ਸੀਗੀ, ਪਰ ਉਹਨਾਂ ਦਾ ਪਿਆਰ ਇੰਨਾ ਵੀ ਸੀਗਾ ਕਿ ਮੈਨੂੰ ਲੱਗਦਾ ਕਿ ਸਕੀਆ ਭੂਆ ਵੀ ਇੰਨਾ ਪਿਆਰ ਨਹੀਂ ਕਰ ਸਕਦੀਆਂ ਜਿੰਨਾ ਉਹ ਪਿਆਰ ਕਰਦੀਆਂ ਸੀ। ਅਤੇ ਘੰਟੇ 'ਚ ਅਸੀਂ ਫਟਾਫਟ ਤਿਆਰ ਹੋ ਗਏ, ਕਿਉਂਕਿ ਭੂਆ ਜੀ ਜਿਹੜੇ ਸੀਗੇ ਉਹ ਉਸ ਵੇਲੇ ਦੇ ਕਹਿੰਦੇ ਕਹਾਉਂਦੇ ਘਰ 'ਚੋਂ ਸੀਗੇ। ਬੜਾ ਖਾਨਦਾਨੀ ਪਰਿਵਾਰ ਸੀ ਉਹਨਾਂ ਦਾ, ਬਹੁਤ ਅਮੀਰ ਪਰਿਵਾਰ ਸੀ। ਅਸੀਂ ਤਾਂ ਮਿਡਲ ਕਲਾਸ ਫੈਮਿਲੀ ਸੀਗੇ, ਅਤੇ ਉਹਨਾਂ ਦਾ ਵੱਡਾ ਜਿਹਾ ਘਰ, ਅਤੇ ਉਹ ਸਾਰਾ ਕੁਛ ਬਹੁਤ ਵਧੀਆ ਲੱਗਦਾ ਸੀ ਉਹਨਾਂ ਦੇ ਘਰ ਜਾ ਕੇ। ਫਿਰ ਇੱਕ ਵੀ ਚਾਹ ਚੜ੍ਹ ਗਿਆ ਵੀ ਭੂਆ ਦੇ ਘਰ ਜਾਵਾਂਗੇ, ਉੱਥੇ ਭੂਆ ਨੇ ਕਿੰਨਾ ਕੁਛ ਨਵਾਂ ਖਵਾਉਣਾ ਹੈ, ਸਾਨੂੰ ਬਾਹਰ ਲੈ ਕੇ ਜਾਣਗੇ ਖਵਾਉਣ, ਵੀ ਭੂਆ ਦੇ ਕੋਲੋਂ ਵੀ ਤੋਹਫੇ ਮਿਲਣੇ ਆ। ਮਤਲਬ ਬਹੁਤ ਜ਼ਿਆਦਾ ਖੁਸ਼ੀ ਸੀਗੀ। ਅਤੇ ਭਾਬੀ ਜੀ ਸੀਗੇ, ਪਿੰਕੀ ਭਾਬੀ ਭੂਆ ਜੀ ਦੀ ਨੂੰਹ ਸੀ ਜਿਹੜੀ, ਉਹ ਆ ਗਏ ਸਾਨੂੰ ਲੈਣ, ਅਤੇ ਅਸੀਂ ਤਿੰਨੋਂ ਜਣੇ, ਮੈਂ, ਮੇਰੀ ਮੰਮਾ ਅਤੇ ਬਿੰਦੂ, ਅਸੀਂ ਉਹਨਾਂ ਨਾਲ ਚੱਲ ਪਏ। ਉਹਨਾਂ ਦਿਨਾਂ 'ਚ ਮੇਰੇ ਪਾਪਾ ਜਿਹੜੇ ਸੀਗੇ ਉਹ ਮਸਕਟ ਗਏ ਹੋਏ ਸੀਗੇ, ਅਤੇ ਬ੍ਰਦਰ ਹੈ ਜਿਹੜਾ ਉਹ ਗਵਾਲੀਅਰ ਤਾਇਆ ਜੀ ਕੋਲ ਪੜ੍ਹਨ ਗਿਆ ਹੋਇਆ ਸੀਗਾ। ਉਹ ਨੈਸ਼ਨਲ ਐਥਲੀਟ ਸੀਗਾ, ਦਾ ਹਾਈ ਜੰਪ, ਲੌਂਗ ਜੰਪ ਵਗੈਰਾ ਦਾ ਖਿਡਾਰੀ ਸੀਗਾ ਉਹ। ਅਤੇ ਅਸੀਂ ਤਿੰਨੋਂ ਹੀ ਸੀਗੇ, ਗੱਡੀ 'ਚ ਬੈਠ ਗਏ। ਪੂਰੇ ਰਾਹ ਮੈਂ ਇਹ ਸੋਚਦੀ ਰਹੀ ਵੀ ਕਿਵੇਂ ਦੀ ਪਾਰਟੀ ਹੋਊਗੀ, ਕੌਣ ਕੌਣ ਹੋਊਗਾ, ਕਿੱਥੇ ਜਾਵਾਂਗੇ। ਪਰ ਭੂਆ ਜੀ ਦੇ ਘਰ ਪਹੁੰਚਦਿਆਂ ਹੀ ਅਸੀਂ ਛਾਲ ਮਾਰ ਕੇ ਗੱਡੀ 'ਚ ਉਤਰੇ, ਜਿਵੇਂ ਵੀ ਹਾਂ ਹੁਣ ਭੂਆ ਜੀ ਸਾਹਮਣੇ ਹੋਣਗੇ, ਪਰ ਭੂਆ ਜੀ ਬਾਹਰ ਨਹੀਂ ਸੀਗੇ। ਅਸੀਂ ਅੰਦਰ ਗਏ, ਅੱਗੇ ਭੂਆ ਜੀ ਮਿਲਦੇ ਹੀ ਇੰਨੀ ਘੁੱਟ ਕੇ ਗਲਵੱਕੜੀ ਪਾਉਂਦੇ ਸੀ, ਇੰਨਾ ਪਿਆਰ ਸਾਰਾ ਕੁਝ। ਉਸ ਦਿਨ ਨਾ ਉਹਨਾਂ ਨੇ ਪਿਆਰ ਕੀਤਾ, ਨਾ ਉਹਨਾਂ ਨੇ ਮੈਨੂੰ ਵਿਸ਼ ਕੀਤਾ, ਅਤੇ ਮੈਨੂੰ ਇਹ ਲੱਗੇ ਕਿ ਆਪੇ ਤਾਂ ਸਾਨੂੰ ਬੁਲਾਇਆ ਆਪਣੇ ਘਰ, ਅਤੇ ਭੂਆ ਜੀ ਨੇ ਮੈਨੂੰ ਵਿਸ਼ ਵੀ ਨਹੀਂ ਕੀਤਾ। ਪਰ ਭੂਆ ਜੀ ਥੋੜ੍ਹੇ ਪਰੇਸ਼ਾਨ ਸੀਗੇ, ਇੱਧਰ ਉੱਧਰ ਟਹਿਲਦੇ। ਅਤੇ ਮੰਮੀ ਜਿਵੇਂ ਆਏ, ਭਾਬੀ ਜੀ ਅੰਦਰ ਆਏ, ਤਾਂ ਉਹਨਾਂ ਨੇ ਆਉਂਦੇ ਇੱਕਦਮ ਖਬਰ ਸੁਣਾਈ ਬਈ ਇੰਦਰਾ ਗਾਂਧੀ ਨੂੰ ਉਹਦੇ 2 ਸਿੱਖ ਬਾਡੀਗਾਰਡਸ ਨੇ ਮਾਰਤਾ। ਅਤੇ ਇਹ ਸੁਣਦੇ ਹੀ ਇੱਕਦਮ ਸਟਿਲ, ਮਤਲਬ ਮੰਮੀ ਵੀ ਚੁੱਪ-ਚਾਪ ਖੜ੍ਹ ਗਏ ਵੀ ਸਿੱਖ ਬਾਡੀਗਾਰਡਸ ਨੇ, ਥੋੜ੍ਹਾ ਜਿਵੇਂ ਸਟਰੈਸ ਦੇ ਕੇ ਉਹਨਾਂ ਨੇ ਬੋਲਿਆ ਵੀ ਸਿੱਖ ਬਾਡੀਗਾਰਡਸ ਨੇ ਮਾਰਤਾ। ਜਿਹੜੇ ਭਾਬੀ ਜੀ ਸੀਗੇ ਉਹਨਾਂ ਦੇ ਮਦਰ ਪੁਲਿਸ 'ਚ ਵੱਡੀ ਪੋਸਟ 'ਤੇ ਸੀਗੇ, ਇੰਦਰਾ ਗਾਂਧੀ ਦੇ ਨਿਵਾਸ ਦੇ ਨੇੜੇ ਹੀ। ਉਹਨਾਂ ਨੂੰ ਪਤਾ ਲੱਗ ਗਿਆ ਸੀਗਾ, ਕਿਉਂਕਿ ਇੰਦਰਾ ਗਾਂਧੀ ਦੇ ਮਰਨ ਦੀ ਖਬਰ ਵੈਸੇ ਤਾਂ ਕਾਫੀ ਦੇਰ ਬਾਅਦ ਹੋਈ ਸੀ ਬ੍ਰੌਡਕਾਸਟ ਨਾ, ਵੀ ਉਹਨਾਂ ਦੀ ਡੈਥ ਹੋ ਗਈ। ਹਾਂਜੀ, 9:17 'ਤੇ ਇਹ ਜਿਹੜਾ ਕਤਲ ਹੁੰਦਾ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਕੁਝ ਕੁ ਸਮਾਂ ਇਸ ਚੀਜ਼ ਨੂੰ ਲੁਕੋਇਆ ਗਿਆ। ਜਦੋਂ ਉਹਨਾਂ ਨੂੰ ਏਮਸ ਹਸਪੀਟਲ ਲਿਜਾਇਆ ਗਿਆ ਤਾਂ ਉੱਥੋਂ ਦੇ ਡਾਕਟਰਾਂ ਨੇ ਨਾਲ ਦੀ ਨਾਲ ਡਿਕਲੇਅਰ ਕਰਤਾ ਸੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਪਰ ਉਸ ਤੋਂ ਬਾਅਦ ਸ਼ਾਇਦ ਮੀਡੀਆ ਨੂੰ ਇਹ ਖਬਰ ਬਹੁਤ ਸਮੇਂ ਬਾਅਦ ਦਿੱਤੀ ਗਈ। ਹਾਂਜੀ, ਪਰ ਸਾਨੂੰ ਉਹਨਾਂ ਦੇ ਘਰ ਜਾਂਦੇ ਹੀ ਪਤਾ ਲੱਗ ਗਿਆ ਸੀ ਵੀ ਇੰਦਰਾ ਗਾਂਧੀ ਦੀ ਡੈਥ ਹੋ ਚੁੱਕੀ ਹੈ, ਉਹ ਵੀ ਭਾਬੀ ਜੀ ਦੇ ਮਦਰ ਕਰਕੇ। ਅਤੇ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤੁਸੀਂ ਘਰੋਂ ਬਾਹਰ ਨਾ ਜਾਇਓ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਪੱਧਰ 'ਤੇ ਪਤਾ ਲੱਗ ਗਿਆ ਸੀਗਾ ਵੀ ਕੁਝ ਹੋਊਗਾ ਹੁਣ, ਵੀ ਕੁਝ ਵੀ ਹੋ ਸਕਦਾ ਹੈ। ਅਤੇ ਸਾਨੂੰ ਥੋੜ੍ਹਾ ਡਰ ਜਿਹਾ ਲੱਗਿਆ ਵੀ ਚਲੋ ਡੈਥ ਹੋ ਗਈ, ਪਰ ਇਹ ਨਹੀਂ ਸੀ ਸੋਚਿਆ ਕਿ ਕਿਸ ਲੈਵਲ 'ਤੇ ਕੀ ਕੁਝ ਹੋ ਸਕਦਾ। ਬੱਚੇ ਸੀਗੇ, ਥੋੜ੍ਹਾ ਡਰ ਵੈਸੇ ਵੀ ਸਹਿਮ ਜੇ ਗਏ ਕਿ ਮੈਨੂੰ ਤਾਂ ਫਿਕਰ ਇਹ ਹੋਈ ਸੀਗੀ ਕਿ ਹੁਣ ਇੰਦਰਾ ਗਾਂਧੀ ਦੀ ਡੈਥ ਹੋ ਗਈ, ਮੇਰਾ ਗਿੱਧਾ ਨਹੀਂ ਹੋਣਾ ਸਵੇਰੇ, ਅਤੇ ਪਤਾ ਨਹੀਂ ਹੁਣ ਵੀ ਮੇਰਾ ਬਰਥਡੇ ਸੈਲੀਬ੍ਰੇਟ ਕਰਨਗੇ ਨਹੀਂ ਕਰਨਗੇ। ਅਤੇ ਸਭ ਤੋਂ ਜ਼ਿਆਦਾ ਇਹ ਸੀਗਾ ਕਿ ਵੀ ਹੁਣ ਸਕੂਲ ਦਾ ਕੀ ਬਣੂਗਾ। ਮੇਰੀ ਸੋਚ ਉਦੋਂ ਉੱਥੇ ਹੀ ਸੀਗੀ, ਜਿਵੇਂ ਦੇ ਖਿਆਲ ਉਸ ਉਮਰ 'ਚ ਆਪਾਂ ਨੂੰ ਬੱਚਿਆਂ ਦਾ ਜਿਵੇਂ ਹੁੰਦਾ, ਮੇਰੀ ਤਾਂ ਸੋਚ ਉੱਥੇ ਹੀ ਸੀਗੀ ਵੀ ਆਪਣੇ ਸਕੂਲ ਦਾ ਉਹੀ ਸਾਰਾ ਕੁਝ ਸੋਚਦੀ ਸੀ। ਪਰ ਇਹ ਨਹੀਂ ਸੀ ਸੋਚਿਆ ਕਿ ਕੀ ਕੁਝ ਹੋਰ ਜਾਂ ਕਿਹੋ ਜਿਹਾ ਮਾੜਾ ਹੋ ਸਕਦਾ। ਤਾਂ ਸ਼ਾਮ ਹੁੰਦੇ ਮਤਲਬ ਚਾਰੋਂ ਪਾਸੇ ਬਹੁਤ ਜ਼ਿਆਦਾ, ਕਿਉਂਕਿ TV ਔਨ ਕੀਤਾ, ਉਸ 'ਤੇ ਲੋਕਾਂ ਦੇ ਨਾਅਰੇ ਸੀਗੇ, ਇੰਦਰਾ ਗਾਂਧੀ ਅਮਰ ਰਹੇ, ਇੰਦਰਾ ਗਾਂਧੀ ਜਿੰਦਾਬਾਦ। ਅਤੇ ਦੂਜੀ ਗੱਲ ਸਿੱਖਾਂ ਦੇ ਵਿਰੋਧ 'ਚ ਨਾਅਰੇ ਲੱਗਦੇ ਸੀਗੇ।
ਤੇ ਉਹ ਦੇਖ ਕੇ ਥੋੜ੍ਹਾ ਡਰ ਜਿਹਾ ਲੱਗਣ ਲੱਗਿਆ ਵੀ ਸਿੱਖਾਂ ਬਾਰੇ। ਇੱਕ ਵਾਰ ਤਾਂ ਲੱਗਿਆ ਕਿ ਹੋ ਕੀ ਰਿਹਾ, ਕਿਉਂਕਿ ਜਿਹੋ ਜਿਹੀਆਂ ਗੱਲਾਂ ਆਲੇ ਦੁਆਲੇ ਆਪਾਂ ਸੁਣਦੇ ਸੀਗੇ, ਚਲੋ ਉਹ ਰਾਤਾਂ ਮਤਲਬ ਕਿਸੇ ਤਰ੍ਹਾਂ ਅਸੀਂ ਮਤਲਬ ਬੱਚੇ ਸੀਗੇ ਅਸੀਂ ਤਾਂ ਸੋ ਗਏ, ਮੰਮੀ ਨਹੀਂ ਸੋਏ। ਮੰਮੀ ਨੂੰ ਥੋੜ੍ਹਾ ਡਰ ਸੀਗਾ, ਉਹ ਘਬਰਾਏ ਜਿਹੇ ਸੀਗੇ। ਅਗਲੇ ਦਿਨ ਸਵੇਰੇ ਸਵੇਰੇ ਮੰਮੀ ਨੇ ਜਗਾਇਆ ਅਤੇ ਕਹਿੰਦੇ ਉੱਠੋ ਬਈ ਦੇਖੋ, ਕਹਿੰਦੇ ਬਾਹਰ ਕਿੰਨਾ ਰੌਲਾ ਪੈਂਦਾ। ਅਤੇ ਅਸੀਂ ਉੱਠੇ ਤਾਂ ਮੰਮੀ ਕਹਿੰਦੇ ਵੀ ਬਾਹਰ ਦੇਖੋ ਕਿਹੋ ਜਿਹੀਆਂ ਆਵਾਜ਼ਾਂ ਆਉਂਦੀਆਂ। ਅਸੀਂ ਫਟਾਫਟ ਸਾਰੇ ਜਣੇ ਛੱਤ 'ਤੇ ਭੱਜੇ ਗਏ, ਭੂਆ ਜੀ ਹੋਰਾਂ ਸਾਰੇ ਅਸੀਂ ਛੱਤ 'ਤੇ ਗਏ ਤਾਂ ਸਾਹਮਣੇ ਘੱਟੋ ਘੱਟ 200-300 ਬੰਦਿਆਂ ਦਾ ਪੂਰਾ ਹਜੂਮ ਸੀਗਾ, ਮੌਬ ਪੂਰਾ। ਔਰ ਉਹ ਵੀ ਹੱਥਾਂ 'ਚ ਸੋਟੀਆਂ, ਡੰਡੇ, ਰੋਡਸ, ਕੁਛਾਂ ਦੇ ਹੱਥ 'ਚ ਤਾਂ ਜਿਵੇਂ ਪੋਲੀਥੀਨ ਜਿਹੇ ਹੁੰਦੇ ਆ ਉਹਦੇ ਵਿੱਚ ਕੁਛ ਪਾਇਆ ਹੋਇਆ। ਅਤੇ ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੋਈ ਪਾਊਡਰ ਸਿੱਟਦੇ ਸੀਗੇ ਅਤੇ ਅੱਗ ਲੱਗ ਜਾਂਦੀ ਸੀ ਉੱਥੇ ਕੁਝ ਸਪੈਸ਼ਲੀ। ਪਰ ਉਹਨਾਂ ਦੇ ਚਿਹਰੇ ਕੋਈ ਇਹੋ ਜਿਹੇ ਨਹੀਂ ਸੀਗੇ ਕਿ ਆਲੇ ਦੁਆਲੇ ਰਹਿਣ ਵਾਲੇ ਨੇ, ਉਹ ਮਤਲਬ ਓਪਰੇ ਜਿਹੇ ਬੰਦੇ ਸੀ ਸਾਰੇ, ਮਤਲਬ ਇੰਨੇ ਜ਼ਿਆਦਾ ਰੋਸ਼ 'ਚ ਔਰ ਮਤਲਬ ਇੰਨਾ ਰੌਲਾ, ਮਤਲਬ ਇੰਨਾ ਗੁੱਸਾ ਉਹਨਾਂ ਦੇ ਅੰਦਰ, ਸਿੱਖਾਂ ਦੇ ਵਿਰੁੱਧ ਨਾਰੇ ਅਰੇ ਉਹ ਮਤਲਬ ਉਹਨਾਂ ਨੂੰ ਉਸ ਮੌਬ ਨੂੰ ਦੇਖ ਕੇ ਨਾ ਅਤੇ ਲੱਤਾਂ ਕੰਬਣ ਲੱਗ ਗਈਆਂ ਸਾਡੀਆਂ, ਕਿਉਂਕਿ ਕੁਛ ਵੀ ਸੀਗਾ ਅੰਦਰੋਂ ਸਾਨੂੰ ਪਤਾ ਸੀਗਾ ਅਸੀਂ ਸਿੱਖ ਹਾਂ, ਭਾਵੇਂ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਸਿੱਖ ਕੁੜੀਆਂ ਕਿਹਨਾਂ ਦੇ ਘਰ ਖੜ੍ਹੇ ਹਾਂ, ਪਰ ਆਪਣੇ ਆਪ ਤੋਂ ਸਾਨੂੰ ਡਰ ਜਿਹਾ ਲੱਗਣ ਲੱਗ ਗਿਆ ਵੀ ਪਤਾ ਨਹੀਂ ਹੁਣ ਕੀ ਹੋਣ ਵਾਲਾ। ਅਤੇ ਭੂਆ ਜੀ ਦੇ ਗਲੀ ਵਿੱਚ ਤਾਂ ਖੈਰ ਕੋਈ ਸਿੱਖ ਪਰਿਵਾਰ ਹੈ ਨਹੀਂ ਸੀਗਾ, 1-2 ਗਲੀਆਂ ਛੱਡ ਕੇ 2-3 ਪਰਿਵਾਰ ਰਹਿੰਦੇ ਸੀਗੇ। ਅਤੇ ਮੌਬ ਪੂਰਾ ਉੱਧਰ ਨੂੰ ਗਿਆ ਅਤੇ ਉਹਨਾਂ ਨੇ ਬਾਹਰੋਂ ਤਾਂ ਇੰਝ ਕੀਤਾ ਹੋਇਆ ਸੀਗਾ ਵੀ ਕੋਈ ਅੰਦਰ ਹੈ ਨਹੀਂ, ਬੰਦ ਸੀਗਾ ਘਰ ਸਾਰਾ। ਪਰ ਉਹਨਾਂ ਨੇ ਉਸੇ ਘਰ 'ਤੇ ਜਾ ਕੇ ਧਾਵਾ ਬੋਲਿਆ, ਬੰਦਿਆਂ ਨੂੰ ਕੱਢ ਕੱਢ ਕੇ ਮਾਰਿਆ ਅੰਦਰੋਂ, ਜਿੰਨੇ ਹੈਗੇ ਸੀਗੇ ਜਿਉਂਦੇ ਸਾੜ 'ਤੇ। ਮਤਲਬ ਉਹ ਬਹੁਤ ਰਿਚ ਫੈਮਲੀਜ਼ ਦਾ ਏਰੀਆ ਸੀਗਾ ਅਤੇ ਕਿੰਨੀਆਂ ਸੁਨੱਖੀਆਂ ਸਰਦਾਰਨੀਆਂ ਜਿਹੜੀਆਂ ਕਿ ਕਦੇ ਨੱਕ 'ਤੇ ਜਿਵੇਂ ਮੈਂ ਲਿਖਿਆ ਉਹਦੇ 'ਚ ਕਿ ਮੱਖੀ ਨਹੀਂ ਬਹਿਣ ਦਿੰਦੀਆਂ, ਪਰ ਉਹ ਸੜਕ 'ਤੇ ਬੁਰੀ ਤਰ੍ਹਾਂ ਰੋ ਰਹੀਆਂ ਸੀਗੀਆਂ ਹਾਏ ਦੁਹਾਈ, ਇੱਥੇ ਤੱਕ ਕਿ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਉਸ ਭੀੜ ਨੇ। ਮਾਵਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਮਾਰ ਰਹੇ ਹੈ, ਉਹਨਾਂ ਦੇ ਘਰ ਵਾਲਿਆਂ ਨੂੰ ਮਾਰ ਰਹੇ ਹੈ, ਉਹਨਾਂ ਦੇ ਫਾਦਰ ਨੇ, ਬਜ਼ੁਰਗ ਨੇ, ਉਹਨਾਂ ਨੂੰ ਮਾਰ ਰਹੇ ਹੈ। ਔਰਤਾਂ ਰੋ ਰਹੀਆਂ ਨੇ ਬਾਹਰ, ਘਰ ਦੇ ਬਾਹਰ ਖੜ੍ਹੀਆਂ, ਘਰਾਂ ਨੂੰ ਅੱਗ ਲਗਾ ਦਿੱਤੀ। ਨੇੜੇ ਹੀ ਗੁਰਦੁਆਰਾ ਸੀਗਾ ਅਤੇ ਉਹਦੇ 'ਚ ਇਹ ਕਿ ਬਾਬਾ ਜੀ ਦੀ ਬੀੜ ਦਾ ਕੋਈ ਸੇਵਕ ਪਤਾ ਨਹੀਂ ਉੱਥੋਂ ਲੈ ਗਿਆ, ਗੁਰਦੁਆਰਾ ਸਾੜਤਾ। ਅਤੇ ਭੂਆ ਜੀ ਇੰਨੀ ਰਿਚ, ਇੰਨਾ ਕੁਛ, ਅਤੇ ਉਹਨਾਂ ਦਾ ਨੌਕਰ ਸੀਗਾ ਸ਼ੰਕਰ ਇੱਕ, ਉਹ ਦੇਖਣ ਨੂੰ ਬਾਹਲਾ ਹੀ ਖੁੰਖਾਰ ਜਿਹਾ ਸੀਗਾ, ਜਿਵੇਂ ਹੁੰਦਾ ਨਾ ਡਰਾਉਣੇ ਜਿਹੇ ਬੰਦੇ ਜੇ ਨਾ, ਕੋਈ ਤਕੜਾ ਜਿਹਾ ਬਹੁਤ ਉਹ। ਅਤੇ ਉਹ ਵੀ ਆਪਣੀ ਸਾਈਕਲ 'ਤੇ ਮਾਰਿਆ ਪੈਡਲ ਅਤੇ ਗੁਰਦੁਆਰੇ ਉਹ ਵੀ ਕੁਛ ਭਾਂਡੇ ਲੁੱਟ ਕੇ ਲਿਆਇਆ ਗੁਰਦੁਆਰੇ ਦੇ, ਅਤੇ ਆ ਕੇ ਬੜਾ ਖੁਸ਼ ਹੋ ਕੇ ਦੱਸ ਰਿਹਾ ਵੀ ਮੈਂ ਆਹ ਲੁੱਟ ਕੇ ਲੈ ਕੇ ਆਇਆ। ਉਸ ਤੋਂ ਬਾਅਦ ਵੀ ਉਹ ਜਿੰਨਾ ਚਿਰ 2-3 ਦਿਨ ਦੰਗੇ ਹੁੰਦੇ ਰਹੇ, ਦੰਗੇ ਤਾਂ ਨਹੀਂ ਕਹਾਂਗੇ, ਕਤਲੇਆਮ ਹੀ ਸੀਗਾ। ਦੰਗੇ ਤਾਂ 2 ਧਿਰਾਂ ਦੇ ਆਪਸੀ ਕਲੈਸ਼ ਹੈ ਜਿਹੜਾ, ਉਹ ਦੰਗੇ ਹੁੰਦੇ ਆ। ਕਿਤੇ ਨਾ ਕਿਤੇ ਸਿਆਸਤ ਹੈ ਜਿਹੜੀ, ਉਹਨੇ ਇਸ ਕਤਲੇਆਮ ਨੂੰ ਦੰਗਿਆਂ ਦੇ ਰੂਪ 'ਚ ਲੋਕਾਂ ਨੂੰ ਦਿਖਾਇਆ। ਅਸੀਂ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਸਾਈਡ ਆ ਉਹ ਸੇਫ ਕਰਨ ਲਈ, ਜਦਕਿ ਜਦੋਂ ਤੱਕ ਇਸ ਚੀਜ਼ ਨੂੰ ਯਾਦ ਕੀਤਾ ਜਾਊਗਾ, ਸਾਨੂੰ ਤੁਹਾਨੂੰ ਹਰ ਇਨਸਾਨ ਨੂੰ ਪਤਾ ਹੈ ਕਿ ਇਹ ਵਾਕਈ ਸਿੱਖਾਂ ਦੀ ਨਸਲਕੁਸ਼ੀ ਕਤਲੇਆਮ ਸੀ। ਬਿਲਕੁਲ, ਕਿਉਂਕਿ ਦੰਗੇ ਤਾਂ ਹੁੰਦੇ ਨਾ ਜੇ ਸਿੱਖ ਵੀ ਅੱਗੋਂ ਵਿਰੋਧ ਕਰਦੇ ਜਾਂ ਮਾਰਦੇ। ਉਹਨਾਂ ਨੂੰ ਤਾਂ ਵਿਰੋਧ ਕਰਨ ਦਾ ਜਾਂ ਉਹਨਾਂ ਨੂੰ ਤਾਂ ਆਪਣੇ ਬਚਾਅ ਦਾ ਟਾਈਮ ਵੀ ਨਹੀਂ ਮਿਲਿਆ। ਉਹ ਤਾਂ ਆਪਣੇ ਲਈ ਕੁਝ ਕਰ ਹੀ ਨਹੀਂ ਪਾਏ, ਕਿਉਂਕਿ ਜਿੱਥੇ ਕਿਤੇ ਉਸ ਵੇਲੇ ਸਿੱਖ ਇਕਜੁੱਟ ਹੋ ਗਏ, ਉਹਨਾਂ ਨੇ ਆਪਣੇ ਆਪ ਨੂੰ ਬਚਾ ਲਿਆ। ਪਰ ਜ਼ਿਆਦਾਤਰ ਜਿਹੜੀਆਂ ਫੈਮਿਲੀ ਸੀਗੀਆਂ ਜਾਂ ਜ਼ਿਆਦਾਤਰ ਜਿਹੜੇ ਪਰਿਵਾਰ ਸੀਗੇ, ਉਹ ਤਾਂ ਸੁੱਤੇ ਪਏ ਮਾਰੇ ਗਏ। ਉਹਨਾਂ ਨੂੰ ਸਮਝ ਵੀ ਨਹੀਂ ਆਇਆ ਕਿ ਹੋ ਕੀ ਰਿਹਾ, ਸਾਡੇ ਨਾਲ ਇਹੋ ਜਿਹਾ ਹੋ ਕਿਵੇਂ ਗਿਆ। ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੋ ਜਿਹੇ ਸਮਾਜ 'ਚ ਰਹਿ ਰਹੇ ਹਾਂ, ਆਪਸ 'ਚ ਹਿੰਦੂ ਸਿੱਖ ਇਹ ਤਾਂ ਕਦੇ ਕੋਈ ਭੇਦਭਾਵ ਰਿਹਾ ਹੀ ਨਹੀਂ ਆਪਣੇ ਵਿੱਚ। ਆਪਸੀ ਵਿਆਹ, ਇੱਕ ਦੂਜੇ ਨਾਲ ਮਿਲਣਾ ਵਰਤਣਾ, ਨਾ ਕਦੇ ਹਿੰਦੂਆਂ ਨੂੰ ਸਿੱਖਾਂ ਤੋਂ, ਸਿੱਖਾਂ ਨੂੰ ਹਿੰਦੂਆਂ ਤੋਂ। ਮੈਨੂੰ ਨਹੀਂ ਲੱਗਦਾ ਕਿ ਆਮ ਲੋਕਾਂ 'ਚ ਕਦੇ ਕਿਸੇ ਨੂੰ ਇੱਕ ਦੂਜੇ ਤੋਂ ਡਰ ਜਾਂ ਭੈ ਆਇਆ। ਅਤੇ
ਉਸ ਵੇਲੇ ਜ਼ਿਆਦਾਤਰ ਇਹ ਵੀ ਹੋਇਆ ਕਿ ਜਦੋਂ ਵੀ ਕੋਈ ਮਾਰਨ ਆਇਆ ਤੇ ਬਹੁਤੇ ਸਾਰੇ ਜਿਹੜੇ ਹਿੰਦੂ ਸਾਡੇ ਗਵਾਂਢੀ ਸੀਗੇ ਉਹਨਾਂ ਨੇ ਬਚਾਇਆ ਵੀ ਹੈ। ਔਰ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਚੀਜ਼ ਲਈ, ਜਿਨ੍ਹਾਂ ਨੇ ਸਿੱਖਾਂ ਨੂੰ ਉਸ ਵੇਲੇ ਬਚਾਇਆ। ਬਿਲਕੁਲ। ਤੁਸੀਂ ਘਰ ਦੇ ਨੌਕਰ ਸ਼ੰਕਰ ਦੀ ਗੱਲ ਕਰ ਰਹੇ ਸੀ ਕਿ ਕਿਵੇਂ ਉਹ ਵੀ ਉਸ ਭੀੜ ਦਾ ਹਿੱਸਾ ਬਣ ਗਿਆ ਤੇ ਸਮਾਨ ਲੁੱਟ ਕੇ ਲਿਆਉਂਦਾ ਰਿਹਾ। ਉਸ ਤੋਂ ਬਾਅਦ ਜਿੱਥੇ ਭੂਆ ਜੀ ਦਾ ਘਰ ਸੀਗਾ ਉਹ ਆਜ਼ਾਦਪੁਰ ਮੰਡੀ ਤੋਂ ਨੇੜੇ ਹੀ ਸੀਗਾ ਤੇ ਉਹਨਾਂ ਦੇ ਘਰ ਦੀ ਛੱਤ ਤੇ ਚੜ੍ਹ ਕੇ ਆਜ਼ਾਦਪੁਰ ਮੰਡੀ ਦਾ ਧੂਆਂ ਬੜਾ ਕੁਝ ਨਜ਼ਰ ਆਉਂਦਾ ਸੀਗਾ। ਸਾਨੂੰ ਤਾਂ ਵੈਸੇ ਘਰ ਬੈਠਿਆਂ ਨੂੰ ਪਤਾ ਵੀ ਨਹੀਂ ਸੀ ਲੱਗ ਰਿਹਾ ਵੀ ਹੋ ਕੀ ਰਿਹਾ, ਪਰ ਭੂਆ ਜੀ ਹਰਾਂ ਦੇ ਘਰੇ ਜਿਵੇਂ ਉਹ ਕਾਂਗਰਸੀ ਸੀਗੇ, ਉਹਨਾਂ ਦੇ ਆਲੇ ਦੁਆਲੇ ਜਿਵੇਂ ਆ ਕੇ ਗਵਾਂਢੀ ਬੈਠ ਗਏ। ਇੱਕ ਉਹਨਾਂ ਦਾ ਇੱਕ ਦਿਨ ਰਿਸ਼ਤੇਦਾਰ ਭੂਆ ਜੀ ਦਾ ਸੀਗਾ ਆ ਕੇ ਬਹਿ ਗਿਆ ਤਾਂ ਉਸ ਵੇਲੇ ਫੁੱਫੜ ਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸੀਗੇ, ਬਹੁਤ ਜ਼ਿਆਦਾ। ਤੇ ਉਹਨਾਂ ਨੇ ਗੱਲਾਂ 'ਚ ਕਿਹਾ, ਕਹਿੰਦੇ 1947 ਤੋਂ ਬਾਅਦ ਪਹਿਲੀ ਵਾਰ ਹਿੰਦੂਆਂ ਦੇ ਖੂਨ 'ਚ ਬਾਲ ਆਇਆ, ਵੀ ਪਹਿਲੀ ਵਾਰ ਉਹਨਾਂ ਦੀ ਅਣਖ ਜਾਗੀ ਹੈ ਵੀ ਉਹਨਾਂ ਨੇ ਆਪਣੇ ਲਈ ਵੀ ਕੁਝ ਕੀਤਾ। ਤੇ ਸਾਨੂੰ ਉਹਨਾਂ ਦੀ ਉਹ ਸੋਚ ਸੁਣ ਕੇ, ਉਹਨਾਂ ਦੀ ਗੱਲ ਸੁਣ ਕੇ ਅਸੀਂ ਹੋਰ ਜ਼ਿਆਦਾ ਡਰ ਗਏ, ਕਿਉਂਕਿ ਬਾਹਰ ਦੇ ਲੋਕੀ ਆ ਕੇ ਜੋ ਬੋਲਦੇ ਹੈ ਉਹਨਾਂ ਦੇ ਕੀ ਵਿਚਾਰ ਹੈ, ਉਹ ਕੀ ਸੋਚਦੇ ਹੈ, ਉਹ ਤਾਂ ਹੁਣ ਵੱਖਰੀ ਗੱਲ ਸੀਗੀ ਕਿਉਂਕਿ ਆਲਾ ਦੁਆਲਾ ਸਾਰਾ ਹੀ ਬਹੁਤ ਕੁਝ ਹੋ ਰਿਹਾ ਸੀਗਾ ਬਾਹਰ। ਪਰ ਉਹ ਭੂਆ ਜੀ ਜਿਨ੍ਹਾਂ ਦੇ ਨਾਲ ਇੰਨਾ ਮਤਲਬ ਦਿਲ ਦਾ ਰਿਸ਼ਤਾ ਤੇ ਜਿਹੜੇ ਇੰਨੇ ਨੇੜੇ, ਤੇ ਉਹਨਾਂ ਦਾ ਬਿਹੇਵੀਅਰ ਵੀ ਸਾਡੇ ਨਾਲ ਓਪਰਾ ਜਿਹਾ ਹੋ ਗਿਆ ਸੀ। ਕਿਤੇ ਇਹ ਚੀਜ਼ ਲੱਗੀ ਸੀ ਕਿ ਹੁਣ ਇਸੇ ਘਰ 'ਚ ਸ਼ਾਇਦ ਮਤਲਬ ਸਾਡਾ ਬਚਾਅ ਨਾ ਹੋਵੇ, ਉਲਟਾ ਸਾਡੇ ਨਾਲ ਕੁਝ ਗਲਤ ਹੋ ਸਕਦਾ, ਕਿਉਂਕਿ ਤੁਸੀਂ ਕਹਿੰਦੇ ਵੀ ਜਿਹੜੇ ਇੰਨੇ ਸ਼ਾਂਤ ਸੁਭਾਅ ਦੇ ਸੀ ਜਦੋਂ ਉਹਨਾਂ ਦੇ ਮੂੰਹੋਂ ਅਸੀਂ ਇਹੋ ਜਿਹੀ ਗੱਲ ਸੁਣੀ ਹੈ, ਡਰ ਹੋਇਆ ਮਨ ਦੇ ਵਿੱਚ? ਬਿਲਕੁਲ, ਹਾਂ, ਬਹੁਤ ਡਰੇ ਉਦੋਂ ਅਸੀਂ। ਇੱਕ ਤਾਂ ਸਭ ਤੋਂ ਡਰ ਅਸੀਂ ਤਾਂ ਵੀ ਗਏ ਕਿ ਮੇਰੀ ਮੰਮੀ ਤੇ ਅਸੀਂ ਦੋਨੋਂ ਭੈਣਾਂ, ਅਸੀਂ ਤਿੰਨੋਂ ਸੀਗੇ ਤੇ ਉਸ ਵੇਲੇ ਅਸੀਂ ਉਹਨਾਂ ਦੇ ਘਰ ਸੀਗੇ ਤਾਂ ਮਨ 'ਚ ਭੈ ਆਇਆ ਜ਼ਰੂਰ। ਅਸੀਂ ਇੰਨਾ ਡਰੇ ਸੀਗੇ ਕਿ ਸਾਨੂੰ ਜੇ ਪਹਿਲੀ ਗੱਲ ਤਾਂ ਉਹਨਾਂ ਦਿਨਾਂ 'ਚ ਭੁੱਖ ਲੱਗਦੀ ਨਹੀਂ ਸੀਗੀ, ਪਰ ਜੇ ਭੁੱਖ ਲੱਗਦੀ ਵੀ ਨਾ ਅਸੀਂ ਰੋਟੀ ਵੀ ਨਹੀਂ ਸੀ ਉਹਨਾਂ ਨੂੰ ਮੰਗਦੇ ਸੀਗੇ ਕਿ ਸਾਨੂੰ ਵੀ ਕੁਝ ਖਾਣ ਨੂੰ ਦੇ ਦਿਓ, ਕਿਉਂਕਿ ਸਾਨੂੰ ਇਹ ਸੀਗਾ ਕਿ ਪਤਾ ਨਹੀਂ ਅਸੀਂ ਇੱਥੋਂ ਜਿਉਂਦੇ ਵਾਪਸ ਜਾਵਾਂਗੇ ਕਿ ਨਹੀਂ ਜਾਵਾਂਗੇ। ਭੂਆ ਜੀ ਦਾ, ਉਹਨਾਂ ਦੇ ਘਰਦਿਆਂ ਦਾ ਬਿਹੇਵੀਅਰ ਬਹੁਤ ਬਦਲ ਗਿਆ ਸੀ, ਪਰ ਕਿਉਂਕਿ ਅਸੀਂ ਉਹਨਾਂ ਦੇ ਘਰ ਸੀਗੇ ਅਸੀਂ ਕੁਝ ਬੋਲ ਨਹੀਂ ਸੀ ਸਕਦੇ ਤੇ ਮੰਮੀ ਨੇ ਵੈਸੇ ਵੀ ਮਨਾ ਕਰਤਾ ਸੀਗਾ ਕਿ ਕੁਝ ਵੀ ਹੋ ਜੇ ਬੋਲਣਾ ਨਹੀਂ, ਤੇ ਜਦੋਂ ਵੀ ਕੋਈ ਆਵੇ ਅੰਦਰ ਵੜ ਜਾਓ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕਿਤੇ ਲੋਕਾਂ ਨੂੰ ਇਹ ਨਾ ਪਤਾ ਲੱਗ ਜਾਏ ਕਿ ਇਹਨਾਂ ਦੇ ਘਰ ਸਿੱਖ ਵੀ ਔਰਤ ਨੇ, ਉਹਦੇ ਬੱਚੇ ਨੇ, ਵੀ ਕੋਈ ਹੋਰ ਪ੍ਰੋਬਲਮ ਆ ਜਾਏ ਜਾਂ ਕੋਈ ਆਈ ਜਾਣ ਕਿਸੇ ਨੂੰ ਦੱਸ ਕੇ, ਕਿਉਂਕਿ ਜ਼ਿਆਦਾਤਰ ਜਿਹੜੇ ਘਰਾਂ 'ਚ ਹਮਲੇ ਹੋਏ ਆ ਉਹ ਆਲੇ ਦੁਆਲੇ ਦੇ ਲੋਕਾਂ ਦੇ ਦੱਸਣ ਨਾਲ ਹੀ ਹੋਇਆ। ਬਸ ਉਹ ਡਰ 3 ਦਿਨ ਇਸੇ ਡਰ ਵਿੱਚ ਰਹੇ। ਪਤਾ ਲੱਗ ਗਿਆ ਸੀਗਾ ਆਲੇ ਦੁਆਲੇ ਸਿੱਖਾਂ ਨੂੰ ਮਾਰ ਰਹੇ ਆ। ਆਜ਼ਾਦਪੁਰ ਮੰਡੀ ਦਾ ਧੂਆਂ ਜਿਹੜਾ ਉਹ ਉੱਠਦਾ ਦੇਖਿਆ। ਉਸ ਵੇਲੇ ਫੋਨ ਵੀ ਇੰਨੇ ਨਹੀਂ ਸੀਗੇ ਵੀ ਕਿਸੇ ਤੋਂ ਪਤਾ ਲੱਗਦਾ, ਕੁਝ ਘੱਟ ਸੀਗੇ ਫੋਨ। ਮੈਨੂੰ ਲੱਗਦਾ ਤੀਜੇ ਚੌਥੇ ਕੁ ਦਿਨ ਫਿਰ ਮੰਮੀ ਨੇ ਕਹਿਣਾ ਸ਼ੁਰੂ ਕੀਤਾ ਵੀ ਅਸੀਂ ਆਪਣੇ ਘਰ ਜਾਣਾ, ਵੀ ਉੱਥੇ ਜਾ ਕੇ ਰਹਾਂਗੇ, ਕਿਉਂਕਿ ਸਾਡਾ ਉਹਨਾਂ ਦੇ ਘਰ ਰਹਿ ਕੇ ਵੀ ਮਤਲਬ ਸਾਨੂੰ ਕੰਫਰਟੇਬਲ ਫੀਲ ਨਹੀਂ ਸੀ ਹੋ ਰਿਹਾ। ਕਿਤੇ ਨਾ ਕਿਤੇ ਉਹ ਜਿਹੜਾ ਮਾਹੌਲ ਬਦਲਿਆ ਸੀ ਜਾਂ ਉਹਨਾਂ ਦੇ ਸੁਭਾਅ 'ਚ ਜਿਹੜੀ ਤਬਦੀਲੀ ਆਈ ਆ ਉਹ ਜ਼ਰੂਰ ਮਨ ਦੇ ਵਿੱਚ ਡਰ ਪਿਆ। ਬਿਲਕੁਲ, ਬਹੁਤ ਡਰ ਸੀਗਾ। ਹਾਲਾਂਕਿ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਾਲ ਬਹੁਤ ਕੰਫਰਟੇਬਲ ਰਹਿਣ, ਪਰ ਉਹ ਗੱਲਾਂ ਉਹ ਆਪਸ 'ਚ ਕਰਦੇ ਸੀਗੇ, ਪਰ ਸਾਨੂੰ ਇੰਝ ਲੱਗਦਾ ਹੁੰਦਾ ਸੀਗਾ ਕਿ ਜਿਵੇਂ ਸਾਨੂੰ ਟਾਰਗੇਟ ਕਰਕੇ ਗੱਲ ਕੀਤੀ ਜਾ ਰਹੀ ਹੈ। ਭਾਵੇਂ ਉਹ ਹੋ ਸਕਦਾ ਉਹਨਾਂ ਦਾ ਆਪਣਾ ਇਹੋ ਜਿਹੀ ਸੋਚ ਵੀ ਨਾ ਹੋਵੇ, ਉਹ ਆਮ ਆਪਣੇ ਇੱਕ ਨਜ਼ਰੀਏ ਨਾਲ ਦੇਖ ਰਹੇ ਸੀਗੇ ਕਿ ਇੰਦਰਾ ਗਾਂਧੀ ਨੂੰ ਮਾਰਿਆ ਕਿਉਂਕਿ ਉਹ ਕਾਂਗਰਸੀ ਸੀਗੇ, ਉਸ ਹਿਸਾਬ ਨਾਲ ਉਹਨਾਂ ਨੂੰ ਦਰਦ ਬਹੁਤ ਹੋ ਰਿਹਾ ਸੀਗਾ। ਪਰ ਇੱਕ ਗੱਲ ਇਹ ਵੀ ਨਹੀਂ ਸਮਝ ਆਈ ਕਿ ਇੰਦਰਾ ਗਾਂਧੀ ਸਿਰਫ ਹਿੰਦੂਆਂ ਦੀ ਕਦੋਂ ਤੋਂ ਹੋ ਗਈ? ਵੀ ਇੰਦਰਾ ਗਾਂਧੀ ਇੱਕ ਪ੍ਰਧਾਨ ਮੰਤਰੀ ਹੈ ਤੇ ਸਿੱਖ ਔਰ ਹਿੰਦੂ ਦਾ ਤਾਂ ਉਸ ਵੇਲੇ ਕੋਈ ਇਹੋ ਜਿਹਾ ਮਸਲਾ ਹੀ ਨਹੀਂ ਸੀਗਾ। ਸਿਰਫ 2 ਬਾਡੀਗਾਰਡਸ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੇ ਉਹਨਾਂ ਦੋਨਾਂ ਕਰਕੇ ਮਤਲਬ ਤੁਸੀਂ ਹਜ਼ਾਰਾਂ ਲੱਖਾਂ ਸਿੱਖਾਂ ਨੂੰ ਮਾਰਤਾ, ਮੌਤ ਦੇ ਘਾਟ ਉਤਾਰਤਾ। ਇਹ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਇਹੋ ਜਿਹੀ ਚੰਗੀ ਸੋਚ ਸੀਗੀ ਜਾਂ ਕੋਈ ਨਿਆਂ ਸੀਗਾ ਵੀ ਜੋ ਵੀ ਇੰਦਰਾ ਗਾਂਧੀ ਨੇ ਉਹਨੂੰ ਜੇ ਮਾਰਿਆ ਉਹਦੇ ਸਿੱਖਾਂ ਬਾਡੀਗਾਰਡਸ ਨੇ, ਉਹਦੇ ਪਿੱਛੇ ਇੱਕ ਵੱਖਰੀ ਇੱਕ ਪਿਛਲੇ ਸਮੇਂ ਦਾ ਇੱਕ ਕਾਰਨ ਸੀ। ਹਾਂ, ਅਸੀਂ ਕਹਿ ਸਕਦੇ ਹਾਂ ਕਿ ਲੜਾਈ
ਸੱਤਾ ਤੇ ਸਿੱਖਾਂ ਦੀ ਸੀ, ਬਿਲਕੁਲ, ਹਨਾ, ਜਿਸ ਨੂੰ ਬਿਲਕੁਲ। ਹਿੰਦੂ ਤੇ ਸਿੱਖਾਂ ਦੀ ਬਣਾ ਕੇ ਹਾਂ। ਪੇਸ਼ ਕਰ ਦਿੱਤਾ ਗਿਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਉਹ ਭੀੜ ਆਉਂਦੀ ਸੀ ਲੋਕਾਂ ਨੂੰ ਮਾਰਨ ਲਈ, ਇੱਕ ਦੋ ਇੰਟਰਵਿਊਜ਼ ਜਿਹੜੀਆਂ ਮੈਂ 84 ਬਾਰੇ ਪਿਛਲੇ 2-3 ਦਿਨਾਂ ਦੇ ਵਿੱਚ ਦੇਖੀਆਂ, ਉਹਨਾਂ ਤੋਂ ਸਾਫ਼ ਕਲੀਅਰ ਹੁੰਦਾ ਹੈ ਕਿ ਉਸ ਸਮੇਂ ਦੇ ਪੱਤਰਕਾਰ ਤਵਲੀਨ ਸਿੰਘ, ਰਾਹੁਲ ਬੇਦੀ, ਜਾਂ ਉਸ ਟਾਈਮ ਜਿਹੜੇ ਅਸ਼ੋਕ ਵਾਹੀ ਜਿਹੜੇ ਫੋਟੋਗ੍ਰਾਫਰ ਸੀ ਜਿਨ੍ਹਾਂ ਨੇ ਉਸ ਸਮੇਂ ਦੀਆਂ ਫੋਟੋਆਂ ਖਿੱਚੀਆਂ, ਉਹ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਉਹ ਭੀੜ ਦਿੱਲੀ ਦੀ ਭੀੜ ਨਹੀਂ ਸੀ, ਉਹ ਭੀੜ ਸੀ ਜਿਹੜੀ ਬਾਹਰੋਂ ਇੱਕ ਗੁੰਡਿਆਂ ਦੀ ਭੀੜ ਜਿਹੜੀ ਟ੍ਰੇਨਾਂ ਭਰ ਕੇ ਦਿੱਲੀ ਲਿਆਂਦੀ ਗਈ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਪਦਾਰਥ ਤੁਸੀਂ ਕਹਿੰਦੇ ਹੋ ਕਿ ਚਿੱਟੇ ਰੰਗ ਦਾ ਪਾਊਡਰ ਹੈ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਗਿਆ, ਉਹਨਾਂ ਨੂੰ ਦੇਸੀ ਹਥਿਆਰ ਦਿੱਤੇ ਗਏ, ਉਹਨਾਂ ਨੂੰ ਡੀਜ਼ਲ ਪੈਟਰੋਲ ਦਿੱਤਾ ਗਿਆ, ਤੇ ਉਸ ਭੀੜ ਤੋਂ ਇੱਕ ਸੋਚਿਆ ਸਮਝਿਆ ਹਾਦਸਾ ਜਿਹੜਾ ਉਹ ਕਰਵਾਇਆ ਗਿਆ ਨਾ। ਤੁਸੀਂ ਜੇ ਦੇਖੋ ਕਿ ਸਿਰਫ ਦਿੱਲੀ ਨਹੀਂ, ਆਲੇ ਦੁਆਲੇ ਵੀ ਸਾਰਿਆਂ ਦੇ ਮਾਰਨ ਦਾ ਸਿੱਖਾਂ ਨੂੰ ਢੰਗ ਇੱਕੋ ਵਰਗਾ ਸੀ। ਹਾਂਜੀ, ਜਿਵੇਂ ਅਸੀਂ ਬਾਅਦ ਵਿੱਚ ਵੀ ਦੇਖੀਏ, ਉਹਨਾਂ ਦੀ ਪੱਗਾਂ ਲਾਹਣੀਆਂ, ਉਹਨਾਂ ਦੇ ਕੇਸ ਬੰਨ੍ਹਣੇ, ਗਲਾਂ 'ਚ ਟਾਰ ਪਾਉਣੇ, ਅੱਗ ਲਾਉਣੀ ਉਹਨਾਂ ਨੂੰ, ਜਾਂ ਘਰਾਂ ਦੀ ਤੋੜ ਫੋੜ, ਮਤਲਬ ਜਿੰਨਾ ਵੀ ਮੌਬ ਸੀਗਾ ਨਾ, ਉਹਨਾਂ ਸਾਰਿਆਂ ਦੇ ਹੱਥ ਵਿੱਚ ਹੀ ਹਥਿਆਰ ਸੀਗੇ। ਆਈ ਥਿੰਕ ਅਸੀਂ ਆਪਣੇ ਘਰਾਂ 'ਚ ਦੇਖ ਲਈਏ ਕਿੰਨਾ ਕੁ ਹੁੰਦਾ ਸਾਡੇ ਕੋਲ। ਤੇ ਪਰ ਆਮ ਜੇ ਤੁਸੀਂ ਇਹ ਵੀ ਦੇਖੋ ਕਿ ਸਾਡੇ ਜਿਹੜੇ ਗਵਾਂਢੀ ਨੇ, ਜੇ ਉਹ ਕਿਸੇ ਗੱਲੋਂ ਗੁੱਸਾ ਨੇ ਨਾ, ਤੇ ਉਹਨਾਂ ਦਾ ਗੁੱਸਾ ਉਹਨਾਂ ਦੇ ਚਿਹਰੇ 'ਤੇ ਨਜ਼ਰ ਆ ਜਾਏਗਾ, ਉਹ ਕੁਝ ਬੋਲ ਦੇਣਗੇ ਗੁੱਸੇ ਵਿੱਚ, ਹੈ ਨਾ। ਪਰ ਗੁੱਸੇ ਵਿੱਚ ਆ ਕੇ ਮਾਰ ਦੇਣਾ, ਇਹ ਗਵਾਂਢੀਆਂ 'ਚ ਆਪਸ 'ਚ ਕਦੇ ਨਹੀਂ ਹੁੰਦਾ। ਉਹ ਭੀੜ ਹੀ ਇਹੋ ਜਿਹੀ ਸੀਗੀ ਕਿ ਜਿਹੜੇ ਪੜੋਸੀ ਰਾਜਾਂ ਤੋਂ, ਵੈਸੇ ਮੈਨੂੰ ਤਾਂ ਇਸ ਕਹਿਣ 'ਚ ਵੀ ਕੋਈ ਡਰ ਨਹੀਂ ਹੈ ਕਿ ਹਰਿਆਣੇ ਵਾਲੇ ਪਾਸੇ ਦੇ ਹੀ ਲੋਕ ਸੀਗੇ ਜਿਨ੍ਹਾਂ ਨੇ ਆ ਕੇ ਉਸ ਵੇਲੇ ਸਿੱਖਾਂ ਨੂੰ ਮਾਰਿਆ, ਕਿਉਂਕਿ ਨਾਂਗਲੋਈ ਜਾਂ ਹੋਰ ਇਲਾਕੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਸੀਗੇ, ਉੱਥੇ ਤਾਂ ਸਿੱਖਾਂ ਨੂੰ ਬੁਰੀ ਤਰ੍ਹਾਂ ਹੀ ਮਾਰਤਾ ਉਹਨਾਂ ਨੇ। ਤਰਲੋਕਪੁਰੀ 'ਚ ਕਿਹਾ ਗਿਆ ਕਿ 250-300 ਦੇ ਕਰੀਬ ਜਿਹੜੇ ਸਿੱਖ ਪਰਿਵਾਰ ਸੀ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਿਸ਼ਾਨਾ ਮਰਦਾਂ ਨੂੰ ਬਣਾਇਆ ਜਾਂਦਾ ਸੀ। ਤੇ ਤਵਲੀਨ ਸਿੰਘ ਹੋਣਾ ਦਾ ਕਹਿਣਾ ਹੈ ਕਿ ਉੱਥੇ ਸਿਰਫ 6 ਜਿਹੜੇ ਮਰਦ ਸਿੱਖ ਨੇ ਉਹ ਬਚੇ ਸੀ, ਤੇ ਲਾਸ਼ਾਂ ਦੇ ਢੇਰ ਸੀ। ਜਦੋਂ ਉਹ ਉਸ ਤੋਂ ਬਾਅਦ ਉਹਨਾਂ ਗਲੀਆਂ ਦੇ ਵਿੱਚ ਗਏ, ਤਰਲੋਕਪੁਰੀ ਦੀਆਂ ਗਲੀਆਂ 'ਚ, ਤਾਂ ਉਹਨਾਂ ਦਾ ਕਹਿਣਾ ਸੀ ਕਿ ਪੈਰ ਰੱਖਣ ਨੂੰ ਥਾਂ ਨਹੀਂ ਸੀ। ਬਿਲਕੁਲ, ਨਾ ਬਹੁਤ ਸਾਰੇ ਲੋਕਾਂ ਨੂੰ ਜਿਉਂਦਿਆਂ ਹੀ ਅੱਧਮੋਇਆਂ ਨੂੰ ਵੀ ਟਰੱਕਾਂ ਦੇ ਵਿੱਚ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਬਿਲਕੁਲ। 3 ਦਿਨ ਤੁਸੀਂ ਭੂਆ ਜੀ ਦੇ ਘਰ ਰਹਿੰਦੇ ਹੋ, ਉਸ ਤੋਂ ਬਾਅਦ ਆਪਣੇ ਘਰ ਆਉਂਦੇ ਹੋ। ਹਾਂਜੀ। ਉੱਥੇ ਉਹ ਮੰਜ਼ਰ ਕਿਵੇਂ ਦਾ ਸੀਗਾ? ਆਪਣੇ ਘਰ ਕਿਵੇਂ ਪਹੁੰਚਦੇ ਹੋ? ਆਪਣੇ ਘਰ ਜਦੋਂ ਮੰਮੀ ਨੇ ਕਿਹਾ ਕਿ ਅਸੀਂ ਆਪਣੇ ਘਰ ਜਾਣਾ ਹੈ, ਹਾਂਜੀ, ਤਾਂ ਭੂਆ ਜੀ ਨੇ ਸ਼ੰਕਰ ਨੂੰ ਕਹਿਤਾ ਵੀ ਇਹਨਾਂ ਨੂੰ ਮਾਡਲ ਟਾਊਨ ਛੱਡ ਆਓ। ਤੇ ਸ਼ੰਕਰ ਨਾਲ ਜਾਣ ਤੋਂ ਮੰਮੀ ਵੀ ਡਰੇ, ਕਿਉਂਕਿ ਜੋ ਪਿਛਲੇ 3 ਦਿਨਾਂ ਅਸੀਂ ਉਹਨੂੰ ਦੇਖਿਆ ਸੀਗਾ, ਉਹ ਤਾਂ ਪਤਾ ਨਹੀਂ ਲੋਕਾਂ ਨੂੰ ਮਾਰ ਕੇ ਵੀ ਆਇਆ ਹੋਵੇ, ਕਿਉਂਕਿ ਸਮਾਨ ਮੰਡੀ ਲੁੱਟ ਕੇ ਲਿਆਇਆ, ਕਿੰਨਾ ਹੀ ਫਰੂਟ, ਘਿਓ, ਭਾਂਡੇ, ਕਿੰਨਾ ਕੁਛ ਨਹੀਂ ਉਹ ਲੁੱਟ ਕੇ ਲਿਆਇਆ। ਤੁਰਨ ਲੱਗਿਆ ਭੂਆ ਜੀ ਮੰਮੀ ਨੂੰ ਦੇਣ ਲੱਗੇ ਫਰੂਟ ਤੇ ਉਹ ਘਿਓ, ਤੇ ਮੰਮੀ ਨੇ ਤਾਂ ਘੂਰੀ ਵੱਟਤੀ, ਕਿਉਂਕਿ ਅਸੀਂ ਕਿਵੇਂ ਆਪਣੇ ਸਾਨੂੰ ਹੀ ਲੋਕਾਂ ਨੂੰ ਮਾਰ ਕੇ ਤੁਸੀਂ ਉਹ ਸਾਨੂੰ ਸਮਾਨ ਦੇ ਰਹੇ ਹੋ। ਖੈਰ ਭੂਆ ਜੀ ਸਮਝ ਕੇ ਬੋਲੇ ਨਹੀਂ, ਪਰ ਭੂਆ ਜੀ ਨੇ ਇੰਨਾ ਕਹਿ ਤਾ ਕਿ ਵਫਾਦਾਰ ਨੌਕਰ ਹੈ, ਤੁਹਾਨੂੰ ਚੰਗੀ ਤਰ੍ਹਾਂ ਘਰੇ ਸੁਰੱਖਿਅਤ ਛੱਡ ਕੇ ਆਊਗਾ। ਸਾਡੇ ਨਾਲ ਗਿਆ ਉਹ ਮਾਡਲ ਟਾਊਨ। ਉਸ ਵੇਲੇ ਕੀ ਸੀਗਾ ਕਿ ਡੈਡੀ ਮੇਰੇ ਬਹੁਤ ਛੋਟੇ ਸੀਗੇ ਜਦੋਂ ਕਿ ਉਹ ਦਿੱਲੀ ਚਲੇ ਗਏ ਸੀ। ਮੇਰੇ ਤਾਇਆ ਜੀ ਤਾਈ ਜੀ ਉਹ ਮਾਡਲ ਟਾਊਨ ਹੀ ਰਹਿੰਦੇ ਸੀਗੇ। ਡੈਡੀ ਮਿਹਨਤੀ ਬਹੁਤ ਸੀਗੇ, ਗੱਡੀਆਂ ਦਾ ਕੰਮ ਸੀਗਾ ਸਾਡਾ, ਸ਼ੁਰੂ ਤੋਂ ਟੈਕਸੀਆਂ ਸਕੂਲਾਂ ਵਿੱਚ ਲੱਗੀਆਂ ਹੋਈਆਂ ਸੀ, ਅਤੇ ਡੈਡੀ ਨੇ ਪੈਸਾ ਬਹੁਤ ਕਮਾਇਆ, ਘਰ ਖਰੀਦ ਲਿਆ ਉੱਥੇ ਆਪਣਾ। ਅਤੇ ਡੈਡੀ ਅਨਮੈਰਿਡ ਸੀਗੇ। ਤਾਈ ਜੀ ਨੇ ਕਿਹਾ ਵੀ ਜਦੋਂ ਤੇਰਾ ਵਿਆਹ ਹੋਊਗਾ ਵੀ ਤੇਰੇ ਨਾਲ ਲਵਾ ਦਾਂਗੇ ਘਰ, ਪਰ ਫਿਰ ਚਲੋ ਘਰ ਦੀ ਸੀਗੀ ਗੱਲ ਵੀ ਉਹਨਾਂ ਨੇ ਨਹੀਂ ਲਵਾਈ। ਡੈਡੀ ਇਸ ਗੱਲੋਂ ਕਿ ਲੋਕੀ ਭਰਾਵਾਂ ਦਾ ਝਗੜਾ ਨਾ ਦੇਖਣ, ਉਸ ਘਰ ਨੂੰ ਛੱਡ ਕੇ ਕਿਰਾਏ ਦੇ ਘਰ 'ਚ ਆ ਗਏ। ਉਹਨਾਂ ਨੂੰ ਬਹੁਤ ਸੀਗਾ ਸ਼ੁਰੂ ਤੋਂ ਕਿ ਚੰਗਾ ਆਲਾ ਦੁਆਲਾ ਬੱਚੇ ਲਈ ਚੰਗਾ ਹੈ, ਕਿਉਂਕਿ ਬੱਚੇ ਦਾ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ ਜੇ ਤੁਸੀਂ ਚੰਗੀ ਲੋਕੈਲਿਟੀ 'ਚ ਰਹਿੰਦੇ ਹੋ। ਅਸੀਂ ਮਾਡਲ ਟਾਊਨ 'ਚ ਹੀ ਰਹਿੰਦੇ ਸੀਗੇ, ਪੌਸ਼ ਏਰੀਆ ਸੀਗਾ ਉਸ ਵੇਲੇ ਦਿੱਲੀ ਦਾ ਉਹ ਸਭ ਤੋਂ ਜ਼ਿਆਦਾ। ਅਤੇ ਜਿਹੜੇ ਘਰ 'ਚ ਅਸੀਂ ਰਹਿੰਦੇ ਸੀਗੇ ਉਹ ਜਿਵੇਂ ਚੌਰਸ, ਜਿਵੇਂ ਅੰਦਰ ਪੂਰਾ ਵਿਹੜਾ ਐਵੇਂ ਸੀਗੇ, ਚਾਰੋਂ ਪਾਸੇ ਘਰ ਮਤਲਬ ਰੂਮਸ ਬਣੇ ਹੋਏ। ਇੱਕ ਪਾਸੇ ਅਸੀਂ ਸੀਗੇ ਸਿੱਖ ਫੈਮਿਲੀ, ਜਿਵੇਂ ਸਾਡੇ ਨਾਲ ਇੱਕ ਹਿੰਦੂ ਫੈਮਿਲੀ,
ਸਾਹਮਣੇ ਈਸਾਈਆਂ ਦਾ ਪਰਿਵਾਰ ਸੀਗਾ ਇੱਕੋ ਵਿਹੜੇ 'ਚ, ਤੇ ਜਿਹੜੀ ਮਕਾਨ ਮਾਲਕਣ ਸੀਗੀ ਉਹ ਝਾਂਗੀ ਸੀਗੀ, ਔਰਤ ਵਿਡੋ ਸੀਗੀ, ਦੋਹਤਾ ਰੱਖਿਆ ਹੋਇਆ ਸੀ ਉਹਨੇ ਆਪਣਾ। ਤੇ ਜਦੋਂ ਅਸੀਂ ਘਰ ਗਏ ਉਹ ਸਾਰੇ ਸਾਨੂੰ ਦੇਖ ਕੇ ਬੜੇ ਹੈਰਾਨ, ਤੇ ਪੈਂਦੇ ਸੱਟੇ ਉਹਨਾਂ 'ਚੋਂ ਇੱਕ ਬੋਲਿਆ ਤੇ ਕਹਿੰਦਾ ਅੱਜ ਅਸੀਂ ਸ਼ਾਮ ਤੱਕ ਵੇਖਣਾ ਸੀ ਵੀ ਸਾਨੂੰ ਲੱਗਿਆ ਕਿ ਤੁਸੀਂ ਤਿੰਨੋਂ ਮਰ ਗਏ ਹੋਵੋਗੇ, ਵੀ ਅੱਜ ਅਸੀਂ ਤੁਹਾਡਾ ਸਮਾਨ ਵੰਡ ਲੈਣਾ ਸੀ। ਤੇ ਇੱਕਦਮ ਉਦੋਂ ਵੀ ਅਸੀਂ ਡਰ ਗਏ ਕਿਉਂਕਿ ਆਲੇ ਦੁਆਲੇ ਵੀ ਸਾਰੇ ਮੁਹੱਲੇ ਵਾਲੇ ਆ ਗਏ ਸੀਗੇ। ਪਰ ਉਸ ਵੇਲੇ ਸ਼ੰਕਰ ਦਾ ਰੋਲ ਕੁਝ ਹੋਰ ਹੀ ਨਿਕਲਿਆ ਸਾਹਮਣੇ, ਤੇ ਉਹਨੇ ਬੜੀ ਗੜਕ ਕੇ ਕਿਹਾ ਸਾਰਿਆਂ ਨੂੰ, ਕਹਿੰਦੇ ਇਹਨਾਂ ਦਾ ਬਾਲ ਵੀ ਬਾਂਕਾ ਹੋ ਗਿਆ ਤਾਂ ਸਾਰੇ ਮੁਹੱਲੇ ਨੂੰ ਅੱਗ ਲਾ ਕੇ ਫੂਕ ਦੂੰ, ਵੀ ਜੇ ਕਿਸੇ ਨੇ ਇਹਨਾਂ ਨੂੰ ਕੁਝ ਕਿਹਾ ਵੀ ਤਾਂ। ਉਹ ਦੇਖਣ ਨੂੰ ਗੁੰਡਾ ਟਾਈਪ ਹੀ ਲੱਗਦਾ ਸੀਗਾ ਬਹੁਤ, ਤੇ ਸਾਰੇ ਡਰ ਕੇ ਆਪਣੋ ਆਪਣੇ ਘਰੇ ਚਲੇ ਗਏ। ਤਾਂ ਮਤਲਬ ਉਹਨੇ ਉਸ ਵੇਲੇ ਸਾਨੂੰ ਉੱਥੇ ਸਹਾਰਾ ਵੀ ਦਿੱਤਾ। ਤੇ ਇਹ ਗੱਲ ਉਸ ਵੇਲੇ ਸਾਡੇ ਬੱਚਿਆਂ ਲਈ ਸਮਝਣੀ ਔਖੀ ਸੀ ਵੀ ਜਿਹੜਾ ਪਹਿਲਾਂ ਸਾਰੇ ਸਿੱਖਾਂ ਨੂੰ ਮਾਰ ਰਿਹਾ, ਲੁੱਟ ਰਿਹਾ, ਤੇ ਉਹ ਇੱਥੇ ਸਾਡਾ ਰਕਸ਼ਕ ਬਣਿਆ ਹੋਇਆ, ਵੀ ਇੱਥੇ ਸਾਡੀ ਰੱਖਿਆ ਕਰ ਰਿਹਾ। ਖੈਰ ਉਹ ਮਤਲਬ ਅਸੀਂ ਘਰ 'ਚ ਛੱਡ ਕੇ ਫਿਰ ਬਾਅਦ ਵਿੱਚ ਵੀ ਉਹ ਗੇੜੇ ਮਾਰਦਾ ਰਿਹਾ ਟਾਈਮ ਟੂ ਟਾਈਮ ਵੀ ਇਹ ਠੀਕ ਰਹਿਣ। ਤੇ ਉੱਥੇ ਆ ਕੇ ਪਰ ਲੋਕਾਂ ਜਿਹੜੇ ਆਲੇ ਦੁਆਲੇ ਸਾਡੇ ਗਵਾਂਢੀ ਸੀਗੇ ਸਾਰੇ, ਜਿਨ੍ਹਾਂ ਨਾਲ ਕਿੰਨੇ ਸਾਲਾਂ ਤੋਂ ਅਸੀਂ ਇਕੱਠੇ ਰਹਿ ਰਹੇ ਸੀਗੇ, ਮਤਲਬ ਉਹਨਾਂ ਨੇ ਵੀ ਨਹੀਂ ਸਾਨੂੰ ਬੁਲਾਇਆ, ਸਾਡੇ ਨਾਲ ਗੱਲ ਹੀ ਨਹੀਂ ਕੀਤੀ ਕਿਸੇ ਨੇ। ਅਸੀਂ ਬੱਚੇ ਸੀਗੇ, ਅਸੀਂ ਚਾਈਂ ਭੱਜੇ ਫਿਰੀਏ ਵੀ ਅਸੀਂ ਉਹਨਾਂ ਨੂੰ ਮਿਲੀਏ ਵੀ। ਪਤਾ ਕਿ ਉਸ ਵੇਲੇ ਅਸੀਂ ਭਾਲ ਰਹੇ ਸੀਗੇ ਕਿ ਕੋਈ ਸਾਨੂੰ ਪਿਆਰ ਨਾਲ ਬੁਲਾਏ, ਕੋਈ ਸਾਡੇ ਨਾਲ ਚੰਗਾ ਜਿਹਾ ਬਿਹੇਵ ਕਰੇ। ਸਾਨੂੰ ਇਹ ਲੱਗਦਾ ਸੀ ਕਿ ਜਿਵੇਂ ਸਾਰੇ ਸਾਨੂੰ ਪਰੇ ਤੱਕ ਰਹੇ ਹੈ। ਇਹ ਚੀਜ਼ ਮਨ 'ਚ ਬਹੁਤ ਜ਼ਿਆਦਾ ਇੱਕ ਡਰ ਜਿਹਾ ਪੈਦਾ ਹੋ ਰਿਹਾ ਸੀਗਾ ਉਸ ਵੇਲੇ। ਤੇ ਦੂਜਾ ਉੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਕਿਉਂਕਿ ਮਾਡਲ ਟਾਊਨ ਰਹਿੰਦੇ ਸੀਗੇ, ਜਗਦੀਸ਼ ਟਾਈਟਲਰ ਤੇ HKL ਭਗਤ, ਜਿਹੜੇ ਕਿ 3 ਨਾਂ ਉਸ ਵੇਲੇ ਦੇ ਮੰਨੇ ਜਾਂਦੇ ਸੀਗੇ, ਸੱਜਣ ਕੁਮਾਰ। ਤੇ ਜਗਦੀਸ਼ ਟਾਈਟਲਰ ਸਾਡੇ ਘਰ ਤੋਂ ਥੋੜ੍ਹੀ ਦੂਰ ਹੀ ਸੀਗਾ, ਤੇ HKL ਭਗਤ ਦਾ ਤਾਂ ਸਾਡੀ ਗਲੀ ਦਾ ਮੁੜ ਕੇ ਉਹਨਾਂ ਦਾ ਘਰ ਸੀਗਾ, HKL ਭਗਤ ਦਾ। ਤੇ ਫਿਰ ਸਾਨੂੰ ਇਹ ਲੱਗਿਆ ਕਿ ਅਸੀਂ ਆ ਤਾਂ ਗਏ ਵੀ ਪਤਾ ਨਹੀਂ ਇੱਥੇ ਅਸੀਂ ਹੁਣ ਕਿ ਜੇ ਕਿਤੇ ਫੇਰ ਕੁਝ ਹੋ ਗਿਆ ਵੀ ਅਸੀਂ ਸੁਰੱਖਿਅਤ ਰਹਾਂਗੇ ਜਾਂ ਕੀ ਬਣੂਗਾ। ਡਰ ਬਹੁਤ ਸੀਗਾ, ਬਹੁਤ ਜ਼ਿਆਦਾ ਸਹਿਮ, ਮਤਲਬ ਸਾਨੂੰ ਲੱਗਦਾ ਸੀਗਾ ਕਿ ਅਸੀਂ ਤਿੰਨੋਂ ਜਣੀਆਂ ਇਕੱਲੀਆਂ। ਮੰਮੀ ਜ਼ਿਆਦਾ ਡਰਦੇ ਸੀ, ਕੋਈ ਮਰਦ ਵੀ ਹਾਂ ਘਰ 'ਚ ਕੋਈ ਹੈ ਨਹੀਂ ਸੀਗਾ, ਤੇ ਡਰ ਬਹੁਤ ਸੀਗਾ। ਇੱਕ ਪਤਾ ਨਹੀਂ ਸੀ ਲੱਗ ਰਿਹਾ ਕਿ ਬਾਕੀ ਜਿਹੜੇ ਰਿਸ਼ਤੇਦਾਰ ਹੈ ਉਹ ਕਿਵੇਂ ਹੈ, ਉਹਨਾਂ ਦਾ ਕੀ ਹਾਲ ਹੋਇਆ ਹੋਊਗਾ, ਕਿ ਸਿਰਫ ਇੱਥੇ ਹੀ ਵੀ ਇੰਨੀ ਪ੍ਰੋਬਲਮ ਹੋਈ ਹੈ, ਵੀ ਬਾਕੀ ਥਾਵਾਂ 'ਤੇ ਕੀ ਹਾਲ ਹੋਊਗਾ। ਮਤਲਬ ਇਹੀ ਉਧੇੜ-ਬੁੰਜੀ ਸਾਰਾ ਦਿਨ ਰਹਿੰਦੀ ਸੀ। ਰਿਸ਼ਤੇਦਾਰਾਂ 'ਚ ਹੋਰ ਕੌਣ ਸੀ ਜਿਹੜਾ ਤੁਹਾਡਾ ਉਸ ਸਮੇਂ ਦਿੱਲੀ 'ਚ ਰਹਿ ਰਿਹਾ ਸੀ? ਉਸ ਵੇਲੇ ਮਾਡਲ ਟਾਊਨ ਤੋਂ ਥੋੜ੍ਹੀ ਨੇੜੇ ਹੀ ਮੇਰੇ ਤਾਇਆ ਜੀ ਦਾ ਬੇਟਾ ਸੀਗਾ, ਅਜੈਬ ਵੀਰ ਜੀ ਅਸੀਂ ਕਹਿੰਦੇ ਸੀਗੇ, ਤੇ ਭਾਬੀ ਜੀ ਉਹਨਾਂ ਦੇ ਬੱਚੇ, ਉਹ ਨਾਲ ਹੀ ਰੇਸ਼ਮ ਨਗਰੀ ਸੀਗੀ ਮਾਡਲ ਟਾਊਨ ਦੇ ਥੋੜ੍ਹੀ ਨੇੜੇ ਹੀ, ਤੇ ਉਹ ਉੱਥੇ ਰਹਿੰਦੇ ਸੀਗੇ। ਤਾਂ ਮੰਮੀ ਹੁਣ ਕੀ ਕਰਦੇ ਸੀਗੇ ਕਿ ਸਾਨੂੰ ਕਿਤੇ ਬਾਹਰ ਵੀ ਨਹੀਂ ਸੀ ਜਾਣ ਦਿੰਦੇ ਇਕੱਲਿਆਂ, ਤੇ ਸਾਨੂੰ ਘਰ ਵੀ ਨਹੀਂ ਸੀ ਛੱਡ ਕੇ ਜਾਣਾ ਚਾਹੁੰਦੇ। ਉਹਨਾਂ ਨੂੰ ਇਹੀ ਰਹਿੰਦਾ ਸੀਗਾ ਵੀ ਕਿਤੇ ਮੈਂ ਗਈ ਪਿੱਛੋਂ ਕੋਈ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਦੇ। ਦੂਜਾ ਉਹਨਾਂ ਨੂੰ ਲੱਗਦਾ ਸੀਗਾ ਕਿ ਕੁੜੀਆਂ, ਅਸੀਂ ਬਲਕਿ ਕਹਿਣਾ ਕੁਛ ਨਹੀਂ ਹੁੰਦਾ, ਅਸੀਂ ਆਪਣੇ ਘਰ 'ਚ ਹੈ, ਪਰ ਉਹ ਨਹੀਂ। ਫਿਰ ਮੰਮੀ ਸਾਨੂੰ ਦੋਨਾਂ ਨੂੰ ਲੈ ਕੇ ਅਜੈਬ ਵੀਰ ਜੀ ਦੇ ਘਰ ਗਏ, ਤਾਂ ਉੱਥੇ ਠੀਕ ਸੀਗਾ ਉਹਨਾਂ ਦਾ ਸਾਰਾ ਕੁਝ, ਬੜਾ ਵਧੀਆ। ਫਿਰ ਭਾਬੀ ਜੀ ਨੇ ਦੱਸਿਆ, ਪਹਿਲੀ ਗੱਲ ਤਾਂ ਉਹ ਇੱਕ ਦੂਜੇ ਨੂੰ ਦੇਖ ਕੇ ਰੋਏ ਬਹੁਤ, ਕਿਉਂਕਿ ਉਸ ਵੇਲੇ ਇਹੀ ਬਹੁਤ ਸੀਗਾ ਕਿ ਵੀ ਸਾਡੇ ਜਿਨ੍ਹਾਂ ਕੋਲ ਅਸੀਂ ਜਾ ਰਹੇ ਹਾਂ ਵੀ ਇਹ ਜਿਉਂਦੇ ਹੈ, ਇਹ ਠੀਕ ਹੈ। ਤੇ ਦੂਜੀ ਗੱਲ ਇਹ ਹੈ ਕਿ ਜਦੋਂ 3-4 ਦਿਨ ਇਹ ਕੰਮ ਚੱਲਿਆ, ਇਹ ਕਤਲੇਆਮ ਹੁੰਦਾ ਰਿਹਾ, ਤਾਂ ਉਸ ਵੇਲੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੋਈ ਫੋਨ ਵੀ ਨਹੀਂ ਸੀ ਹੁੰਦੇ, ਹੈ ਨਾ, ਇਹ ਨਹੀਂ ਸੀ ਕਿ ਤੁਸੀਂ ਕਿਸੇ ਦੀ ਵੀ ਸੁੱਖ ਸਾਂਦ ਹੈ ਤੁਸੀਂ ਫੋਨ ਕਰੋ ਤਾਂ ਪੁੱਛ ਲਓ। ਮਤਲਬ ਉਹ ਮਿਲ ਕੇ ਹੀ ਤੁਹਾਨੂੰ ਜਦੋਂ ਪਤਾ ਲੱਗੇ ਵੀ ਹਾਂ ਜੀ ਸਹੀ ਸਲਾਮਤ ਨੇ, 4-5 ਦਿਨ ਤੁਹਾਡੇ ਮਨ ਦੇ ਵਿੱਚ ਕਿੰਨੇ ਭੈੜੇ ਖਿਆਲ ਆਉਂਦੇ ਰਹੇ ਹੋਣਗੇ। ਤੇ ਉਹ ਜ਼ਾਹਿਰ ਜੀ ਗੱਲ ਹੈ ਕਿ ਭਾਵੁਕ ਹੋਣਾ ਤਾਂ ਹੁੰਦਾ ਹੀ ਇੱਦਾਂ, ਹੈ ਨਾ, ਇਸ ਸਮੇਂ ਦੇ ਵਿੱਚ। ਤੇ ਉਹ ਪਰਿਵਾਰ ਸਹੀ ਸਲਾਮਤ ਤੁਹਾਨੂੰ ਮਿਲਦਾ ਹੈ। ਤੁਹਾਡੇ ਭਾਬੀ ਜੀ ਜਿਹੜੇ ਰਜਿੰਦਰ ਕੌਰ ਨੇ, ਹਾਂਜੀ, ਉਹਨਾਂ ਦੀ ਭੈਣ ਦਾ ਇੱਕ ਬਹੁਤ ਮਤਲਬ ਉਵੇਂ ਦਾ ਸਮਾਂ ਤੁਸੀਂ ਉਸ ਕਿਤਾਬ ਦੇ ਵਿੱਚ ਲਿਖਦੇ ਹੋ। ਉਹਨਾਂ ਨਾਲ ਕੀ ਹਾਦਸਾ ਹੋਇਆ, ਕਿਉਂਕਿ ਉਹ ਉਸ ਸਮੇਂ
ਬਠਿੰਡੇ ਸ਼ਹਿਰ ਇੱਕ ਵਿਆਹ ਦੇ ਹਾਂਜੀ ਰਸਮ ਦੇ ਉੱਪਰ ਆਏ ਹੋਏ ਸੀਗੇ। ਹਾਂਜੀ ਉਹ ਭਾਬੀ ਜੀ ਦੇ ਜਿਵੇਂ ਕਿ ਉਹਨਾਂ ਦੀ ਆਪਣੀ ਭੈਣਾਂ ਵੀ ਉੱਥੇ ਦਿੱਲੀ ਹੋਈ ਨੇੜੇ ਤੇੜੇ ਵਿਆਹੀਆਂ ਹੋਈਆਂ ਸੀਗੀਆਂ। ਉਹ ਬੱਲਭਗੜ੍ਹ ਵਿਆਹੀ ਹੋਈ ਸੀਗੀ ਆਪਣੇ ਦਿਓਰ ਨਾਲ, ਆਪਣੇ ਹਸਬੈਂਡ ਤੇ ਛੋਟੇ ਜਿਹੇ ਬੱਚੇ ਨਾਲ ਬਠਿੰਡੇ ਵਿਆਹ 'ਚ ਆਏ ਸੀਗੇ। ਵੀ ਉਸ ਵੇਲੇ ਸਾਰਿਆਂ ਨੂੰ ਸੀਗਾ ਕਿ ਉਹ ਬਠਿੰਡੇ ਹੈ, ਸੇਫ ਹੈ। ਪਰ ਕਈ ਦਿਨਾਂ ਬਾਅਦ ਜਦੋਂ ਫੋਨ ਕੀਤਾ ਜਿਵੇਂ ਬਾਹਰੋਂ ਜਾ ਕੇ, ਫਿਰ ਪਤਾ ਲੱਗਿਆ ਕਿ ਉਹ ਤਾਂ ਉਸੇ ਦਿਨ ਬਠਿੰਡੇ ਤੋਂ ਤੁਰ ਪਏ ਦਿੱਲੀ ਲਈ। ਫਿਰ ਫਿਕਰ ਹੋਇਆ ਅਤੇ ਉਹ ਵੇਲਾ ਵੀ ਇਹੋ ਜਿਹਾ ਸੀਗਾ ਕਿ ਕੋਈ ਵੀ ਬਾਹਰ ਜਾਣਾ ਘਰੋਂ ਹੈ ਜਿਹੜਾ ਉਹ ਡਰ ਲਾਉਂਦਾ ਸੀਗਾ ਵੀ ਕੌਣ ਜਾਊਗਾ ਨਾਲ, ਕਿਵੇਂ ਹੈ। ਪਰ ਭਾਬੀ ਜੀ ਦੇ ਗਵਾਂਢੀ ਸੀਗਾ, ਇੱਕ ਹਿੰਦੂ ਫੈਮਿਲੀ ਸੀਗੀ, ਬਹੁਤ ਵਧੀਆ ਸੀਗਾ ਉਹਨਾਂ ਦਾ ਉਹ, ਅਤੇ ਉਹ ਵਿਚਾਰਾ ਨਾਲ ਲੈ ਲੈ ਕੇ ਮੰਮੀ ਹਰਾਂ ਨੂੰ ਫਿਰਦਾ ਰਿਹਾ। ਫਿਰ ਭਾਬੀ ਜੀ ਉਹਨਾਂ ਨਾਲ ਉਹਦੇ ਘਰ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਜਿਹੜੀ ਉਹਨਾਂ ਦੀ ਸਿਸਟਰ ਹੈ ਬਠਿੰਡੇ ਤੋਂ ਟ੍ਰੇਨ 'ਚ ਜਿਸ ਦਿਨ ਆ ਰਹੀ ਸੀਗੀ, ਮਤਲਬ ਉਹ ਬੜੇ ਚੰਗੇ ਪਰਿਵਾਰ ਦੇ ਔਰ ਪੱਕੇ ਕਾਂਗਰਸੀ। ਉਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਕਿ ਕਿਸੇ ਨੂੰ ਕੁਛ ਵੀ ਹੋ ਜੇ ਵੀ ਅਸੀਂ ਤਾਂ ਕੱਟੜ ਕਾਂਗਰਸੀ ਹਾਂ, ਵੀ ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ। ਅਤੇ ਇਸੇ ਉਹਦੇ ਵਿੱਚ ਕਿ ਸਾਨੂੰ ਕਿਹੜਾ ਕਿਸੇ ਨੇ ਕਹਿਣਾ, ਅਸੀਂ ਕਾਂਗਰਸੀ ਹੈ। ਉਹ ਮਤਲਬ ਹਿੰਮਤ ਕਰਕੇ ਆਏ ਹੈ, ਜੋ ਵੀ ਮਤਲਬ ਨਿਡਰ ਹੋ ਕੇ ਆਏ ਹੈ। ਪਰ ਜਿਵੇਂ ਹੀ ਬਠਿੰਡੇ ਵਾਲੀ ਗੱਡੀ ਦਿੱਲੀ ਸਟੇਸ਼ਨ 'ਤੇ ਰੁਕੀ ਹੈ ਅਤੇ ਉਹ ਪੂਰੀ ਭੀੜ ਗੱਡੀ ਵਿੱਚ ਵੜ ਗਈ। ਉਹਨਾਂ ਨੂੰ ਸੀਗਾ ਕਿ ਪੰਜਾਬ ਤੋਂ ਗੱਡੀ ਆਈ ਆ, ਨੈਚੁਰਲੀ ਸਿੱਖ ਹੋਣਗੇ ਹੀ ਵਿੱਚ। ਅਤੇ ਉਹਨਾਂ ਦਾ ਦਿਓਰ ਜਿਹੜਾ ਸੀਗਾ ਉਹਨਾਂ ਦੀ ਸਿਸਟਰ ਦਾ, ਉਹਨੇ ਬਾਹਰ ਜਾਣਾ ਸੀਗਾ ਅਤੇ ਉਹਨੂੰ ਸੀਗਾ ਕਿ ਮੈਂ ਆਪਣੇ ਦੋਸਤਾਂ ਨੂੰ ਮਿਲ ਲਾਂ, ਵੀ ਬਾਹਰ ਜਾਣਾ ਇੰਨਾ ਮਸਤੀ ਕਰ ਲਾਂ। ਅਤੇ ਉਹਨਾਂ ਦਾ ਹਸਬੈਂਡ ਹੈ, ਉਹਨੂੰ ਥੋੜ੍ਹਾ ਡਰ ਲੱਗ ਗਿਆ, ਉਹ ਥੋੜ੍ਹਾ ਸਿਆਣਾ ਸੀਗਾ ਅਤੇ ਉਹਨੇ ਕਿਹਾ ਭਾਬੀ ਜੀ ਦੀ ਭੈਣ ਨੂੰ ਵੀ ਇਹਨੂੰ ਕਿਤੇ, ਜਦੋਂ ਭੀੜ ਦੀ ਆਵਾਜ਼ ਸੁਣੀ ਵੀ ਇਹਨੂੰ ਲੁਕੋ ਲੈ ਕਿਤੇ। ਅਤੇ ਉਹਨੂੰ ਅਜੇ ਉਹਨਾਂ ਨੇ ਸੀਟ ਦੇ ਥੱਲੇ ਲੁਕੋਇਆ ਅਤੇ ਉਹਨਾਂ ਨੇ ਆਪਣੇ ਬੇਟੇ ਦੇ ਛੋਟਾ ਜਿਹਾ ਹੀ ਸੀਗਾ, ਉਹਦੀ ਗੁੱਤਾਂ ਕਰਤੀਆਂ ਵੈਸੇ ਹੀ ਸੋਚ ਕੇ ਵੀ ਸਿੱਖ ਮੁੰਡਾ ਹੈਗਾ, ਪਤਾ ਨਹੀਂ ਕੀ ਸੋਚ ਕੇ, ਹਲੇ ਉਹਨੂੰ ਪਤਾ ਨਹੀਂ ਸੀਗਾ ਕੁਛ ਵੀ ਕੀ ਹੋ ਰਿਹਾ ਕੀ ਨਹੀਂ। ਇੰਨਾ ਕੁ ਤਾਂ ਇਹ ਸਮਝ ਆ ਗਿਆ ਸੀਗਾ ਕਿ ਸਿੱਖਾਂ ਨੂੰ ਮਾਰੇ ਹੈ। ਛੋਟੇ ਜਿਹੇ ਬੱਚੇ ਦੀਆਂ ਗੁੱਤਾਂ ਕਰਤੀਆਂ। ਅਤੇ ਪਰ ਜਦੋਂ ਭੀੜ ਅੰਦਰ ਵੜੀ ਟ੍ਰੇਨ ਦੇ ਅੰਦਰ, ਕਿੰਨੇ ਹੀ ਸਿੱਖ ਸੀਗੇ, ਤਾਂ ਵਗਾ ਕੇ ਕਿਸੇ ਨੇ ਸਰੀਆ ਮਾਰਿਆ ਅਤੇ ਉਹਨਾਂ ਦਾ ਜਿਹੜਾ ਹਸਬੈਂਡ ਹੈ ਉਹਦੇ ਸਿਰ 'ਤੇ ਵੱਜਿਆ ਔਰ ਇੰਨੀ ਜ਼ੋਰ ਨਾਲ ਵੱਜਿਆ, ਉਹ ਉਸੇ ਟਾਈਮ ਥੱਲੇ ਗਿਰ ਗਿਆ, ਸਿਰ ਫਟ ਗਿਆ ਉਹਦਾ। ਮਤਲਬ ਕਿ ਉਹਨਾਂ ਦੀ ਸਿਸਟਰ ਉਹ ਆਪ ਬਾਅਦ ਵਿੱਚ ਦੱਸਦੀ ਹੈ ਕਿ ਮੈਨੂੰ ਸਮਝ ਹੀ ਨਾ ਆਏ ਕਿ ਹੋ ਕੀ ਰਿਹਾ। ਉਹਦੀ ਇੰਨੀ ਬੁਰੀ ਹਾਲਤ, ਮਤਲਬ ਤੁਸੀਂ ਸੋਚੋ ਕਿ 1 ਮਿੰਟ ਪਹਿਲਾਂ ਕਿ ਉਹ ਆਪਣੇ ਹਸਬੈਂਡ ਨਾਲ ਗੱਲ ਕਰ ਰਹੀ ਹੈ, 1 ਮਿੰਟ 'ਚ ਹੀ ਉਹਦਾ ਹਸਬੈਂਡ ਧਰਤੀ 'ਤੇ ਪਿਆ। ਚਲੋ ਉਹਦੀ ਡੈਥ ਇੱਕਦਮ ਹੋ ਗਈ। ਫਿਰ ਉਹਨੂੰ ਲੱਗਿਆ ਕਿ ਉਹਦਾ ਦਿਓਰ ਹੈ ਬਈ ਉਹ ਚਲੋ ਸੀਟ ਥੱਲੇ ਲੁਕਿਆ ਹੋਇਆ ਵੀ ਠੀਕ ਹੈ। ਪਰ ਕਿਸੇ ਨੇ ਭੀੜ 'ਚੋਂ ਜਾਂਦੇ ਜਾਂਦੇ ਨੇ ਨਾ ਉਹਦੇ ਪੈਰ ਵੇਖ ਲਏ ਉਹਦੇ ਦਿਓਰ ਦੇ, ਤਾਂ ਉਹ ਜਿਵੇਂ ਬੋਲਿਆ ਵੀ ਇੱਕ ਸਿਖੜਾ यहाँ भी छुपा हुआ है, ਉਹਨੂੰ ਕੱਢ ਕੇ ਧੂ ਕੇ ਬਾਹਰ ਹੀ ਲੈ ਗਏ ਗੱਡੀ ਤੋਂ ਸਰੀਆ ਨਾਲ ਮਾਰਦੇ ਹੋਏ, ਅਤੇ ਬਾਹਰ ਲਿਜਾ ਕੇ ਜਿਉਂਦੇ ਨੂੰ ਉਹਨੂੰ ਸਾੜਤਾ। ਸਮਾਂ ਮੈਮ ਜਿਹੜਾ ਤੁਸੀਂ ਦੱਸ ਰਹੇ ਹੋ ਨਾ, ਇਹ ਮਤਲਬ ਅਸੀਂ ਬਹੁਤ ਸਾਲਾਂ ਤੋਂ, ਮੇਰਾ ਜਨਮ ਖੁਦ ਦਾ ਸਨ 1984 ਦਾ, ਉਸ ਸਮੇਂ ਪਤਾ ਨਹੀਂ ਸੀ ਹੁੰਦਾ ਵੀ 84 ਦਾ ਜਿਹੜਾ ਅਰਥ ਕੀ ਆ, ਹੈ ਨਾ। ਹੁਣ ਜਿਵੇਂ ਜਿਵੇਂ ਵੱਡੇ ਹੋਏ ਇਹਨਾਂ ਚੀਜ਼ਾਂ ਬਾਰੇ ਪੜ੍ਹਿਆ, ਸਾਨੂੰ ਵੀ ਸਮਝ ਆਈਆਂ ਇਹ ਚੀਜ਼ਾਂ। ਪਰ ਕਹਿ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ 'ਤੇ ਇਹ ਚੀਜ਼ਾਂ ਗੁਜ਼ਰੀਆਂ ਉਹਦੇ ਵਿੱਚੋਂ ਇੱਕ ਤੁਸੀਂ ਵੀ ਹੋ। ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਗਵਾਇਆ। ਕਿਸ ਕਦਰ ਉਹ 36 ਵਰ੍ਹਿਆਂ ਦਾ ਸਫ਼ਰ ਆ ਜਿਹੜਾ ਹੁਣ ਤੱਕ ਉਹਨਾਂ ਨੇ ਤੈਅ ਕੀਤਾ ਹੋ। ਜਦੋਂ ਅਸੀਂ ਅਦਾਲਤਾਂ ਵੱਲ ਝਾਕਦੇ ਹਾਂ, ਅਸੀਂ ਸਰਕਾਰਾਂ ਵੱਲ ਇਨਸਾਫ ਲਈ ਝਾਕਦੇ ਹਾਂ, ਤਾਂ ਉਹ ਸਾਰੀ ਪੀੜ ਅਸੀਂ ਮਹਿਸੂਸ ਕਰ ਸਕਦੇ ਹਾਂ। ਨਾਲ ਉਹਨਾਂ ਦੇ ਇੱਕ ਛੋਟਾ ਬੱਚਾ ਵੀ ਸੀ ਉਹਨਾਂ ਦਾ। ਹਾਂਜੀ, ਉਹ ਬਚ ਗਿਆ ਸੀ ਫਿਰ, ਕਿਉਂਕਿ ਉਹ ਗੁੱਤਾਂ ਕੀਤੀਆਂ ਹੋਈਆਂ ਸੀਗੀਆਂ। ਉਹਨੂੰ ਮੌਬ ਨੂੰ ਲੱਗਿਆ ਵੀ ਇਹ ਕੁੜੀ ਹੈ। ਦੋਨੋਂ ਉਹਨਾਂ ਨੂੰ ਸਿੱਖ ਮੁੰਡੇ ਲੱਗੇ, ਉਹਨਾਂ ਨੇ ਦੋਨਾਂ ਨੂੰ ਮਾਰਤਾ। ਵੈਸੇ
ਉਹਨਾਂ ਦੀ ਸਿਸਟਰ ਹੈ, ਉਹ ਆਪ ਬੇਹੋਸ਼ ਹੋ ਗਈ ਸੀ, ਉਹਨੂੰ ਹੋਸ਼ ਵੀ ਨਹੀਂ ਰਿਹਾ। ਹੋਸ਼ ਆਇਆ, ਉਹਨਾਂ ਦਾ ਬੱਚਾ ਕੋਲ ਬੈਠਾ ਰੋ ਰਿਹਾ ਹੈ, ਆਲੇ ਦੁਆਲੇ ਪੂਰੀ ਟ੍ਰੇਨ ਖੂਨ ਨਾਲ ਭਰੀ ਪਈ ਹੈ, ਲਾਸ਼ਾਂ ਹੀ ਲਾਸ਼ਾਂ ਆਲੇ ਦੁਆਲੇ ਖਿਲ ਰਹੀਆਂ ਪਈਆਂ। ਮਤਲਬ ਬਾਹਰ ਦੇਖਿਆ ਆਪਣੇ ਦਿਓਰ ਨੂੰ, ਅੱਧ ਜਲੀ ਉਹਦੀ ਲਾਸ਼ ਪਈ ਹੈ। ਮਤਲਬ ਇਹੋ ਜਿਹਾ ਕੁਛ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਕੋਈ ਕਿਸੇ ਨਾਲ ਇੰਨਾ ਬੁਰਾ ਵੀ ਕਰ ਸਕਦਾ ਹੈ। ਪੁਲਿਸ ਫਿਰ ਲੈ ਗਈ ਉਹਨਾਂ ਨੂੰ ਗੱਡੀ 'ਚ ਪਾ ਕੇ ਘਰ। ਪਤਾ ਨਹੀਂ, ਉਹ ਕਹਿੰਦੀ ਮੈਨੂੰ ਕੁਛ ਨਹੀਂ ਪਤਾ ਕਿ ਮੈਂ ਕਿਵੇਂ ਘਰ ਦੱਸਿਆ। ਘਰ ਜਾ ਕੇ ਦਰਵਾਜ਼ਾ ਖੋਲ੍ਹ ਕੇ ਸੋਚੋ ਕਿ ਉਹਨਾਂ ਦੇ ਮਾਂ-ਬਾਪ ਦੀ ਹਾਲਤ, ਜਿਹਦੇ ਦੋਨੋਂ ਦੇ ਦੋਨੋਂ ਪੁੱਤ ਮਾਰੇ ਗਏ, ਉਹ ਵੀ ਜਿਨ੍ਹਾਂ ਨੂੰ ਇੰਨਾ ਮਾਣ ਸੀਗਾ ਵੀ ਅਸੀਂ ਕਾਂਗਰਸੀ ਹਾਂ। ਅਤੇ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ, ਮੈਨੂੰ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆਈ ਜੋ ਮੈਂ ਇੱਕ ਇੰਟਰਵਿਊ ABP ਨਿਊਜ਼ 'ਤੇ ਦੇਖੀ, ਜਿਹੜੇ ਕਿ ਤਰਲੋਚਨ ਸਿੰਘ ਜਿਹੜੇ ਉਸ ਸਮੇਂ ਗਿਆਨੀ ਜੈਲ ਸਿੰਘ ਉਹਨਾਂ ਦੇ ਪ੍ਰੈਸ ਸੈਕਟਰੀ ਸੀਗੇ। ਉਹਨਾਂ ਦਾ ਇਹ ਸਟੇਟਮੈਂਟ ਸੀ, ਉਹ ਕਹਿੰਦੇ ਸੀ ਕਿ ਜਦੋਂ ਏਮਸ ਦੇ ਵਿੱਚੋਂ ਗਿਆਨੀ ਜੈਲ ਸਿੰਘ ਬਾਹਰ ਆਉਂਦੇ ਆ, ਉਸ ਸਮੇਂ ਇੱਕ ਰਾਸ਼ਟਰਪਤੀ ਦਾ ਅਹੁਦਾ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ। ਸਿੱਖ ਹੋਣ ਕਰਕੇ ਭੀੜ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ। ਰਾਸ਼ਟਰਪਤੀ ਜੋ ਕਿ ਸਾਡੀਆਂ ਤਿੰਨੋਂ ਫੌਜਾਂ ਦਾ ਮੁਖੀ ਮੰਨਿਆ ਜਾਂਦਾ, ਉਹਨਾਂ ਵੱਲੋਂ ਜਦੋਂ 2 ਨਵੰਬਰ ਦੀ ਰਾਤ ਨੂੰ ਰਾਜੀਵ ਗਾਂਧੀ ਹੁਣਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਸਿੱਖਾਂ ਦੀ ਸਥਿਤੀ ਹੈ ਜਿਹੜੀ ਦਿੱਲੀ ਦੇ ਵਿੱਚ ਬਹੁਤ ਮਾੜੀ ਹੈ, ਉਹਨਾਂ ਨਾਲ ਇਸ ਤਰੀਕੇ ਨਾਲ ਹੈਵਾਨੀਅਤ ਕੀਤੀ ਜਾ ਰਹੀ ਹੈ, ਤਾਂ ਫੌਜ ਨੂੰ ਬੁਲਾਉਣਾ ਲਾਜ਼ਮੀ ਹੈ। ਅੱਗੋਂ ਰਾਜੀਵ ਗਾਂਧੀ ਹੁਣਾਂ ਦਾ ਉਹਨਾਂ ਦੇ ਕਹਿਣ ਮੁਤਾਬਕ, ਤਰਲੋਚਨ ਜੀ ਹੁਣਾਂ ਦੇ ਕਹਿਣ ਮੁਤਾਬਕ ਇਹ ਜਵਾਬ ਸੀ ਕਿ ਨਹੀਂ, ਮੇਰੀ ਨਜ਼ਰ ਆ ਜਿਹੜੀ ਪੂਰੇ ਘਟਨਾਕ੍ਰਮ 'ਤੇ ਹੈ, ਪੁਲਿਸ ਆ ਜਿਹੜੀ ਇਸ ਚੀਜ਼ ਨੂੰ ਹੈਂਡਲ ਕਰ ਲਏਗੀ। ਤੁਸੀਂ 3-4 ਦਿਨ ਉਸ ਪੂਰੇ ਹਾਦਸੇ ਨੂੰ ਵੇਖਿਆ। ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਜੀ, ਜਿਨ੍ਹਾਂ ਦੇ ਵਿੱਚ ਆਪਾਂ ਬਾਅਦ 'ਚੋਂ ਤੁਹਾਡੇ ਤਾਇਆ ਜੀ ਹੁਣਾਂ ਦੀਆਂ ਵੀ ਗੱਲਾਂ ਕਰਾਂਗੇ, ਤੁਹਾਡੇ ਤਾਈ ਜੀ ਦੇ ਇੱਕ ਮੂੰਹ ਬੋਲੇ ਭਰਾ ਬਲਵੀਰ ਸਿੰਘ, ਉਹਨਾਂ ਦੇ ਪਰਿਵਾਰ ਨਾਲ ਵੀ ਬਹੁਤ ਕੁਝ ਹੋਇਆ, ਉਹ ਸਾਰੀਆਂ ਗੱਲਾਂ ਆਪਾਂ ਕਰਾਂਗੇ। ਪਰ ਪੁਲਿਸ ਤੇ ਫੌਜ ਦੀ ਭੂਮਿਕਾ ਉਸ ਵਕਤ ਤੁਹਾਨੂੰ ਕਿਵੇਂ ਦੀ ਲੱਗਦੀ ਸੀ? ਨਹੀਂ, ਪੁਲਿਸ ਤੇ ਫੌਜ ਦੀ ਭੂਮਿਕਾ ਦਾ ਕੋਈ ਰੋਲ ਨਹੀਂ ਸੀਗਾ ਲੋਕਾਂ ਨੂੰ ਬਚਾਉਣ ਵਿੱਚ। ਉਹ ਪਹੁੰਚੇ ਹੀ ਨਹੀਂ ਕੋਈ, ਕਿਉਂਕਿ ਥਾਣਿਆਂ ਵਿੱਚ ਫੋਨ ਕਰਦੇ ਸੀਗੇ, ਕੋਈ ਫੋਨ ਹੀ ਨਹੀਂ ਸੀ ਚੁੱਕਦਾ। ਕਿਸੇ ਨੇ ਫੋਨ ਨਹੀਂ ਚੁੱਕਿਆ, ਕਿਉਂਕਿ ਜੇ ਉਸ ਵੇਲੇ ਪੁਲਿਸ ਆਪਣੀ ਡਿਊਟੀ ਲਈ ਇਮਾਨਦਾਰ ਹੁੰਦੀ, ਜੇ ਫੌਜ ਨੂੰ ਸਹੀ ਟਾਈਮ 'ਤੇ ਬੁਲਾ ਲਿਆ ਹੁੰਦਾ, ਤਾਂ ਇੰਨਾ ਕਤਲੇਆਮ ਨਹੀਂ ਸੀ ਹੋਣਾ ਜਿੰਨਾ ਹੋਇਆ। ਉਹ ਤਾਂ ਇੱਕ ਸੋਚੀ ਸਮਝੀ ਪੂਰੀ ਸਾਜ਼ਿਸ਼ ਸੀਗੀ, ਜਿਸ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਅਤੇ ਕੋਈ ਬਚਾਉਣ ਵਾਲਾ ਵੀ ਨਹੀਂ ਸੀਗਾ ਉਸ ਵੇਲੇ। ਪੁਲਿਸ ਤਾਂ ਖੁਦ ਉਹਨਾਂ ਦੇ ਨਾਲ ਰਲੀ ਹੋਈ ਸੀਗੀ, ਉਹਨਾਂ ਨੇ ਕੋਈ ਸਹਾਰਾ ਨਹੀਂ ਦਿੱਤਾ। ਬਹੁਤ ਘੱਟ ਥਾਵਾਂ ਨੇ ਜਿੱਥੇ ਕਿ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਸਿੱਖਾਂ ਨੂੰ ਬਚਾਉਣ ਦੀ, ਪਰ ਉਹਨਾਂ ਦਾ ਰੋਲ ਵੀ ਉਦੋਂ ਸ਼ੁਰੂ ਹੋਇਆ ਜਦੋਂ ਕਿ ਜਿਹੜੀ ਭੀੜ ਆ ਕੇ ਕਤਲੇਆਮ ਕਰਕੇ ਚਲੀ ਗਈ ਉਸ ਵੇਲੇ। ਪਰ ਬਹੁਤੀ ਵਾਰੀ ਤਾਂ ਇਹ ਵੀ ਨਹੀਂ ਉਹਨਾਂ ਨੇ ਕੀਤਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਵੇ ਜਾਂ ਉਹਨਾਂ ਦੀ ਕੋਈ ਕੇਅਰ ਕੀਤੀ ਜਾਵੇ, ਕਿਉਂਕਿ ਜੇ ਪੁਲਿਸ ਆਪਣਾ ਰੋਲ ਸਹੀ ਤਰ੍ਹਾਂ ਨਾਲ ਅਦਾ ਕਰਦੀ ਤਾਂ ਐਡਾ ਕਤਲੇਆਮ ਹੋਣਾ ਹੀ ਨਹੀਂ ਸੀਗਾ। ਜੇ ਫੌਜ ਨੂੰ ਟਾਈਮ ਸਿਰ ਬੁਲਾ ਲਿਆ ਹੁੰਦਾ ਤਾਂ ਇਹੋ ਜਿਹੀ ਘਟਨਾ ਵਾਪਰ ਹੀ ਨਹੀਂ ਸੀ ਸਕਦੀ। ਬਿਲਕੁਲ। ਪਰ ਫੌਜ ਦੀ ਵੀ ਜਿਵੇਂ ਤੁਸੀਂ ਇੱਕ ਥਾਂ 'ਤੇ ਗੱਲ ਕਰਦੇ ਹੋ ਕਿ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਟੌਰਚਰ ਕਰਦੇ ਸੀ ਉਸ ਸਮੇਂ, ਜਦੋਂ ਤੁਹਾਨੂੰ ਫੌਜੀ ਕੈਂਪਾਂ ਦੇ ਵਿੱਚ ਲਿਜਾਇਆ ਜਾਂਦਾ ਸੀ, ਤਾਂ ਉਸ ਸਮੇਂ ਜਿੱਥੇ ਇੱਕ ਵਾਰੀ ਤੁਸੀਂ ਗੱਲ ਕਰਦੇ ਹੋ ਕਿ ਮੇਰੇ ਤਾਇਆ ਜੀ ਦੇ ਉਹਨਾਂ ਨੇ ਬੱਟ ਜਿਹੜਾ ਰਾਈਫਲ ਦਾ ਮਾਰ ਕੇ ਉਹਨਾਂ ਨੂੰ ਉਹ ਸਵਾਲ ਕਰਦੇ ਨੇ, ਤਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਬਚਾਉਣ ਵਾਲਿਆਂ ਦੀ ਭੂਮਿਕਾ ਜਿਹੜੀ ਜੇ ਉਸ ਟਾਈਮ ਚੰਗੀ ਹੁੰਦੀ ਤਾਂ ਸ਼ਾਇਦ ਫਿਰ ਇੰਨਾ ਕਤਲੇਆਮ ਨਹੀਂ ਸੀ ਹੋਣਾ। ਬਿਲਕੁਲ। ਉਸ ਤੋਂ ਬਾਅਦ ਬਾਕੀ ਦੇ ਜਿਹੜੇ ਤੁਹਾਡੇ ਪਰਿਵਾਰ ਸੀ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ, ਉਹਨਾਂ ਦੇ ਹਾਲਾਤ ਉਸ ਸਮੇਂ ਕਿਵੇਂ ਦੇ ਸੀ? ਕਿਵੇਂ ਦਾ ਜਿਹੜਾ ਆਲੇ ਦੁਆਲੇ ਦਾ ਮਾਹੌਲ, ਮਤਲਬ ਉਸ ਸਮੇਂ ਪਰੇਸ਼ਾਨ ਕਰਨ ਵਾਲਾ, ਕਿਵੇਂ ਦਾ ਮਾਹੌਲ ਬਣਿਆ ਹੋਇਆ ਸੀ ਉਹਨਾਂ ਪਰਿਵਾਰਾਂ ਕੋਲ ਜਦੋਂ ਤੁਸੀਂ ਪਹੁੰਚਦੇ ਹੋ? ਸਭ ਤੋਂ ਪਹਿਲਾਂ ਤਾਂ ਅਜੈਬ ਵੀਰ ਜੀ ਦੇ ਘਰ ਜਾ ਕੇ ਫਿਰ ਸਭ ਤੋਂ ਪਹਿਲਾਂ ਜਿਹੜਾ ਖਿਆਲ ਆਇਆ ਉਹ ਤਾਇਆ ਜੀ ਹਰਾਂ ਦਾ, ਡੈਡੀ ਤੋਂ ਵੱਡੇ ਭਰਾ ਹੈ ਚਰਨ ਸਿੰਘ, ਉਹਨਾਂ ਤਾਇਆ ਜੀ ਦਾ। ਉਹ ਨੇੜੇ ਜਹਾਂਗੀਰਪੁਰੀ ਦੇ ਵਿਚਕਾਰ ਮਾਡਲ ਟਾਊਨ ਦੇ ਵਿੱਚ ਆਦਰਸ਼ ਨਗਰ ਆਉਂਦਾ, ਉਹ ਉੱਥੇ ਰਹਿੰਦੇ ਸੀਗੇ। ਅਤੇ ਉਸ ਤੋਂ ਬਾਅਦ ਹੀ ਜਹਾਂਗੀਰਪੁਰੀ ਸ਼ੁਰੂ ਹੋ ਜਾਂਦੀ ਹੈ। ਜਹਾਂਗੀਰਪੁਰੀ ਦਾ ਇਲਾਕਾ ਜਿਹੜਾ ਸੀਗਾ ਕਿ ਉਹ ਸੀਗਾ ਜਿਵੇਂ ਘਰਾਂ 'ਚ ਕੰਮ ਕਰਨ ਵਾਲੇ
ਜਾਂ ਮਤਲਬ ਇਹੋ ਜਿਹੀ ਸਾਰੀ ਲੋਕੈਲਿਟੀ ਸੀ ਉਸ ਵੇਲੇ। ਛੋਟੇ ਛੋਟੇ ਘਰਾਂ 'ਚ ਬਹੁਤ ਲੋਕ ਇਹੋ ਜਿਹੇ ਰਹਿਣ ਵਾਲੇ, ਮਜ਼ਦੂਰੀ ਕਰਨ ਵਾਲੇ ਜਾਂ ਹੈ ਨਾ ਸਾਰੇ। ਤਾਂ ਨੈਚੁਰਲੀ ਮੰਮੀ ਹਰਾਂ ਨੂੰ ਹੋਇਆ ਕਿ ਅਸੀਂ ਜਾ ਕੇ ਦੇਖੀਏ ਤਾਇਆ ਜੀ ਹਰਾਂ ਨੂੰ। ਉਹਨੂੰ ਨਾਲ ਵਾਲੇ ਗਵਾਂਢੀ ਨੂੰ ਲਿੱਤਾ ਅਤੇ ਮੰਮੀ ਅਤੇ ਭਾਬੀ ਜੀ, ਕਿਉਂਕਿ ਉਸ ਵੇਲੇ ਕਿਸੇ ਮਰਦ ਦਾ ਬਾਹਰ ਜਾਣਾ ਤਾਂ ਪੋਸੀਬਲ ਹੀ ਨਹੀਂ ਸੀਗਾ। ਅਤੇ ਤੁਹਾਡੀ ਕਿਤਾਬ ਪੜ੍ਹ ਕੇ ਮੈਨੂੰ ਸਭ ਤੋਂ ਪਹਿਲਾਂ ਇਹੀ ਚੀਜ਼ ਬੇਚੈਨ ਕਰ ਰਹੀ ਸੀ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਘਰ ਦੀਆਂ ਔਰਤਾਂ ਬਾਹਰ ਜਾ ਕੇ ਪਤਾ ਕਰ ਰਹੀਆਂ ਨੇ, ਜਦ ਕਿ ਇਹ ਮੇਰੀ ਉਲਝਣ ਆ ਜਿਹੜੀ ਇਸ ਟਾਈਮ ਸੁਲਝ ਰਹੀ ਹੈ ਕਿ ਸਿਰਾਂ 'ਤੇ ਜੂੜੇ ਹੋਣ ਕਰਕੇ ਹੈ ਨਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਜਾਂਦਾ ਸੀ ਬਹੁਤ ਆਰਾਮ ਨਾਲ। ਅਤੇ ਬਹੁਤ ਔਖੇ ਜਿਹੀ ਮਤਲਬ ਮੈਨੂੰ ਲੱਗ ਰਿਹਾ ਸੀ ਪੜ੍ਹਨ ਵੇਲੇ ਕਿ ਤੁਸੀਂ ਆਪਣੇ ਕਕਾਰ ਉਤਾਰ ਰਹੇ ਹੋ, ਤੁਸੀਂ ਸਿਰ ਦੇ ਵਾਲ ਕਟਵਾ ਰਹੇ ਹੋ ਨਾ, ਇਸ ਡਰ ਤੋਂ ਕਿ ਮਤਲਬ ਤੁਸੀਂ ਬਾਹਰ ਜਾਓਗੇ। ਅਤੇ ਉਸ ਵੇਲੇ ਸੀਗਾ ਕਿ ਵੀ ਔਰਤਾਂ ਦੀ ਪਛਾਣ ਤਾਂ ਉਹਨਾਂ ਦੇ ਕੜਿਆਂ ਤੋਂ ਹੁੰਦੀ ਹੈ, ਨਹੀਂ ਤਾਂ ਔਰਤਾਂ ਨੂੰ ਵੈਸੇ ਤਾਂ ਸਰਦਾਰਨੀਆਂ ਦੂਰੋਂ ਹੀ ਪਛਾਣੀਆਂ ਜਾਂਦੀਆਂ, ਪਰ ਇੱਕ ਬੜਾ ਕਾਰਨ ਉਹਨਾਂ ਦੇ ਕੜੇ ਹੁੰਦੇ ਆ। ਤਾਂ ਅਸੀਂ ਜਦੋਂ ਭੂਆ ਜੀ ਦੇ ਘਰੋਂ ਆਏ, ਅਸੀਂ ਕੜੇ ਤਾਂ ਉਦੋਂ ਹੀ ਲਾਤੇ ਸੀ, ਅਸੀਂ ਨਹੀਂ ਕੜੇ ਪਾਏ। ਪਰ ਫਿਰ ਜਿਵੇਂ ਘਰ ਆ ਕੇ ਸਾਨੂੰ ਲੱਗਦਾ ਹੈ ਕਿ ਕੜਿਆਂ ਬਿਨਾਂ ਤਾਂ ਰਹਿਣਾ ਆਉਂਦਾ ਵੀ ਨਹੀਂ ਸਾਨੂੰ, ਹੈ ਨਾ। ਅਤੇ ਪਰ ਫਿਰ ਵੀ ਇਹ ਸੀਗਾ ਕਿ ਹੁਣ ਬੰਦੇ ਜਾ ਨਹੀਂ ਸਕਦੇ, ਪਤਾ ਕਿਹਨੇ ਕਰਨਾ ਸੀਗਾ। ਤਾਂ ਫਿਰ ਇਹੋ ਜਿਹੇ 'ਚ ਮੈਨੂੰ ਲੱਗਦਾ ਹੈ ਕਿ ਮੇਰੀ ਮੰਮਾ ਬਹੁਤ ਜ਼ਿਆਦਾ ਬੋਲਡ ਸੀਗੇ, ਬੜੇ ਹਿੰਮਤ ਵਾਲੇ। ਉਹ ਮਤਲਬ ਹਰ ਰਿਸ਼ਤੇਦਾਰ ਦਾ ਪਤਾ ਕਰਨ ਲਈ ਮਤਲਬ ਤੁਰੀ ਗਏ। ਤਾਇਆ ਜੀ ਹਰਾਂ ਨੂੰ ਲੱਭਣ ਲਈ ਉਹਨਾਂ ਦੇ ਘਰ ਗਏ, ਘਰ ਬੰਦ ਸੀਗਾ, ਤਾਲਾ ਲੱਗਿਆ, ਅਤੇ ਆਲੇ ਦੁਆਲੇ ਕੋਈ ਦੱਸ ਵੀ ਨਹੀਂ ਸੀ ਰਿਹਾ ਵੀ ਕਿੱਥੇ ਗਏ। ਇੰਝ ਲੱਗਿਆ ਵੀ ਪਤਾ ਨਹੀਂ ਉਹਨਾਂ ਨੂੰ ਕਿਸੇ ਨੇ ਮਾਰਤਾ, ਕੀ ਕਰਤਾ, ਕੁਝ ਸਮਝ ਨਹੀਂ ਸੀ ਆ ਰਿਹਾ। ਪਰ ਫਿਰ ਇੱਕ ਗਵਾਂਢੀ ਹੈ ਜਿਹੜੇ ਉਹਨਾਂ ਦੇ ਨਾਲ ਵਾਲਾ ਮੁਸਲਿਮ ਪਰਿਵਾਰ ਸੀ, ਅਤੇ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਉਹਨਾਂ ਨੂੰ ਬਚਾਉਣ 'ਚ, ਜਿਹੜਾ ਸਾਨੂੰ ਬਾਅਦ ਵਿੱਚ ਪਤਾ ਲੱਗਿਆ। ਉਹਨੇ ਚੁੱਪਚਾਪ ਆ ਕੇ ਦੱਸਿਆ ਕਿ ਤੁਹਾਡਾ ਪਰਿਵਾਰ ਠੀਕ ਹੈ, ਵੀ ਮੈਂ ਉਹਨੂੰ ਨੇੜਲੇ ਪੁਲਿਸ ਸਟੇਸ਼ਨ ਛੱਡੇ ਆਇਆ ਸੀ। ਮੰਮੀ ਹਰਾਂ ਪੁਲਿਸ ਸਟੇਸ਼ਨ ਗਏ, ਉੱਥੇ ਕੋਈ ਗੱਲ ਹੀ ਨਹੀਂ ਸੀ ਕਰਦਾ, ਕੋਈ ਨਾ ਕੁਛ ਦੱਸੇ ਨਾ ਕੋਈ ਬੋਲੇ। ਉਹ ਕਹਿੰਦੇ ਇੱਥੇ ਕੋਈ ਨਹੀਂ ਹੈਗਾ। ਉਹਨਾਂ ਨੇ ਸਗੋਂ ਹੋਰ ਡਰਾਤਾ, ਕਹਿੰਦੇ ਇੱਥੇ ਤਾਂ ਥਾਣਿਆਂ ਵਿੱਚੋਂ ਵੀ ਸਿੱਖਾਂ ਨੂੰ ਫੜ ਕੇ ਲੈ ਗਏ ਅਤੇ ਮਾਰਤਾ। ਅਤੇ ਉਸ ਵੇਲੇ ਮੰਮੀ ਕਹਿੰਦੇ ਮੈਨੂੰ ਲੱਗਿਆ ਕਿ ਪੂਰਾ ਪਰਿਵਾਰ ਖਤਮ ਹੋ ਗਿਆ, ਵੀ ਕਿੱਥੇ ਗਿਆ। ਪਰ ਉਹਨਾਂ ਨੂੰ ਸੀਗਾ ਕਿ ਮੈਂ ਫਿਰ ਵੀ ਕੋਸ਼ਿਸ਼ ਕਰਾਂ, ਲੱਭਾਂ। ਚਲੋ ਨੇੜੇ ਤੇੜੇ ਕੈਂਪ ਸੀਗੇ, ਇੱਕ ਕੈਂਪ ਵਿੱਚ ਉਹ ਇੱਧਰ ਉੱਧਰ ਨਿਗਾਹ ਮਾਰ ਰਹੇ ਆ, ਲੱਭ ਰਹੇ ਆ ਵੀ ਕਿਤੇ ਕੋਈ ਦਿਸ ਜੇ। ਤਾਂ ਮੰਮੀ ਦਾ ਨਾਮ ਨਛੱਤਰ ਕੌਰ ਸੀਗਾ, ਅਤੇ ਆਵਾਜ਼ ਆਉਂਦੀ ਉਹਨਾਂ ਨੂੰ, ਛੱਤਰੋ ਛੱਤਰੋ। ਮੰਮੀ ਦੇਖ ਰਹੀ ਹੈ ਕਿ ਬੋਲ ਕੌਣ ਰਿਹਾ, ਪਛਾਣ ਰਹੇ ਹੀ ਨਹੀਂ ਕੌਣ ਬੋਲ ਰਿਹਾ। ਅਤੇ ਇੱਕ ਵਾਲ ਕੱਟੇ ਹੋਏ, ਮਤਲਬ ਅਜੀਬ ਜਿਹੇ ਗੰਦੇ ਜਿਹੇ ਮਤਲਬ ਹਾਲਾਤ ਹੋਏ ਉਸ ਵੇਲੇ। ਤਾਂ ਇੰਨੇ ਨੂੰ ਸਾਹਮਣੇ ਤਾਈ ਜੀ ਆ ਗਏ। ਤਾਈ ਜੀ ਆ ਕੇ ਮਤਲਬ ਮੰਮੀ ਨੂੰ ਪਾ ਕੇ ਜੱਫੀ ਇੰਨੀ ਜ਼ੋਰ ਦੀ ਰੋਏ ਨਾ ਉਹ। ਫਿਰ ਉਹਨਾਂ ਨੇ ਦੱਸਿਆ ਕਿ ਵੀ ਤੇਰੇ ਭਾਜੀ ਨੇ, ਵੀ ਉਹ ਤਾਇਆ ਜੀ ਸੀਗੇ, ਕੇਸ ਉਹਨਾਂ ਦੇ ਕੱਟੇ ਹੋਏ, ਹਰ ਕੇਸ ਵੀ ਕਿਹੋ ਜਿਹੇ ਕੱਟੇ, ਉਗੜੇ ਦੁਗੜੇ ਜੇ, ਬਸ ਜਿਵੇਂ ਕੈਂਚੀ ਜੀ ਚਲਾ ਕੇ ਇੰਨੇ ਗੰਦੇ ਹਾਲਾਤ 'ਚ। ਬੱਚਿਆਂ ਦੇ ਕੇਸ ਕੱਟੇ ਹੋਏ, ਐਡੇ ਐਡੇ ਵੱਡੇ ਜੂੜੇ ਸੀਗੇ ਉਹਨਾਂ ਦੇ, ਮਤਲਬ ਜਿਵੇਂ ਆਪਾਂ ਤਾਂ ਕਿੰਨੇ ਮੁੰਡਿਆਂ ਦੇ ਸਿਰਾਂ ਨੂੰ ਤੇਲ ਲਾ ਕੇ ਕਿੰਨੇ ਅਸੀਂ ਕੇਸ ਸਵਾਰ ਕੇ ਰੱਖਦੇ ਹਾਂ, ਬੱਚਿਆਂ ਦੇ ਕੇਸ ਕੱਟੇ ਹੋਏ, ਇੰਨੇ ਬੁਰੇ ਹਾਲਾਤ। ਅਤੇ ਬਹੁਤ ਰੋਏ ਹੋ ਇੱਕ ਦੂਜੇ ਨੂੰ ਮਿਲ ਕੇ। ਪਰ ਮੰਮੀ ਕਹਿੰਦੇ ਤਸੱਲੀ ਇਹ ਹੋਈ ਉਸ ਵੇਲੇ ਕਿ ਉਹ ਜਿਉਂਦੇ ਸੀਗੇ। ਸਭ ਤੋਂ ਬੜੀ ਗੱਲ ਸਹੀ ਤਾਈ ਜੀ ਹਰਾਂ ਸਾਰੇ ਘਰ ਲੈ ਕੇ ਆਏ, ਉਹਨਾਂ ਨੂੰ ਨਹਾਏ ਧੋਏ, ਉਹ ਸਾਫ ਸੁਥਰੇ ਕੱਪੜੇ ਪਾ ਕੇ ਖਾਣਾ ਖਾਇਆ। ਮਤਲਬ 3-4 ਦਿਨਾਂ ਤੋਂ ਉਹਨਾਂ ਨੂੰ ਕੁਝ ਖਾਣ ਨੂੰ ਵੀ ਨਹੀਂ ਸੀ ਮਿਲਿਆ ਉੱਥੇ। ਫਿਰ ਸਾਨੂੰ ਸੀਗਾ ਕਿ ਅਸੀਂ ਸੁਣੀਏ ਇਹਨਾਂ ਤੋਂ ਵੀ ਹੋਇਆ ਕੀ, ਇਹਨਾਂ ਦੇ ਐਵੇਂ ਦੇ ਹਾਲ ਹੋਇਆ ਕਿਵੇਂ। ਪਤਾ ਸੀਗਾ ਕਿ ਜੋ ਕੁਝ ਬੀਤ ਚੁੱਕਿਆ ਉਹਨੂੰ ਮੁੜ ਕੇ ਗੱਲ ਕਰਨਾ, ਜਿਉਣਾ ਬਹੁਤ ਔਖਾ ਹੈ। ਪਰ ਤਾਈ ਜੀ ਨੇ ਫਿਰ ਦੱਸਿਆ ਕਿ ਕਿਵੇਂ ਉਹਨਾਂ ਦੇ ਘਰ 'ਚ ਉਹ ਆਪਣੇ ਅੰਦਰ ਹੀ, ਕਿਉਂਕਿ ਉਹਨਾਂ ਦੀ ਪੂਰੀ ਗਲੀ 'ਚੋਂ ਇਕੱਲਾ ਉਹਨਾਂ ਦਾ ਹੀ ਸਿੱਖਾਂ ਦਾ ਪਰਿਵਾਰ ਸੀਗਾ। ਅਤੇ ਪਹਿਲੇ ਰਾਤ ਨੂੰ ਤਾਂ ਉਹਨਾਂ ਨੇ ਕਿਤੇ ਮੰਡੀ ਵਾਲੇ ਪਾਸੇ, ਆਜ਼ਾਦਪੁਰ ਮੰਡੀ ਹੈ ਜਿਹੜੀ, ਉੱਧਰ ਕੁਝ ਸਿੱਖਾਂ ਦੇ ਪਰਿਵਾਰ ਸੀਗੇ, ਉੱਥੇ ਉਹਨਾਂ ਨੇ ਬਹੁਤ ਚੀਕਾਂ, ਦਰਦ, ਰੋਣਾ, ਅੱਗਾਂ ਸੁਣੀਆਂ ਉਹਨਾਂ ਨੇ ਸਾਰਾ ਕੁਛ। ਅਤੇ ਉਹ ਆਪਣੇ ਘਰ ਦੇ ਅੰਦਰ ਬੰਦ ਹੋ ਗਏ।
ਤਾਂ ਆਂਢੀ ਗੁਆਂਢੀਆਂ ਨੇ ਬਾਹਰ ਇਕੱਠੇ ਹੋਏ। ਮਤਲਬ ਉਸ ਵੇਲੇ ਮਾਹੌਲ ਇਹੋ ਜਿਹਾ ਸੀਗਾ ਕਿ ਇੱਕ ਥੋੜ੍ਹਾ ਜਿਹਾ ਖੜਾਕ ਵੀ ਹੁੰਦਾ ਸੀ ਨਾ ਤਾਂ ਵੀ ਮਨ ਸਹਿਮ ਜਾਂਦਾ ਸੀਗਾ ਵੀ ਪਤਾ ਨਹੀਂ ਸਾਨੂੰ ਮਾਰਨ ਤਾਂ ਨਹੀਂ ਆ ਰਹੇ, ਮਤਲਬ ਇੰਨਾ ਡਰ। ਫਿਰ 2 ਭੈਣਾਂ ਸੀਗੀਆਂ ਨਾਲ ਅਤੇ 2 ਤਾਈ ਜੀ ਦੇ 4 ਬੱਚੇ ਸੀ। ਜਿਵੇਂ ਇੱਕ ਬੇਟੀ ਉਹਨਾਂ ਦੀ ਪੰਜਾਬ ਆਈ ਹੋਈ ਸੀਗੀ ਅਤੇ 4 ਬੱਚੇ ਸੀਗੇ ਉੱਥੇ, ਮਤਲਬ ਦਿੱਲੀ ਉਸ ਵੇਲੇ। ਤਾਂ ਪਰ ਇਹ ਕਿ ਨਾਲ ਵਾਲਾ ਮੁਸਲਿਮ ਪਰਿਵਾਰ ਨੇ ਬਹੁਤ ਹੌਸਲਾ ਦਿੱਤਾ ਕਿ ਤੁਸੀਂ ਡਰੋ ਨਾ, ਵੀ ਅਸੀਂ ਤੁਹਾਡੀ ਪੂਰੀ ਰੱਖਿਆ ਕਰਾਂਗੇ। ਅਤੇ ਜਿਵੇਂ ਆਪਣੇ ਸਿੱਖ ਪਰਿਵਾਰਾਂ 'ਚ ਕਿਰਪਾਨ ਤਾਂ ਹੁੰਦੀ ਹੋਈ ਹੈ, ਅਤੇ ਉਹਨਾਂ ਨੇ ਕਿਰਪਾਨ ਡੰਡਾ ਜੋ ਵੀ ਸੀਗਾ ਉਹਨਾਂ ਨੂੰ ਫੜਾਤਾ ਵੀ ਜੇ ਕੋਈ ਆਇਆ ਤਾਂ ਤੁਸੀਂ ਸਾਨੂੰ ਬਚਾ ਲਿਓ। ਘਰ ਦੇ ਅੰਦਰ ਬੰਦ ਕੇ ਉਹਨਾਂ ਨੇ ਬਾਹਰੋਂ ਹੀ ਲੋਕ ਲਗਾਤਾ ਸੀ ਉਹਨਾਂ ਨੂੰ ਵੀ ਹੈ ਨਹੀਂ ਜਿਵੇਂ। ਅਤੇ ਪਰ ਸ਼ਾਮ ਨੂੰ ਇੱਕ ਮੌਬ ਆ ਗਿਆ ਪੂਰਾ, ਕਿਉਂਕਿ ਪਤਾ ਸੀਗਾ ਸਾਰਿਆਂ ਨੂੰ ਵੀ ਇੱਥੇ ਸਿੱਖ ਫੈਮਿਲੀ ਰਹਿੰਦੀ ਹੈ। ਪਰ ਆਂਢੀ ਗੁਆਂਢੀਆਂ ਨੇ ਬਚਾ ਲਿਆ ਵੀ ਉਹ ਤਾਂ ਚਲੇ ਗਏ ਵੀ ਹੈ ਨਹੀਂ। ਪਰ ਜਿਸ ਤਰ੍ਹਾਂ ਦੀ ਉਹ ਭੀੜ ਸੀਗੀ, ਜਿਸ ਤਰ੍ਹਾਂ ਦੇ ਉਹਨਾਂ ਦੇ ਸਲੋਗਨ ਸੀਗੇ, ਤਾਂ ਉਹ ਵੀ ਡਰ ਗਏ ਵੀ ਅਸੀਂ ਇੱਕ ਵਾਰ ਤਾਂ ਤੁਹਾਨੂੰ ਬਚਾ ਲਿਆ, ਵੀ ਮੁੜ ਕੇ ਪਤਾ ਨਹੀਂ ਅਗਲੀ ਵਾਰ ਅਸੀਂ ਬਚਾ ਸਕਾਂਗੇ ਜਾਂ ਨਹੀਂ। ਉਹ ਮੁਸਲਿਮ ਪਰਿਵਾਰ ਉਹਨਾਂ ਨੂੰ ਆਪਣੇ ਘਰ ਲੈ ਗਿਆ, 2-3 ਦਿਨ ਉੱਥੇ ਉਹਨਾਂ ਨੂੰ ਖਵਾਇਆ, ਉਹਨਾਂ ਦਾ ਧਿਆਨ ਰੱਖਿਆ। ਅਤੇ ਫਿਰ ਇਹੀ ਤੈਅ ਹੋਇਆ ਵੀ ਇੱਥੇ ਹੁਣ ਸੇਫ ਨਹੀਂ ਹੈ, ਕਿਉਂਕਿ ਆਲੇ ਦੁਆਲੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਵੀ ਉਹ ਸਿੱਖ ਪਰਿਵਾਰ ਉਹਨਾਂ ਦੇ ਘਰ ਹੈ, ਉਹਨਾਂ 'ਤੇ ਵੀ ਕੋਈ ਮੁਸੀਬਤ ਆ ਸਕਦੀ ਸੀਗੀ। ਫਿਰ ਉਹਨੇ ਕਿਹਾ ਵੀ ਅਸੀਂ ਤੁਹਾਨੂੰ ਕਿਧਰੇ ਪੁਲਿਸ ਸਟੇਸ਼ਨ ਜਾਂ ਕੈਂਪ ਵਿੱਚ ਛੱਡ ਆਉਂਦੇ ਹਾਂ, ਪਰ ਸਭ ਤੋਂ ਬੜੀ ਮੁਸ਼ਕਿਲ ਉਸ ਵੇਲੇ ਇਹ ਸੀਗੀ ਕਿ ਸਿੱਖੀ ਵੇਸ 'ਚ ਤੁਸੀਂ ਬਾਹਰ ਘਰ ਤੋਂ ਨਿਕਲ ਨਹੀਂ ਸਕਦੇ। ਫਿਰ ਉੱਥੇ ਉਹਨਾਂ ਨੇ ਤਾਇਆ ਜੀ ਹੋਰਾਂ ਦੇ ਜਿਹੜੇ ਆ ਕੇਸ ਉਹ ਕਰਵਾਏ ਬਈ, ਮਤਲਬ ਉਹ ਦੱਸਦੇ ਉਹ ਇੰਨਾ ਵੀ ਰੋਏ, ਇੱਕ ਜਿਵੇਂ ਕੁਛ ਆਪਣੇ ਅੰਦਰੋਂ ਖ਼ਤਮ ਹੋ ਗਿਆ ਹੁੰਦਾ। ਉਹ ਦੱਸ ਨਹੀਂ ਪਾਏ ਕਿ ਕਿਹੋ ਜਿਹਾ ਉਹਨਾਂ ਨੂੰ ਫੀਲ ਹੋਇਆ ਹੋਊਗਾ। ਨੈਚੁਰਲੀ ਇੱਕ ਸਿੱਖ ਪਰਿਵਾਰ, ਅੱਜ ਕੱਲ੍ਹ ਤਾਂ ਹੁਣ ਬੜਾ ਕੁਛ ਬਦਲ ਗਿਆ, ਪਰ ਉਸ ਵੇਲੇ ਉਹਨਾਂ ਦੀ ਹਾਲਤ ਬਹੁਤ ਮਾੜੀ ਸੀਗੀ। ਕੈਂਪ ਵਿੱਚ ਰਹੇ ਹੈ, ਘਰ ਆ ਕੇ ਉਹਨਾਂ ਦਾ ਜੋ ਹਾਲ ਸੀਗਾ, ਮਤਲਬ ਇਹੋ ਜਿਹਾ ਵੇਲਾ ਸੀਗਾ ਕਿ ਇਹ ਨਹੀਂ ਸੀ ਪਤਾ ਲੱਗਦਾ ਕਿ ਅਗਲਾ ਹੁਣ ਅਸੀਂ ਜੇ ਕਿਸੇ ਰਿਸ਼ਤੇਦਾਰ ਬਾਰੇ ਸੋਚ ਰਹੇ ਹਾਂ ਵੀ ਉਹਨਾਂ ਦਾ ਪਰਿਵਾਰ ਜਿਉਂਦਾ ਹੋਏਗਾ ਜਾਂ ਨਹੀਂ ਹੋਏਗਾ। ਬੜੀਆਂ ਸਕੀਮਾਂ ਬਣਾਉਂਦੇ ਸੀ ਵੀ ਉਹ ਪਤਾ ਨਹੀਂ ਕਿਹੋ ਜਿਹਾ ਹੋਊਗਾ, ਉੱਥੇ ਜਾਈਏ ਦੇਖੀਏ। ਪਰ ਇਹੋ ਜਿਹੇ ਵਿੱਚ ਇੱਕ ਜਿਹੜਾ ਸਭ ਤੋਂ ਬੜਾ ਖਿਆਲ ਸਾਨੂੰ ਆਪਣੇ ਵੀਰ ਦਾ ਵੀ ਆਇਆ। ਹਾਂਜੀ, ਜਿਹੜੇ ਉਸ ਸਮੇਂ ਗਵਾਲੀਅਰ 'ਚ ਸੀਗੇ। ਕਿਉਂਕਿ ਜਦੋਂ ਇਹ ਚੀਜ਼ ਹੋਈ, ਜਦੋਂ ਕਹਿੰਦੇ ਨੇ ਕਿ ਪੂਰੇ ਦੇਸ਼ 'ਚ ਇਹ ਖਬਰ ਫੈਲ ਗਈ ਕਿ ਇੰਦਰਾ ਗਾਂਧੀ ਦਾ ਕਤਲ ਹੋ ਚੁੱਕਿਆ, ਉਸ ਤੋਂ ਬਾਅਦ ਤਰਲੋਚਨ ਸਿੰਘ ਹੁਣਾਂ ਦੀ ਜਵਾਨੀ ਹੀ ਮੈਂ ਸੁਣਿਆ ਕਿ ਰਾਜੀਵ ਗਾਂਧੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਬੇਚੈਨ ਸੀਗੇ ਕਿ ਦੇਸ਼ ਦੇ ਵਿੱਚ ਕਿਤੇ ਵੀ ਮੁਜ਼ਾਹਰੇ ਨਹੀਂ ਹੋ ਰਹੇ, ਦੇਸ਼ ਦੇ ਵਿੱਚ ਕਿਤੇ ਵੀ ਵਿਰੋਧ ਪ੍ਰਦਰਸ਼ਨ ਨਹੀਂ ਹੋ ਰਹੇ। ਤਾਂ ਉਹਨਾਂ ਨੇ ਇੱਕ ਰਾਤ ਨੂੰ ਇੱਕ ਮੀਟਿੰਗ ਸੱਦੀ, ਜਿਹਦੇ ਵਿੱਚ ਖੂਨ ਕਾ ਬਦਲਾ ਖੂਨ ਤੇ ਸਰਦਾਰ ਗੱਦਾਰ ਹੈ ਵਰਗੇ ਸਲੋਗਨ ਤਿਆਰ ਕੀਤੇ ਗਏ। ਅਤੇ ਉਸ ਤੋਂ ਬਾਅਦ ਇਹ ਭੀੜ ਸੱਦੀ ਗਈ। ਮਤਲਬ ਹਰ ਕੋਈ ਉਸ ਸਮੇਂ ਦਾ ਜਿਹੜਾ ਗਵਾਹ ਇਹੀ ਇਸ਼ਾਰਾ ਕਰਦਾ ਹੈ ਕਿ ਇਹ ਸਿਆਸਤ ਵੱਲੋਂ ਕੀਤਾ ਹੋਇਆ ਇੱਕ ਕਤਲੇਆਮ ਸੀ, ਹੈ ਨਾ। ਉਸ ਤੋਂ ਬਾਅਦ ਤੁਹਾਡੇ ਮੰਮੀ ਦੇ ਜਿਹੜੇ ਭੂਆ ਜੀ ਦਾ ਪਰਿਵਾਰ ਆ, ਉਹਨਾਂ ਨਾਲ ਬਹੁਤ ਭਿਆਨਕ ਚੀਜ਼ਾਂ ਜਿਹੜੀਆਂ ਘਟਦੀਆਂ ਨੇ। ਉਹਨਾਂ ਤੁਹਾਡੇ ਮੰਮੀ ਦੇ ਫੁੱਫੜ ਜੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਉਹਨਾਂ ਦੇ ਇੱਕ ਨੌਜਵਾਨ ਬੇਟੇ ਨੂੰ ਮਾਰ ਦਿੱਤਾ ਜਾਂਦਾ। ਮਾਰਨਾ ਮੈਂ ਨਹੀਂ ਕਹੂੰਗੀ ਕਿਉਂਕਿ ਕਿਤਾਬ ਦੇ ਵਿੱਚ ਤੁਸੀਂ ਲਿਖਦੇ ਹੋ ਕਿ ਜਿਉਂਦਿਆਂ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਗਿਆ। ਉਹਨਾਂ ਦੀ ਬੇਟੀ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ, ਜਿਹਦੇ ਮਨ 'ਤੇ ਬਹੁਤ ਸਮੇਂ ਤੱਕ ਇਸ ਚੀਜ਼ ਦਾ ਅਸਰ ਰਹਿੰਦਾ ਹੈ। ਚਾਚਾ ਜੀ ਦਾ ਪਰਿਵਾਰ ਤੁਹਾਨੂੰ ਸੁਰੱਖਿਅਤ ਮਿਲਦਾ? ਹਾਂਜੀ, ਮੰਮੀ ਹੋਰਾਂ ਗਏ, ਜਿਹੜੇ ਸਕੇ ਚਾਚਾ ਜੀ ਹੈ ਉਹਨਾਂ ਨੇ ਵੀ ਇਕਜੁੱਟ ਹੋ ਕੇ ਬਾਹਰ ਦੇ ਹਮਲਿਆਂ ਨੂੰ ਨਕਾਰਤਾ, ਉਹਨਾਂ ਨੂੰ ਮਤਲਬ ਮੁਕਾਬਲਾ ਕੀਤਾ। ਅਤੇ ਜਿਵੇਂ 1-2 ਕੋਲ ਲਾਇਸੈਂਸੀ ਰਿਵਾਲਵਰ ਸੀਗੇ, ਫਾਇਰ ਕਰਨ ਨਾਲ ਭੀੜ ਆਪੇ ਹੀ ਭੱਜ ਗਈ, ਉਹ ਸਾਰੇ ਸੁਰੱਖਿਅਤ ਰਹੇ। ਪਰ ਇੱਕ ਡੈਡੀ ਦੇ ਚਾਚਾ ਜੀ ਦਾ ਬੇਟਾ, ਚਾਚਾ ਜੀ ਸੀਗੇ ਬਲਬੀਰ ਚਾਚਾ ਜੀ, ਉਹਨਾਂ ਦੀ ਉਸ ਟਾਈਮ ਡੈਥ ਹੋ ਗਈ। ਦਰਅਸਲ ਪ੍ਰੋਬਲਮ ਜ਼ਿਆਦਾ ਇਹ ਵੀ ਹੋਈ ਕਿ ਚਾਹੇ ਕੁਝ ਵੀ ਹੋ ਰਿਹਾ ਸੀਗਾ, ਮਤਲਬ ਕੋਈ ਇਸ ਗੱਲ ਨੂੰ ਮੰਨ ਹੀ ਨਹੀਂ ਪਾਇਆ ਜਾਂ ਮਹਿਸੂਸ ਹੀ ਨਹੀਂ ਕਰ ਪਾਇਆ
ਕਿ ਸਾਡੇ ਨਾਲ ਵੀ ਕੋਈ ਦਿੱਲੀ ਵਰਗੀ ਥਾਂ 'ਤੇ ਇਹੋ ਜਿਹਾ ਕੁਝ ਕਰ ਸਕਦਾ ਹੈ, ਕਿਉਂਕਿ ਕਿੰਨੇ ਸਾਲਾਂ ਤੋਂ ਦਿੱਲੀ 'ਚ ਰਹਿ ਰਹੇ ਸੀਗੇ। ਤੁਹਾਡਾ ਬਚਪਨ ਉੱਥੇ ਬੀਤਿਆ, ਬਿਲਕੁਲ। ਉਹ ਆਂਢ ਗੁਆਂਢ ਬਿਲਕੁਲ ਜਿੱਦਾਂ ਸਾਨੂੰ ਸਾਡੇ ਪਿੰਡਾਂ 'ਚ ਲੱਗਦਾ ਹੈ ਕਿ ਜਿਹੜਾ ਅਸੀਂ ਅੱਜ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਤੁਹਾਡੀ ਗੁਆਂਢੀ ਨਾਲ ਬਣੀ ਹੋਣੀ ਚਾਹੀਦੀ ਹੈ, ਕਿਉਂਕਿ ਮੁਸੀਬਤ ਵੇਲੇ ਤੁਸੀਂ ਸਭ ਤੋਂ ਪਹਿਲੀ ਆਵਾਜ਼ ਉਹਨਾਂ ਨੂੰ ਮਾਰਨਾ। ਜਦੋਂ ਉਹਨਾਂ ਲੋਕਾਂ ਤੋਂ ਤੁਹਾਨੂੰ ਭੈ ਆਉਣ ਲੱਗ ਜਾਂਦਾ ਤਾਂ ਉਹ ਜਿਹੜੀ ਮਨ ਦੀ ਸਥਿਤੀ ਆ ਉਹ ਮੈਂ ਸਮਝ ਸਕਦੀ ਹਾਂ ਤੁਹਾਡੀ। ਉਸ ਤੋਂ ਬਾਅਦ ਮੈਮ 4-5 ਨਵੰਬਰ ਤੋਂ ਬਾਅਦ ਇਹ ਘਟਨਾਵਾਂ ਰੁਕਦੀਆਂ ਨੇ। ਕਤਲੇਆਮ ਦੇ ਲਈ ਉਹਨਾਂ ਲੋਕਾਂ ਲਈ, ਇਨਸਾਫ ਲਈ ਲੜਨ ਵਾਲੇ ਫੂਲਕਾ ਸਾਹਿਬ, ਅਸੀਂ ਸਾਰੇ ਉਹਨਾਂ ਨੂੰ ਜਾਣਦੇ ਆ। ਉਹ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਹੋਇਆ ਜਿਵੇਂ 1 ਨਵੰਬਰ ਨੂੰ ਕਿਸੇ ਨੇ ਇੱਕ ਸਵਿਚ ਔਨ ਕਰ ਦਿੱਤਾ ਹੋਵੇ ਕਿ ਦਿੱਲੀ ਦੀਆਂ ਸੜਕਾਂ 'ਤੇ ਜਾ ਕੇ ਇਸ ਤਰੀਕੇ ਦਾ ਕਤਲੇਆਮ ਕੀਤਾ ਜਾਵੇ, ਅਤੇ 5 ਨਵੰਬਰ ਜਾਂ 4 ਨਵੰਬਰ ਨੂੰ ਜਿਵੇਂ ਇਹ ਸਵਿਚ ਆਫ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਇਹ ਸਾਰੀ ਭੀੜ ਜੋ ਲੋਕਾਂ ਨੂੰ ਮਾਰ ਰਹੀ ਸੀ ਸ਼ਹਿਰ ਦੀਆਂ ਗਲੀਆਂ 'ਚੋਂ ਗਾਇਬ ਹੋ ਗਈ, ਹੈ ਨਾ। ਉਸ ਤੋਂ ਬਾਅਦ ਵੀ ਤੁਸੀਂ ਦਿੱਲੀ ਰਹੇ ਹੋ ਕੁਝ ਸਮਾਂ, ਤੇ ਉਸ ਤੋਂ ਬਾਅਦ ਦਾ ਮਾਹੌਲ ਕਿਵੇਂ ਦਾ ਸੀ? ਦਰਅਸਲ ਪਹਿਲੇ 3-4 ਦਿਨ ਤਾਂ ਜਦੋਂ ਸਾਰਾ ਕੁਝ ਵਾਪਰਿਆ, ਨੇੜੇ ਦੇ ਰਿਸ਼ਤੇਦਾਰਾਂ ਨੂੰ ਮਿਲੇ, ਉਹਨਾਂ ਦਾ ਪਤਾ ਲਿੱਤਾ। ਪਰ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਥੋੜ੍ਹਾ ਸਮਾਂ ਬੀਤਦਾ ਗਿਆ ਤਾਂ ਜਿਵੇਂ ਸਾਰਾ ਕੁਝ ਨੋਰਮਲ ਹੋਣ ਵੱਲ ਆ ਰਿਹਾ ਸੀਗਾ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਸੀ ਨਾ, ਤੇ ਲੋਕਾਂ ਦਾ ਬਿਹੇਵੀਅਰ ਬਹੁਤ ਬਦਲਿਆ ਹੋਇਆ ਸੀ। ਮਤਲਬ ਜਿਹੜੇ ਜਾਣਦੇ ਸੀਗੇ ਕਿ ਅਸੀਂ ਸਿੱਖਾਂ ਦੀਆਂ ਕੁੜੀਆਂ, ਮਤਲਬ ਉਹਨਾਂ ਦੀ ਗੱਲਬਾਤ ਦਾ ਢੰਗ, ਉਹਨਾਂ ਦਾ ਸਾਡੇ ਨਾਲ ਬੋਲਣਾ ਜਾਂ ਬੈਠਣਾ ਬਹੁਤ ਘੱਟ ਗਿਆ। ਸਕੂਲ ਵਿੱਚ ਗਏ ਅਸੀਂ, ਮੰਮੀ ਨੇ ਪਹਿਲਾਂ ਸਿਖਾ ਕੇ ਭੇਜਿਆ ਸੀਗਾ, ਕੋਈ ਕੁਛ ਵੀ ਕਹੇ ਤੁਸੀਂ ਅੱਗੋਂ ਨਹੀਂ ਕੁਝ ਵੀ ਬੋਲਣਾ। ਅਤੇ ਸਕੂਲ 'ਚ ਕਿਉਂਕਿ ਮੈਂ 12ਵੀਂ ਕਲਾਸ 'ਚ ਸੀਗੀ, ਅਤੇ ਜਿਵੇਂ 2 ਗਰੁੱਪ ਬਣ ਗਏ, ਇੱਕ ਹਿੰਦੂ ਕੁੜੀਆਂ ਦਾ, ਇੱਕ ਸਿੱਖਾਂ ਦਾ ਬਣ ਗਿਆ। ਟੀਚਰਸ ਦੇ ਬਿਹੇਵੀਅਰ 'ਚ ਵੀ ਬਹੁਤ ਫ਼ਰਕ ਸੀਗਾ। ਸਾਡੇ ਜਿਹੜੇ ਸਿੱਖ ਟੀਚਰ ਸੀਗੇ ਉਹ ਸਾਨੂੰ ਨੇੜੇ ਰੱਖਣ, ਅਤੇ ਦੂਸਰੇ ਟੀਚਰਸ ਦਾ ਮਤਲਬ ਗੱਲ ਕਰਨ ਦਾ ਤਰੀਕਾ ਮਤਲਬ ਬੜਾ ਮਨ ਨੂੰ ਦੁੱਖ ਪਹੁੰਚਾਉਣ ਵਾਲਾ ਸੀਗਾ। ਕਿਤੇ ਨਾ ਕਿਤੇ ਇਹ ਸਾਰਾ ਕੁਝ ਦੇਖ ਕੇ ਨਾ ਇੱਕ ਇਹ ਵੀ ਡਰ ਰਹਿੰਦਾ ਸੀਗਾ ਕਿ ਪਤਾ ਨਹੀਂ ਕਦੋਂ ਫੇਰ ਕੁਝ ਸ਼ੁਰੂ ਨਾ ਹੋ ਜਾਏ, ਦੁਬਾਰਾ ਨਾ ਕੁਝ ਹੋ ਜਾਏ। ਮਤਲਬ ਹਰ ਸ਼ਾਮ ਨੂੰ ਨਾ ਘਰੋਂ ਬਾਹਰ ਨਿਕਲਦੇ ਵੀ ਡਰ ਆਉਂਦਾ ਸੀਗਾ। ਨਹੀਂ ਅੱਗੇ 31 ਅਕਤੂਬਰ ਇਸ ਤੋਂ ਪਹਿਲਾਂ ਅਸੀਂ ਕਿੰਨੀ ਰਾਤ ਤੱਕ ਗਲੀਆਂ 'ਚ, ਪਾਰਕਾਂ 'ਚ ਘੁੰਮਦੇ ਫਿਰਨਾ, ਮਤਲਬ ਕੋਈ ਡਰ ਹੀ ਨਹੀਂ ਕਦੇ ਵੀ ਉੱਥੇ। ਪਰ ਉਸ ਦਿਨ ਤੋਂ ਬਾਅਦ ਫਿਰ ਸਾਨੂੰ ਸੱਚੀ ਭੈ ਆਉਣ ਲੱਗ ਗਿਆ, ਲੋਕਾਂ ਤੋਂ ਵੀ ਭੈ ਆਉਂਦਾ ਸੀਗਾ, ਅਤੇ ਇੱਕ ਸਹਿਮ ਜਿਹਾ ਮਨ ਵਿੱਚ ਬੈਠ ਗਿਆ। ਮੈਨੂੰ ਲੱਗਦਾ ਕਿ ਜਿੱਥੇ ਕਿਤੇ ਅਸੀਂ ਜ਼ਿਆਦਾ ਲੋਕਾਂ ਨੂੰ ਖੜੇ ਦੇਖਣਾ ਨਾ, ਇੰਝ ਲੱਗਦਾ ਜਿਵੇਂ ਇਹ ਸਾਡੀਆਂ ਹੀ ਗੱਲਾਂ ਕਰ ਰਹੀਆਂ। ਮਨ ਬਹੁਤ ਉਸ ਵੇਲੇ ਇਹੋ ਜਿਹਾ ਹੋ ਗਿਆ। ਉਸ ਵੇਲੇ ਕਿਤੇ ਮੇਰੇ ਮਨ ਵਿੱਚ ਇਹ ਮੈਂ ਪੱਕਾ ਕਰ ਲਿਆ ਕਿ ਅਸੀਂ ਹੁਣ ਇੱਥੇ ਨਹੀਂ ਰਹਿਣਾ, ਕਿਉਂਕਿ ਬਿਲਕੁਲ ਹੀ ਬਦਲ ਗਿਆ ਸੀ ਸਾਰਾ ਕੁਝ। ਲੱਗਦਾ ਨਹੀਂ ਸੀਗਾ ਕਿ ਹੁਣ ਅਸੀਂ ਪਹਿਲਾਂ ਵਾਂਗ ਉਸ ਤਰ੍ਹਾਂ ਨਾਲ ਰਹਿ ਸਕਦੇ ਹਾਂ। ਇੱਕ ਉਹਨਾਂ ਦਿਨਾਂ 'ਚ ਥੋੜ੍ਹਾ ਜਿਹਾ ਵੀ ਕੁਝ ਹੁੰਦਾ, ਇਹ ਡਰ ਲੱਗਦਾ ਕਿਤੇ ਇੱਧਰੋਂ ਮੌਬ ਨਾ ਆ ਜਾਏ, ਕਿਤੇ ਫੇਰ ਨਾ ਕਤਲੇਆਮ ਹੋ ਜਾਏ, ਫਿਰ ਅਸੀਂ ਕਿਵੇਂ ਬਚਾਂਗੇ, ਕੌਣ ਬਚਾਏਗਾ। ਹੁਣ ਤਾਂ ਬਚ ਗਏ, ਮਤਲਬ ਇਹ ਡਰ ਤਾਂ ਬਹੁਤ ਮਨ ਨੂੰ ਖਾਂਦਾ ਸੀਗਾ। ਪਰ ਮੈਨੂੰ ਲੱਗਦਾ ਕਿ ਮੈਕਸੀਮਮ ਸਾਡੇ ਰਿਸ਼ਤੇਦਾਰ ਹੈ, ਉਸ ਵੇਲੇ ਅਸੀਂ ਮਤਲਬ ਜਿਵੇਂ ਅਕਤੂਬਰ ਨਵੰਬਰ 'ਚ ਹੋਇਆ, ਦਸੰਬਰ ਦੀਆਂ ਸਕੂਲ ਦੀਆਂ ਛੁੱਟੀਆਂ ਹੋਈਆਂ, ਅਤੇ ਅਸੀਂ ਸਿਰਫ ਥੋੜ੍ਹਾ ਜਿਹਾ ਜ਼ਰੂਰੀ ਸਮਾਨ ਉੱਥੇ ਘਰ 'ਚ ਰੱਖ ਕੇ ਸਾਰਾ ਅਸੀਂ ਪੰਜਾਬ ਸ਼ਿਫਟ ਕਰਤਾ ਸੀਗਾ। ਮਤਲਬ ਪੱਕਾ ਸੋਚ ਲਿਆ ਸੀਗਾ ਸਾਰਿਆਂ ਨੇ ਕਿ ਅਸੀਂ ਹੁਣ ਪੰਜਾਬ 'ਚ ਹੀ ਰਹਾਂਗੇ ਜਾ ਕੇ, ਵੀ ਹੁਣ ਦਿੱਲੀ 'ਚ ਨਹੀਂ ਰਹਿਣਾ। ਕਿੱਥੇ ਅਸੀਂ ਦਿੱਲੀ ਦੇ ਉਹ ਕਿਤੇ ਹੋਰ ਜਾਣ ਦੇ ਨਾਂ ਤੋਂ ਵੀ ਅਸੀਂ ਰੌਲਾ ਪਾ ਦਿੰਦੇ ਸੀਗੇ। ਉਹਨਾਂ ਦਿਨਾਂ 'ਚ ਹੀ ਮੇਰੇ ਡੈਡੀ ਨੇ ਕਿਤੇ ਮੋਹਾਲੀ 'ਚ ਇੱਕ ਫਲੈਟ ਲੈ ਲਿਆ ਸੀਗਾ, ਅਤੇ ਉਹ ਵੈਸੇ ਹੀ ਉਹਨਾਂ ਨੇ ਕਿਹਾ ਵੀ ਜਦੋਂ ਕਦੇ ਜਾਣਾ ਹੋਇਆ ਆਪਣੇ ਘਰ ਚਲੋ ਰਹਿ ਲਿਓ ਕਦੇ ਉੱਥੇ। ਅਸੀਂ ਰੌਲਾ ਪਾਉਣਾ ਵੀ ਅਸੀਂ ਦਿੱਲੀ ਛੱਡ ਕੇ ਨਹੀਂ ਕਿਤੇ ਵੀ ਜਾਣਾ, ਵੀ ਕਿੱਥੇ ਦਿੱਲੀ ਕਿੱਥੇ ਮੋਹਾਲੀ। ਅਤੇ ਉਸ ਵੇਲੇ ਤਾਂ ਅੱਜ ਕੱਲ੍ਹ ਵਰਗਾ ਮੋਹਾਲੀ ਵੀ ਨਹੀਂ ਸੀਗਾ, ਡਿਵੈਲਪ ਨਹੀਂ ਸੀ ਹੋਇਆ। ਅਤੇ ਪਰ ਦੇਖੋ ਕਿ ਸਾਨੂੰ ਫਿਰ ਦਿੱਲੀ ਖੁਸ਼ੀ ਨਾਲ ਛੱਡ ਕੇ ਆਏ ਅਸੀਂ, ਕਿਉਂਕਿ ਉੱਥੇ ਰਹਿਣਾ ਹੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀਗਾ, ਡਰ ਭੈ ਦੇ ਮਾਹੌਲ 'ਚ। ਤੁਹਾਡੇ ਭਰਾ ਉਸ ਟਾਈਮ ਗਵਾਲੀਅਰ ਪੜ੍ਹਦੇ ਸੀ, ਉਹਨਾਂ ਦੇ ਵੀ ਨਾਲ ਦੇ ਕਈ ਦੋਸਤਾਂ ਦਾ ਕਤਲ ਹੋਇਆ ਇਸ ਸਮੇਂ ਦੇ ਵਿੱਚ।
ਉਹਨਾਂ ਬਾਰੇ ਜਦੋਂ ਤੁਹਾਡੇ ਮਦਰ ਉਹਨਾਂ ਨੂੰ ਜਾ ਕੇ ਮਿਲਦੇ ਆ ਤਾਂ ਉਹ ਵੀ ਆਪਣੇ ਨਾਲ ਵਾਪਰੇ ਹਾਦਸੇ ਦਾ ਜ਼ਿਕਰ ਕਰਦੇ ਆ। ਮੈਂ ਚਾਹੁੰਦੀ ਹਾਂ ਵੀ ਉਹ ਵੀ ਤੁਸੀਂ ਜ਼ਰੂਰ ਦੱਸੋ ਕਿ ਕਿਉਂਕਿ ਇਹ ਇਕੱਲੇ ਦਿੱਲੀ 'ਚ ਨਹੀਂ, ਬਹੁਤ ਸਾਰੀਆਂ ਹੋਰ ਸਟੇਟਸ ਦੇ ਵਿੱਚ ਵੀ ਸੇਮ ਇਹੀ ਚੀਜ਼ਾਂ, ਇਹੀ ਘਟਨਾਵਾਂ ਲੋਕਾਂ ਨਾਲ ਹੋਈਆਂ। ਬਿਲਕੁਲ, ਪਹਿਲਾਂ ਤਾਂ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਦਿੱਲੀ ਵਿੱਚ ਹੀ ਹੋਇਆ ਵੀ ਇੰਦਰਾ ਗਾਂਧੀ ਨੂੰ ਦਿੱਲੀ ਵਿੱਚ ਹੀ ਜਿਵੇਂ ਮਾਰਿਆ ਗਿਆ, ਤਾਂ ਵੀ ਰਾਜੀਵ ਗਾਂਧੀ ਨੇ ਦਿੱਲੀ ਵਿੱਚ ਹੀ ਸਾਰਾ ਕੁਝ ਕਰਵਾਇਆ। ਪਰ ਮੰਮੀ ਨੂੰ ਕਿਤੇ ਨਾ ਕਿਤੇ ਇਹ ਸੀਗਾ ਕਿ ਵੀ ਪਤਾ ਲੱਗੇ ਵੀ ਵੀਰ ਹੋਰਾਂ ਕਿਵੇਂ ਨੇ, ਵੀ ਉਹ ਠੀਕ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ। ਤਾਂ ਮੰਮੀ ਜੀ ਅਤੇ ਤਾਈ ਜੀ ਦੋਨੋਂ ਜਿਵੇਂ ਟ੍ਰੇਨ 'ਚ ਬੈਠ ਕੇ ਚੱਲੇ, ਤਾਂ ਡਰ ਤਾਂ ਸੀਗਾ ਹੀ ਟ੍ਰੇਨ 'ਚ, ਕਿਉਂਕਿ ਟ੍ਰੇਨਾਂ ਦੀ ਮਾਰਨ ਦੇ ਗੱਲਾਂ ਸੁਣੀਆਂ ਸੀਗੀਆਂ। ਅਤੇ ਸਾਨੂੰ ਵੀ ਕਿਤੇ ਇਹ ਫੀਲ ਹੁੰਦਾ ਸੀਗਾ ਵੀ ਪਤਾ ਨਹੀਂ ਸਾਡੀ ਮੰਮੀ ਮੁੜ ਕੇ ਆਊਗੀ ਕਿ ਨਹੀਂ ਆਊਗੀ, ਵੀ ਕਿਤੇ ਅਸੀਂ ਦੋਨੋਂ ਭੈਣਾਂ ਹੀ ਨਾ ਰਹਿ ਜਾਈਏ, ਕਿਉਂਕਿ ਬਹੁਤ ਡਰ ਦਾ ਮਾਹੌਲ ਸੀ। ਪਰ ਮੰਮੀ ਅਤੇ ਤਾਈ ਜੀ ਗਏ। ਉਹ ਜਿਵੇਂ ਦੱਸਦੇ ਆ ਕਿ ਟ੍ਰੇਨ ਵਿੱਚ ਸਿੱਖ ਫੌਜੀ ਵੀ ਸੀਗੇ, ਕੁਝ ਫੌਜੀਆਂ ਦਾ ਦਸਤਾ ਸੀਗਾ, ਉਹਨਾਂ 'ਚ 4-5 ਮੁੰਡੇ ਸਿੱਖ ਫੌਜੀ ਸੀ। ਅਤੇ ਉਹਨਾਂ ਨੇ ਮੰਮੀ ਹੋਰਾਂ ਨੂੰ ਪਤਾ ਨਹੀਂ ਵੀ ਕਿਹੜੇ ਸੀਗੇ ਉਹ, ਪਰ ਉਹ ਮਤਲਬ ਅਖੀਰੀ ਟਾਈਮ ਤੱਕ ਮੰਮੀ ਹੋਰਾਂ ਹਮੇਸ਼ਾ ਗੱਲ ਕਰਦੇ ਸੀਗੇ ਕਿ ਉਹਨਾਂ ਬੱਚਿਆਂ ਨੇ, ਕਿਉਂਕਿ ਉਹ 23-24 ਸਾਲ ਦੇ ਫੌਜੀ ਸੀਗੇ, ਉਹਨਾਂ ਨੇ ਮੰਮੀ ਹੋਰਾਂ ਨੂੰ ਬਹੁਤ ਜ਼ਿਆਦਾ ਸਹਾਰਾ ਦਿੱਤਾ। ਕਦੇ ਉਹਨਾਂ ਨੂੰ ਚਾਹ ਪਵਾਉਣ, ਕਦੇ ਪਾਣੀ ਪਿਲਾਉਣ, ਵੀ ਔਰ ਨਾਲੇ ਇਹ ਧਰਵਾਸ ਦੇਣ ਵੀ ਆਂਟੀ ਠੀਕ ਹੋਣਗੇ ਸਾਰੇ, ਤੁਸੀਂ ਜਾਇਓ ਦੇਖਿਓ ਤੁਹਾਡਾ ਬੇਟਾ, ਸਾਰੇ ਬਿਲਕੁਲ ਠੀਕ ਹੋਣਗੇ। ਤਾਂ ਤਾਇਆ ਜੀ ਦਾ ਘਰ ਗਵਾਲੀਅਰ ਰੇਲਵੇ ਸਟੇਸ਼ਨ ਦੇ ਨੇੜੇ ਹੀ ਸੀਗਾ। ਤਾਇਆ ਜੀ ਗਾਰਡ ਸੀਗੇ ਰੇਲਵੇ 'ਚ। ਅਤੇ ਜਦੋਂ ਮੰਮੀ ਹਰਾ ਫਟਾਫਟ ਜੇ ਸਟੇਸ਼ਨ ਤੋਂ ਘਰ ਵੱਲ ਨੂੰ ਜਾ ਰਹੇ ਸੀਗੇ, ਤਾਂ ਦੂਰੋਂ ਘਰ ਦੀ ਹਾਲਤ ਦੇਖੀ। ਸਾਰਾ ਬਾਹਰ ਉਹਨਾਂ ਦਾ ਕਾਫੀ ਬੜਾ ਬਾਗ ਸੀਗਾ, ਕਾਫੀ ਵੱਡਾ ਘਰ ਸੀਗਾ ਉਹਨਾਂ ਦਾ। ਗੇਟ ਤੋਂ ਘਰ ਜਿਵੇਂ ਕਾਫੀ ਪਿੱਛੇ ਸੀਗਾ, ਅਤੇ ਸਾਰਾ ਟੁੱਟਿਆ ਹੋਇਆ, ਪੇੜ ਟੁੱਟੇ ਪਏ, ਸਾਰਾ ਕੁਛ। ਅਤੇ ਇੱਕ ਵਾਰ ਤਾਂ ਮੰਮੀ ਕਹਿੰਦੇ ਦੇਖ ਕੇ ਵੀ ਮੈਂ ਇੰਨੀ ਬੁਰੀ ਤਰ੍ਹਾਂ ਡਰੀ ਵੀ ਪਤਾ ਨਹੀਂ ਕੋਈ ਹੈ ਜਾਂ ਨਹੀਂ। ਤਾਂ ਪਰ ਜਾ ਕੇ ਉਹਨਾਂ ਨੇ ਕੁੰਡਾ ਖੜਕਾਇਆ, ਅਤੇ ਕਿਤੇ ਦਰਵਾਜ਼ੇ ਦੀਆਂ ਚੀਥਾਂ 'ਚੋਂ ਉਹਨਾਂ ਨੂੰ ਵੀਰ ਨਜ਼ਰ ਆ ਗਿਆ ਅੰਦਰ ਘੁੰਮਦਾ। ਮਤਲਬ ਮੰਮੀ ਦਾ ਉਹ ਦੱਸਣਾ ਨਾ, ਕਹਿੰਦੇ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਲਾਈਫ 'ਚ ਕੀ ਮਿਲ ਗਿਆ ਵੀ ਬੇਟੇ ਨੂੰ ਦੇਖ ਕੇ, ਵੀ ਉਹਨੂੰ ਸ਼ਕਲ ਦੇਖ ਲਈ ਵੀ ਹਾਂ ਠੀਕ ਹੈ। ਅਦਰਵਾਈਜ਼ ਬਾਹਰ ਦੇਖ ਕੇ ਤਾਂ ਉਹ ਬਹੁਤ ਬੁਰੀ ਤਰ੍ਹਾਂ ਡਰ ਗਏ ਸੀ। ਤਾਈ ਜੀ ਨੇ ਖੋਲ੍ਹਿਆ, ਉਹ ਹੈਰਾਨ ਸੀਗੇ ਵੀ ਇੰਨੇ ਉਹਦੇ ਬਾਅਦ ਇਹ ਦੋਨੋਂ ਆ ਕਿਵੇਂ ਗਈਆਂ ਟ੍ਰੇਨ 'ਚ। ਉਹ ਬਹੁਤ ਸੁਲਝਿਆ ਹੋਇਆ ਪਰਿਵਾਰ ਹੈ ਤਾਈ ਜੀ ਹੋਰਾਂ ਦਾ। ਬਹੁਤ ਪਾਠ ਪੂਜਾ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਬਹੁਤ ਵਧੀਆ ਉਹ। ਅਤੇ ਉਹਨਾਂ ਨੇ ਤਾਂ ਮੰਮੀ ਹੋਰਾਂ ਨੂੰ ਦੱਸਿਆ ਨਹੀਂ ਕੁਛ, ਕਹਿੰਦੇ ਠੀਕ ਹੈ ਸਾਰਾ ਕੁਛ, ਸਭ ਠੀਕ ਹੈ। ਪਰ ਵੀਰ ਨੇ ਫਿਰ ਦੱਸਿਆ, ਥੋੜ੍ਹਾ ਜਿਹਾ ਵੀਰ ਇਕੱਲਾ ਹੋਇਆ। ਤਾਂ ਵੀਰ ਨਾਲ ਜਦੋਂ ਗੱਲ ਕੀਤੀ, ਬਹੁਤ ਰੋਇਆ ਮੰਮੀ ਦੇ ਗਲ ਲੱਗ ਕੇ, ਕਿਉਂਕਿ ਉਹਨੇ ਮੌਤ ਨੂੰ ਬਹੁਤ ਨੇੜਿਓਂ ਦੇਖ ਲਿਆ ਸੀ। ਉਹ ਖਿਡਾਰੀ ਸੀਗਾ ਅਤੇ ਸਟੇਡੀਅਮ 'ਚ ਰੋਜ਼ ਸ਼ਾਮ ਨੂੰ ਪ੍ਰੈਕਟਿਸ ਲਈ ਜਾਂਦਾ ਸੀਗਾ। ਅਤੇ 1 ਨਵੰਬਰ ਨੂੰ ਜਿਵੇਂ ਉਹ ਜਦੋਂ ਸਵੇਰੇ ਗਿਆ, ਤਾਂ ਉਹ ਕਹਿੰਦਾ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਲੋਕ ਗਰੁੱਪ ਬਣਾ ਕੇ ਕਿਉਂ ਖੜ੍ਹੇ ਹੈ। ਵੀ ਕਾਫੀ ਇੱਧਰ ਉੱਧਰ ਜਿਹੜੇ ਹਿੰਦੂ ਮੁੰਡੇ ਸੀਗੇ, ਉਹ ਸਾਰੇ ਗਰੁੱਪ ਬਣਾ ਕੇ ਖੜ੍ਹੇ ਸੀਗੇ। ਤਾਂ ਫੌਜੀ ਵੀ ਆਉਂਦੇ ਸੀ ਉੱਥੇ ਪ੍ਰੈਕਟਿਸ ਲਈ ਨਾ, ਤਾਂ ਉੱਥੇ ਕਿਸੇ ਨੇ ਕਹਿ ਦਿੱਤਾ ਇਹਨਾਂ ਨੂੰ, ਸਿੱਖੇ 3-4 ਮੁੰਡੇ ਸੀਗੇ, 4 ਮੁੰਡੇ ਸੀਗੇ, ਬਈ ਬੇਟੇ ਤੁਸੀਂ ਇੱਥੋਂ ਚਲੇ ਜਾਓ, ਬਈ ਇਹ ਮਾਹੌਲ ਖ਼ਰਾਬ ਹੈ, ਬਈ ਇੰਦਰਾ ਗਾਂਧੀ ਦੀ ਡੈਥ ਕਰਕੇ ਵੀ ਤੁਸੀਂ ਆਪਣੇ ਘਰਾਂ 'ਚ ਛੇਤੀ ਚਲੇ ਜਾਓ ਇੱਥੋਂ। ਤਾਂ ਵੀਰ ਕੋਲ ਸਾਈਕਲ ਸੀਗੀ, ਉਹ ਤਿੰਨੋਂ ਮੁੰਡੇ ਪੈਦਲ ਸੀਗੇ। ਅਤੇ ਵੀਰ ਕਹਿੰਦਾ ਅਸੀਂ ਚਾਰੋਂ ਗੱਲਾਂ ਕਰਦੇ ਕਰਦੇ ਸਟੇਡੀਅਮ ਤੋਂ ਬਾਹਰ ਤੁਰੇ ਜਾਂਦੇ ਹਾਂ। ਆਲੇ ਦੁਆਲੇ ਦੁਕਾਨਾਂ ਸੀਗੀਆਂ, ਅਤੇ ਕਹਿੰਦੇ ਉੱਥੇ ਇੱਕ ਬੜਾ ਮੋਟਾ ਜਿਹਾ ਬੰਦਾ, ਇੱਕ ਇੰਨੀ ਜ਼ੋਰ ਦੀ ਆਵਾਜ਼ ਮਾਰ ਕੇ ਚੀਕ ਕੇ ਬੋਲਿਆ ਵੀ ਦੇਖੋ ਵੀ ਸਿੱਖੜੇ ਜਾ ਰਹੇ ਹੈ, ਵੀ ਫੜੋ ਇਹਨਾਂ ਨੂੰ। ਅਤੇ ਇੰਨਾ ਕਹਿਣ ਦੀ ਦੇਰ ਸੀ ਵੀ ਲੋਕ ਉਹਨਾਂ ਦੇ ਮਗਰ ਪੈ ਗਏ। ਉਹ ਵੀਰ ਕੋਲ ਸਾਈਕਲ ਸੀ, ਉਹ ਤਾਂ ਸਾਈਕਲ ਨੂੰ ਭਜਾ ਲਈ ਉਹਨੇ ਤਾਂ ਆਪਣੀ ਸਾਈਕਲ। ਮੁੰਡੇ ਵੀ ਪਿੱਛੇ ਪਿੱਛੇ ਪੈਦਲ ਭੱਜ ਲਏ। ਥੋੜ੍ਹੀ ਅੱਗੇ ਜਾ ਕੇ ਇੱਕ ਜਿਵੇਂ ਛੋਟਾ ਜਿਹਾ ਰਾਹ ਸੀਗਾ, ਅਤੇ ਵੀਰ ਕਹਿੰਦਾ ਵੀ ਇੱਕ ਦੁੱਧ ਵਾਲਾ ਸੀਗਾ, ਡਰਮ ਜੇ ਲੈ ਕੇ ਖੜ੍ਹਾ, ਉਹਦੇ 'ਚ ਉਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਵੀਰ ਕਹਿੰਦਾ ਮੈਂ ਕੁਛ ਨਹੀਂ ਦੇਖਿਆ, ਮੈਂ ਲੱਤ ਮਾਰ ਕੇ ਉਹਨੂੰ ਪਰੇ ਕੀਤਾ
ਕਿਉਂਕਿ ਪਿੱਛੇ ਇੰਨੀ ਭੀੜ ਆ ਰਹੀ ਸੀਗੀ, ਉਹਨੂੰ ਦਿਖ ਰਿਹਾ ਸੀਗਾ ਕਿ ਮੌਤ ਨੇੜੇ ਨੇੜੇ ਆ ਰਹੀ ਹੈ। ਅਤੇ ਉਹ ਉੱਥੇ ਢਲਾਣ ਸੀਗੀ, ਉੱਥੋਂ ਨੀਚੇ ਉਹਦੀ ਸਾਈਕਲ ਰੁੜਦੀ ਜਾ ਰਹੀ ਹੈ ਅਤੇ ਦੂਰੋਂ ਇੱਕ ਟ੍ਰੇਨ ਦੀ ਆਵਾਜ਼ ਆ ਰਹੀ ਹੈ ਵੀ ਟ੍ਰੇਨ ਆ ਰਹੀ ਹੈ ਉੱਧਰੋਂ ਲਾਈਨ 'ਤੇ। ਅਤੇ ਢਲਾਣ ਤੋਂ ਬਾਅਦ ਉਹਨੇ ਰੇਲਵੇ ਲਾਈਨ ਨੂੰ ਕ੍ਰੋਸ ਕਰਨਾ ਸੀਗਾ। ਅਤੇ ਉਹ ਕਹਿੰਦਾ ਉਸ ਵੇਲੇ ਮੇਰੇ ਮਨ 'ਚ ਇਹ ਆਇਆ ਕਿ ਮਰਨਾ ਹੀ ਹੈ ਹੁਣ ਤਾਂ, ਜਾਂ ਤਾਂ ਟ੍ਰੇਨ ਥੱਲੇ ਆ ਕੇ ਮਰੂੰਗਾ, ਨਹੀਂ ਤਾਂ ਭੀੜ ਨੇ ਮੈਨੂੰ ਮਾਰ ਦੇਣਾ। ਕਹਿੰਦਾ ਫਿਰ ਮੈਂ ਸੋਚਿਆ ਵੀ ਜੇ ਮਰਨਾ ਹੀ ਹੈ ਤਾਂ ਟ੍ਰੇਨ ਦੇ ਥੱਲੇ ਹੀ ਮਰ ਜਾਵਾਂ, ਉਹਨਾਂ ਦੇ ਮਾਰਨ ਨਾਲੋਂ ਤਾਂ ਚੰਗਾ। ਪਰ ਉਹ ਪਤਾ ਨਹੀਂ ਕਿਵੇਂ ਕਹਿੰਦਾ ਕਿ ਜਿਵੇਂ ਹੀ ਟ੍ਰੇਨ ਦੀ ਉਹਨੇ ਪਟੜੀ ਕ੍ਰੋਸ ਕੀਤੀ ਹੈ ਅਤੇ ਟ੍ਰੇਨ ਲੰਘੀ ਹੈ, ਕਿਤੇ ਟ੍ਰੇਨ ਦੀ ਜ਼ੋਰ ਦੀ ਹਵਾ ਜਾਂ ਕਿਹਦੇ ਕਰਕੇ ਉਹਦੀ ਸਾਈਕਲ ਦੂਰ ਜਾ ਕੇ ਗਿਰੀ, ਉਹ ਵੀ ਡਿੱਗ ਗਿਆ। ਪਰ ਟ੍ਰੇਨ ਦੇ ਆਉਣ ਨਾਲ ਇਹ ਹੋ ਗਿਆ ਕਿ ਉਹ ਮੌਤ ਪਿੱਛੇ ਰਹਿ ਗਿਆ। ਪਰ ਵੀਰ ਲਈ ਉਹ ਗੱਲ ਤਾਂ ਚੰਗੀ ਹੋ ਗਈ, ਪਰ ਜਿਹੜੇ ਨਾਲ ਤਿੰਨੋਂ ਮੁੰਡੇ ਸੀਗੇ ਉਹਨਾਂ ਦੀਆਂ ਚੀਕਾਂ ਸੁਣੀਆਂ ਉਹਨੇ ਆਪਣੇ ਨਾਲ ਦੇ ਦੋਸਤਾਂ ਦੀਆਂ, ਉਹਨਾਂ ਨੂੰ ਮਾਰਤਾ ਉਹਨਾਂ ਨੇ, ਪੂਰੀ ਭੀੜ ਨੇ। ਵੀਰ ਕਹਿੰਦਾ ਮੈਂ ਸਾਈਕਲ ਚੱਕ ਕੇ ਭੱਜਿਆ, ਮਤਲਬ ਕਹਿੰਦਾ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਰਾਹ ਕਿੱਧਰ ਨੂੰ ਜਾਵਾਂ। ਕਹਿੰਦਾ ਮੈਨੂੰ ਕੁਛ ਜਿਵੇਂ ਦਿਖਾਈ ਨਹੀਂ ਸੀ ਦੇ ਰਿਹਾ ਵੀ ਮੈਂ ਕਿੱਥੇ ਨੂੰ ਭੱਜਾਂ। ਘਰ ਦੀ ਬੈਕ ਸਾਈਡ 'ਤੇ ਜਿਵੇਂ ਗਲੀ 'ਚ ਗਿਆ, ਸਾਈਕਲ ਉਹਨੇ ਅੰਦਰ ਸਿੱਟੀ ਗਿਆ ਅਤੇ ਬਾਅਦ ਵਿੱਚ ਦੱਸਦੇ ਕਿ 2 ਘੰਟੇ ਉਹ ਹਿੱਲ ਹੀ ਨਹੀਂ ਪਾਇਆ ਮੰਜੇ ਤੋਂ। ਫਿਰ ਤਾਈ ਜੀ ਨੂੰ ਦੱਸਿਆ ਵੀ ਮਾਰ ਰਹੇ ਆ ਸਿੱਖਾਂ ਨੂੰ, ਤਾਂ ਉਹਨਾਂ ਦਾ ਬੇਟਾ ਵੀ ਜਿਹੜਾ ਸੀਗਾ ਘਰੋਂ ਬਾਹਰ ਸੀਗਾ, ਮਤਲਬ ਉਹਦੇ ਦੋਸਤ ਛੱਡ ਗਏ। 2-3 ਦਿਨ ਉਹ ਗੁਆਂਢੀਆਂ ਦੇ ਘਰ 'ਚ ਮਤਲਬ ਉਹਨਾਂ ਨੇ ਸ਼ਰਨ ਲਿੱਤੀ, ਪਰ ਉਹਨਾਂ ਦੇ ਘਰ ਦੇ ਬਾਹਰ ਇੱਕ ਮੰਦਿਰ ਸੀਗਾ, ਉਹਦਾ ਪੁਜਾਰੀ ਬਹੁਤ ਵਧੀਆ ਸੀ, ਉਹਨੇ ਉਹਨਾਂ ਨੂੰ ਬਚਾਇਆ ਮੌਤ ਤੋਂ। ਬਾਰ-ਬਾਰ ਵੀ ਉਹ ਚਲੇ ਗਏ ਅਤੇ ਇੱਕ ਵਾਰ ਤਾਂ ਇੱਕ ਮੌਬ ਆਇਆ, ਉਹਨਾਂ ਨੂੰ ਲੱਗਿਆ ਕਿ ਅੰਦਰ ਹੀ ਹੈ ਅਤੇ ਉਹ ਨਾਲ ਹੀ ਉਹਨਾਂ ਦੇ ਪਾਣੀ ਦੀ ਟੈਂਕੀ ਸੀਗੀ, ਉੱਥੇ ਚੜ੍ਹ ਕੇ ਦੇਖਣ ਲੱਗੇ। ਇਹਨਾਂ ਨੂੰ ਲੱਗਿਆ ਕਿ ਜੇ ਉਹ ਟੈਂਕੀ 'ਤੇ ਚੜ੍ਹ ਗਏ ਉਹਨਾਂ ਨੇ ਦੇਖ ਲੈਣਾ ਅਸੀਂ ਨਾਲ ਦੇ ਗੁਆਂਢੀਆਂ ਦੇ ਵਿਹੜਿਆਂ 'ਚ ਬੈਠੇ ਹਾਂ। ਪਰ ਕਿਤੇ ਉੱਥੇ ਨਾਰੀ ਫੌਜੀ ਦਾ ਘਰ ਸੀਗਾ, ਰਿਟਾਇਰਡ ਸੀਗੇ ਹੈ ਨਾ, ਉਹਨਾਂ ਨੇ ਸੋਚਿਆ ਕਿਤੇ ਉਹਨਾਂ ਦੇ ਘਰ ਵੱਲ ਹਮਲਾ ਕਰਨ ਆ ਰਹੇ ਆ। ਉਹਨਾਂ ਨੇ ਫਾਇਰ ਕੀਤੇ, 3-4 ਜਿਹੜੇ ਥਾਈਂ ਮਾਰਤੇ ਉਹਨਾਂ ਨੇ, ਬਸ ਫਾਇਰ ਕਰਦੇ ਹੀ ਫਿਰ ਉਹ ਭੱਜ ਗਏ ਸਾਰੇ। ਪਰ ਤਾਇਆ ਜੀ ਦੇ ਘਰ ਦੇ ਵਿਹੜਿਆਂ 'ਚ ਦੇਸੀ ਬੰਬ ਸੁੱਟ ਕੇ ਬਹੁਤ ਨੁਕਸਾਨ ਕਰਿਆ, ਕਿਉਂਕਿ ਮੱਧ ਪ੍ਰਦੇਸ਼ 'ਚ ਗਵਾਲੀਅਰ ਦੇ ਆਲੇ ਦੁਆਲੇ ਚੰਬਲ ਦਾ ਇਲਾਕਾ, ਉੱਥੇ ਦੇਸੀ ਕੱਟੇ ਆਮ ਚੀਜ਼ਾਂ ਮਿਲ ਜਾਂਦੀਆਂ। ਮਤਲਬ ਬੜੇ ਔਖੇ ਬਚੇ। ਬਹੁਤੇ ਸਿੱਖ ਤਾਂ ਉੱਥੇ ਉਹ ਵਾਲੇ ਬਚ ਗਏ ਜਿਹੜੇ ਦਾਤਾ ਬੰਦੀ ਛੋੜ ਗੁਰਦੁਆਰੇ ਪਹਿਲਾਂ ਚਲੇ ਗਏ, ਪਰ ਜਿਹੜੇ ਰਹਿ ਗਏ ਉਹ ਨਹੀਂ ਬਚ ਪਾਏ। ਤਾਇਆ ਜੀ ਹਰਾਂ ਦੇ ਪਰਿਵਾਰ ਦੀ ਕਹਿ ਲਓ ਕਿ ਇੰਨਾ ਪਾਠ ਕਰਦੇ ਸੀਗੇ ਜਾਂ ਚੰਗੀ ਕਿਸਮਤ ਸੀਗੀ ਕਿ ਇਹ ਲੋਕ ਬਚ ਗਏ, ਅਦਰਵਾਈਜ਼ ਤਾਂ ਉੱਥੇ ਵੀ ਬਹੁਤ ਮਾੜਾ ਹਾਲ ਸੀਗਾ, ਬਹੁਤ ਜ਼ਿਆਦਾ। ਮੈਮ ਤੁਸੀਂ ਇਸ ਪੂਰੇ ਹਾਦਸੇ 'ਤੇ ਕਿਤਾਬ ਲਿਖੀ ਆ, ਉਹਨਾਂ 5 ਦਿਨਾਂ ਨੂੰ ਬਿਆਨ ਕੀਤਾ, ਉਸ ਤੋਂ ਬਾਅਦ ਦੇ ਉਸ ਮਹੀਨੇ ਨੂੰ ਵੀ ਲਿਖਿਆ। ਕਿਤਾਬ ਦਾ ਨਾਂ 31 ਅਕਤੂਬਰ ਤੁਸੀਂ ਰੱਖਿਆ। ਜੇ ਸਾਡੇ ਦਰਸ਼ਕ ਵੀ ਪੜ੍ਹਨਾ ਚਾਹਣ ਤਾਂ ਡਾਕਟਰ ਜਤਿੰਦਰ ਕੌਰ ਹੁਣਾਂ ਦੀ ਇਹ ਕਿਤਾਬ ਤੁਸੀਂ ਪੜ੍ਹ ਸਕਦੇ ਹੋ, ਜਿਹਦੇ ਵਿੱਚ ਇਹਨਾਂ ਨੇ ਉਹਨਾਂ ਪੂਰੇ 5 ਦਿਨਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਬਿਆਨ ਕੀਤਾ। ਉਸ ਤੋਂ ਬਾਅਦ ਦਾ ਵੀ ਜਿਹੜਾ ਪੂਰਾ ਮਹੀਨਾ ਜਾਂ 2 ਮਹੀਨੇ ਜਿਹੜੇ ਇਹਨਾਂ ਨੇ ਦਿੱਲੀ 'ਚ ਗੁਜ਼ਾਰੇ, ਉਸ ਡਰ ਨੂੰ, ਇਹ ਸਾਰੀ ਚੀਜ਼ਾਂ ਨੂੰ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਕਲਮਬੱਧ ਕੀਤਾ ਹੈ। ਮੈਂ ਖੁਸ਼ੀ ਤਾਂ ਨਹੀਂ ਕਹੂੰਗੀ, ਪਰ ਫਿਰ ਵੀ ਮੈਂ ਸੋਚਦੀ ਹਾਂ ਕਿ ਇਹ ਪਰਮਾਤਮਾ ਦਾ ਸ਼ੁਕਰਾਨਾ ਹੈ ਕਿ ਤੁਸੀਂ ਸਹੀ ਸਲਾਮਤ ਸਾਡੇ ਵਿਚਕਾਰ ਬੈਠੇ ਹੋ। ਬੇਸ਼ੱਕ ਤੁਹਾਡੇ ਪਰਿਵਾਰ ਨੇ ਬਹੁਤ ਕੁਛ ਗਵਾਇਆ ਉਸ ਸਮੇਂ 'ਚ, ਪਰ ਕਹਿੰਦੇ ਨੇ ਕਿ ਰਿਸ ਦੇ ਜ਼ਖਮਾਂ ਨਾਲ ਬਹੁਤੇ ਵਰੇ ਜੀਆ ਨਹੀਂ ਜਾ ਸਕਦਾ। ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਹਾਦਸੇ ਨੂੰ ਭੁੱਲ ਜਾਵੋ। ਬੇਸ਼ੱਕ ਜੇ ਮੈਂ ਆਪਣੇ 'ਤੇ ਲਾ ਕੇ ਕਹਾਂ ਤਾਂ ਮੈਂ ਬੜੀ ਛੋਟੀ ਉਮਰ ਦੇ ਵਿੱਚ ਇੱਕ ਬੱਚੀ ਨੂੰ ਬੱਸ ਦੇ ਥੱਲੇ ਆ ਕੇ ਮਰਦਿਆਂ ਵੇਖਿਆ ਸੀ, ਅਤੇ ਅੱਜ ਵੀ ਮੈਨੂੰ ਜਦੋਂ ਯਾਦ ਆਉਂਦਾ ਹੈ ਤਾਂ ਮੈਂ ਸੋਚਦੀ ਹੁੰਦੀ ਹਾਂ ਕਿ ਸ਼ਾਇਦ ਮੈਂ ਉਸ ਵਕਤ ਦੀ, ਜੇ ਮੈਂ ਉਸ ਵਕਤ ਰੋਟੀ ਖਾ ਰਹੀ ਹੋਵਾਂ ਤਾਂ ਮੈਂ ਖਾ ਨਹੀਂ ਪਾ ਰਹੀ ਹੁੰਦੀ। ਅਸੀਂ ਉਹਨਾਂ ਪਰਿਵਾਰਾਂ ਨੂੰ ਇਹ ਨਹੀਂ ਕਹਿ ਸਕਾਂਗੇ ਕਿ ਤੁਸੀਂ ਉਹਨਾਂ ਹਾਦਸਿਆਂ ਨੂੰ ਭੁੱਲ ਜਾਓ, ਪਰ ਇਹ ਬਹੁਤ ਸ਼ਰਮਨਾਕ ਹੈ ਕਿ ਪਿਛਲੇ 36 ਵਰ੍ਹਿਆਂ ਤੋਂ ਨਾਨਾਵਤੀ ਕਮਿਸ਼ਨ ਬਣਨ ਦੇ ਬਾਵਜੂਦ ਵੀ, ਬਾਰ-ਬਾਰ ਇਹਨਾਂ ਚੀਜ਼ਾਂ ਦੀ ਜਾਂਚ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਨਿਰਪ੍ਰੀਤ ਹੋਣਾ ਵਰਗੇ ਜਾਂ ਹੋਰ ਬਹੁਤ ਸਾਰੇ ਸਾਧੂ ਸਿੰਘ ਹੋਣਾ ਵਰਗੇ ਚਸ਼ਮਦੀਦ ਗਵਾਹ ਹੋਣ ਤੋਂ ਬਾਅਦ ਵੀ ਜੇ ਨਿਆਂ ਨਹੀਂ ਮਿਲਦਾ, ਤਾਂ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਸ਼ਰਮਨਾਕ ਗੱਲ ਦੇ ਤੌਰ 'ਤੇ ਹਮੇਸ਼ਾ ਯਾਦ ਕੀਤਾ ਜਾਊਗਾ। ਤੁਹਾਡੀ ਘਟਨਾ, ਇਸ ਤੋਂ ਇਲਾਵਾ ਪਦਮੀ ਕੌਰ ਜੀ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਨਾਨਾਵਤੀ
ਕਮੇਟੀ ਨੂੰ ਆਪਣੇ ਬਿਆਨ ਕਮਿਸ਼ਨ ਨੂੰ ਦਰਜ ਕਰਵਾਏ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਬੇਟੀ ਦਾ ਵਿਆਹ ਸੀ ਤੇ ਭੀੜ ਨੇ ਆ ਕੇ ਉਹਨਾਂ ਦੇ ਪਰਿਵਾਰ ਦੇ 9 ਜੀਆਂ ਨੂੰ ਖਤਮ ਕੀਤਾ ਤੇ ਉਹਨਾਂ ਦੀ ਬੇਟੀ ਨਾਲ 10-12 ਜਣਿਆਂ ਵੱਲੋਂ ਬਲਾਤਕਾਰ ਕੀਤਾ ਗਿਆ। ਬਹੁਤ ਸਾਰੇ ਇਹੋ ਜਿਹੇ ਹਾਦਸੇ ਨੇ ਜਿਹੜੇ ਇਹੋ ਜਿਹੀਆਂ ਉਸ ਸਮੇਂ ਦੀਆਂ ਘਟਨਾਵਾਂ ਨੇ ਕਿ ਜਿਨ੍ਹਾਂ ਦਾ ਜੇ ਮੈਂ ਜ਼ਿਕਰ ਕਰਨਾ ਬੈਠਾਂ ਤਾਂ ਸਾਡੇ ਕੋਲ ਸਮਾਂ ਥੋੜ੍ਹਾ ਹੋ ਜਾਏਗਾ। ਫਿਰ ਵੀ ਮੈਮ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਇਹਨਾਂ ਸਾਰੇ ਚੀਜ਼ਾਂ ਨੂੰ ਭੁੱਲ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਬਿਹਤਰ ਤਰੀਕੇ ਨਾਲ ਜਿਉਇਆ, ਤੁਸੀਂ ਇੱਕ ਮੁਕਾਮ 'ਤੇ ਪਹੁੰਚੇ ਤੇ ਹੋਰਾਂ ਲਈ ਵੀ ਇਹ ਇੱਕ ਹੌਸਲੇ ਵਾਲੀ ਗੱਲ ਆ। ਤੇ ਅਸੀਂ ਚਾਹੁੰਦੇ ਹਾਂ ਕਿ ਅਰਜ਼ੋਈ ਕਰਦੇ ਹਾਂ ਕਿ ਸਰਕਾਰ ਨੂੰ ਉਹਨਾਂ ਲੋਕਾਂ ਨੂੰ ਜ਼ਰੂਰ ਨਿਆਂ ਦੇਣਾ ਚਾਹੀਦਾ ਹੈ ਕਿ ਜਿਨ੍ਹਾਂ ਮਾਵਾਂ ਨੇ ਆਪਣੇ ਹੱਥੀਂ ਪਾਲੇ ਹੋਏ ਪੁੱਤਰ ਗਵਾਏ ਨੇ, ਜਾਂ ਉਹਨਾਂ ਔਰਤਾਂ ਨੇ ਜਿਨ੍ਹਾਂ ਦੇ ਪਿਓ ਭਰਾ ਜਾਂ ਬਾਕੀ ਦੇ ਜੀ ਇਹਨਾਂ ਚੀਜ਼ਾਂ ਦੇ ਵਿੱਚ ਮੋਏ ਨੇ, ਤਾਂ ਸਰਕਾਰਾਂ ਨੂੰ ਜ਼ਰੂਰ ਉਹਨਾਂ ਦੀ ਸਾਰ ਵੀ ਲੈਣੀ ਚਾਹੀਦੀ ਆ ਤੇ ਨਿਆਂ ਹੈ ਜਿਹੜਾ ਉਹ ਇੰਨਾ ਲੇਟ ਨਹੀਂ ਹੋ ਜਾਣਾ ਚਾਹੀਦਾ ਕਿ ਸਾਡਾ ਅਦਾਲਤਾਂ ਤੋਂ ਵਿਸ਼ਵਾਸ ਉੱਠ ਜਾਵੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।